ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਫੋਕਸ ਦੇ ਵਿੱਚ ਸਵਾਗਤ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਵੰਨ-ਸੁਵੰਨੇ ਮਸਲੇ ਲੈ ਕੇ ਤੁਹਾਡੇ ਨਾਲ ਹਾਜ਼ਰੀ ਲਵਾਉਂਦੇ ਹਾਂ ਤੇ ਮੇਰਾ ਖਿਆਲ ਹੈ ਕਿ ਮੇਰੇ ਨਾਲ ਬੈਠੇ ਨੇ ਸੰਜੀਵ ਖੰਨਾ ਜੀ। ਤੇ ਖੰਨਾ ਜੀ ਉਹ ਮੁੱਦਾ ਲਓ ਜਿਹੜਾ ਪੰਜਾਬ ਵਿੱਚ ਨਹੀਂ, ਪੂਰੇ ਦੇਸ਼ ਵਿੱਚ ਤੇ ਪੂਰੇ ਅੰਤਰਰਾਸ਼ਟਰੀ ਤੌਰ ਤੇ ਫੈਲਿਆ ਵੀ ਆ ਔਰ ਲੋਕਾਂ ਦੀ ਨਜ਼ਰ ਵਿੱਚ ਵੀ ਆ। 10 ਲੱਖ ਵਾਹ ਵੀਜ਼ੇ ਜ਼ਰੂਰ ਵਾਹ। ਬਾਈਡਨ ਪ੍ਰਸ਼ਾਸਨ ਨੇ ਇਹ ਫੈਸਲਾ ਕੀਤਾ ਕਿ 10 ਲੱਖ ਵੀਜ਼ੇ ਭਾਰਤੀਆਂ ਨੂੰ ਜੀ ਇਸ਼ੂ ਕੀਤੇ ਜਾਣ। ਮੇਰਾ ਖਿਆਲ ਇਹ ਸੁਪਨਾ ਹੈ ਭਾਰਤੀਆਂ ਦਾ ਅਮਰੀਕਾ ਸੈਟਲ ਹੋਣਾ। ਨੰਬਰ 1 ਤੇ ਅਮਰੀਕਾ ਹੈ, ਨੰਬਰ 2 ਤੇ ਕੈਨੇਡਾ ਆਉਂਦਾ। ਸੋ ਇਹ ਸ਼ਲਾਘਾਯੋਗ ਕਦਮ ਹੈ। ਹੁਣ ਇਹਦੀ ਡਿਟੇਲਸ ਕੀ ਨੇ ਇਹ ਦੱਸੋ, ਤਾਂ ਕਿ ਸਾਡੇ ਜੋ ਸਟੂਡੈਂਟਸ ਨੇ ਉੱਥੇ ਜਾਣਾ ਚਾਹੁੰਦੇ ਨੇ, ਜੋ ਇੱਛੁਕ ਨੇ ਅਮਰੀਕਾ ਜਾਣ ਦੇ। ਇਹ ਸਾਡੇ ਦਰਸ਼ਕਾਂ ਲਈ, ਸਾਡੇ ਵਿਦਿਆਰਥੀ ਬੱਚਿਆਂ ਲਈ ਤੇ ਸਾਡੇ ਬੱਚੇ ਬੁੱਢਿਆਂ ਲਈ, ਸਾਰਿਆਂ ਲਈ ਬੜੀ ਖੁਸ਼ੀ ਵਾਲੀ ਖਬਰ ਹੈ। ਕਿਉਂਕਿ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਅਮਰੀਕਾ ਸੁਪਰ ਕੰਟਰੀ ਆ ਔਰ ਇਹਦੇ ਨਾਲ ਲੱਗਦਾ ਕੈਨੇਡਾ, ਦੋਨੇ ਦੇਸ਼ ਹੀ ਬੜੇ ਪੂਰੀ ਦੁਨੀਆ ਵਿੱਚ ਇਹਨਾਂ ਦਾ ਪ੍ਰਭਾਵ ਹੈ ਔਰ ਸਾਰੇ ਲੋਕ ਇਹਦੇ ਵੱਲ ਖਿੱਚੇ ਆਉਂਦੇ ਆ। ਔਰ ਸਾਡੇ ਭਾਰਤ ਦੇ ਲੋਕਾਂ ਲਈ, ਵਸਨੀਕਾਂ ਲਈ ਖਾਸ ਤੌਰ ਤੇ ਬਹੁਤ ਵੱਡੀ ਖਬਰ ਹੈ। ਕਿਉਂਕਿ ਸਾਡੀ ਆਬਾਦੀ ਤਾਂ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਫਿਰ ਅਸੀਂ ਜੇ ਮਾਈਗ੍ਰੇਟ ਨਹੀਂ ਕਰਾਂਗੇ, ਬਾਹਰ ਨਹੀਂ ਜਾਵਾਂਗੇ, ਬਾਹਰੋਂ ਪੈਸਾ ਨਹੀਂ ਕਮਾਵਾਂਗੇ, ਤੇ ਫਿਰ ਸਾਡੇ ਦੇਸ਼ ਦਾ ਥੋੜ੍ਹਾ ਜਿਹਾ ਰੁਤਬਾ ਵੀ ਥੱਲੇ ਨੂੰ ਜਾਊਗਾ। ਫਿਰ ਅਸੀਂ ਆਰਥਿਕ ਤੌਰ ਤੇ ਵੀ ਪਛੜੇ ਹੋ ਜਾਵਾਂਗੇ। ਔਰ ਇਹਦੇ ਨਾਲ ਇਹ ਖਬਰ ਇਸ ਤਰ੍ਹਾਂ ਦੀ ਆਈ ਕਿ ਉੱਥੋਂ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਔਰ ਬਾਈਡਨ ਪ੍ਰਸ਼ਾਸਨ ਸਰਕਾਰ ਨੇ ਇਹ ਡਿਸੀਜਨ ਲੈ ਲਿਆ ਕਿ ਇਮੀਗ੍ਰੇਸ਼ਨ ਨੂੰ ਇੰਸਟਰਕਸ਼ਨਾਂ ਚਲੇ ਗਈਆਂ ਕਿ ਜਲਦੀ ਤੋਂ ਜਲਦੀ ਜਿਹੜੇ ਹੁਨਰਮੰਦ ਲੋਕ ਨੇ, ਜਿਹੜੇ ਅਮਰੀਕਾ 'ਚ ਪੜ੍ਹਨਾ ਚਾਹੁੰਦੇ, ਉਹ ਤੇ ਬਾਕੀ ਜਿਹੜੇ ਜਵਾਨ ਮੁੰਡੇ ਆਉਣਾ ਚਾਹੁੰਦੇ ਪੰਜਾਬ 'ਚ, ਇਨਕਲੂਡਿੰਗ ਡਾਕਟਰ ਹੈ ਨਾ, ਵਕੀਲ, ਹਰ ਤਰ੍ਹਾਂ ਦੇ ਮਾਹਰ ਲੋਕ ਜਿਹੜੇ ਆਉਣਾ ਚਾਹੁੰਦੇ ਨੇ, ਉਹ ਖੁੱਲ੍ਹੇ ਤੌਰ ਤੇ ਆਪਣੀਆਂ ਅਰਜ਼ੀਆਂ ਇਹ ਇਮੀਗ੍ਰੇਸ਼ਨ ਵਿੱਚ ਸਬਮਿਟ ਕਰ ਸਕਦੇ ਆ। ਔਰ ਉਹਨਾਂ ਦੇ ਫੌਰੀ ਤੌਰ ਤੇ ਇੰਸਟਰਕਸ਼ਨਾਂ ਆ ਗਈਆਂ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਕਿ ਉਹਨਾਂ ਨੂੰ ਛੇਤੀ ਸੋਲਵ ਕਰਕੇ, ਉਹਨਾਂ ਨੂੰ ਛੇਤੀ ਅੱਛੀ ਪ੍ਰਤੀਕਿਰਿਆ ਦੇ ਕੇ ਤੇ ਵੀਜ਼ਾ ਲਾ ਕੇ ਉਹਨਾਂ ਨੂੰ ਬੁਲਾ ਲਓ ਇੱਥੇ। ਕਿਉਂਕਿ ਉੱਥੇ ਕੁਝ ਖੰਨਾ ਜੀ ਮਹਿਕਮੇ ਇਸ ਤਰ੍ਹਾਂ ਦੇ ਹੈਗੇ ਆ ਜਾਂ ਇਸ ਤਰ੍ਹਾਂ ਦੀ ਏਰੀਆ ਨੇ ਜਿੱਥੇ ਉਹਨਾਂ ਨੂੰ ਲੇਬਰ ਜਾਂ ਕੰਮ ਕਰਨ ਵਾਲੇ ਲੋਕ ਜਾਂ ਜਿਹੜੇ ਇਸ ਸਟੇਟਸ ਨੂੰ ਉੱਚਾ ਚੁੱਕਣ ਵਾਲੇ ਅਮਰੀਕਾ ਦੇ ਨੂੰ ਲੋਕ ਚਾਹੀਦੇ ਸੀਗੇ। ਕਿਉਂਕਿ ਅਮਰੀਕਾ ਦੇ ਵਿੱਚ ਬਾਕੀ ਲੋਕ ਤਾਂ ਬਹੁਤ ਕੋਈ ਮਾਈਗ੍ਰੇਟ ਕਰਕੇ ਬਾਹਰਲੇ ਦੇਸ਼ਾਂ 'ਚ ਵੀ ਚਲੇ ਗਏ, ਕੁਝ ਉੱਥੇ ਬੈਠੇ ਵੀ ਆ, ਕੁਝ ਸਟੂਡੈਂਟ ਹੈਗੇ ਆ। ਉਹਨਾਂ ਨੂੰ ਚਾਹੀਦਾ ਹੈ ਕਿ ਕੰਮ ਕਰਨ ਵਾਲੇ, ਕਿਉਂਕਿ 50 ਸਟੇਟ ਆ, ਸਟੇਟਾਂ ਦੇ ਵਿੱਚ ਲੋਕਾਂ ਦੀ ਆਮਦ ਉਹਨਾਂ ਨੂੰ ਚਾਹੀਦੀ ਸੀਗੀ। ਔਰ ਇਹ ਬਹੁਤ ਵੱਡਾ ਡਿਸੀਜਨ ਆ, ਖਾਸ ਕਰਕੇ ਪੂਰੇ ਏਸ਼ੀਅਨ ਕੰਟਰੀ ਲਈ। ਔਰ ਸਭ ਤੋਂ ਜ਼ਿਆਦਾ ਜਿਹੜਾ ਇਹਨਾਂ ਅਪਾਇੰਟਮੈਂਟ ਕੀਤਾ ਇੰਡੀਆ ਨੂੰ, ਭਾਰਤ ਦੇ ਲੋਕਾਂ ਨੂੰ। ਔਰ ਮੇਰਾ ਖਿਆਲ ਹੈ ਨੌਜਵਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਲੋਕ ਚਾਹੁੰਦੇ ਆ, ਖਾਸ ਤੌਰ 'ਤੇ ਮੁੰਡੇ, ਪਤਾ ਕਿ ਜਿਹੜੇ ਆਈਲੈਟਸ ਨਹੀਂ ਸੀ ਕਰ ਸਕਦੇ, ਉਹ ਵਿਚਾਰੇ ਮੈਕਸੀਕੋ ਦੇ ਨਾਲ ਦੀਆਂ ਕੰਧਾਂ ਟੱਪ ਕੇ ਫਿਰ ਅੰਦਰ ਜਾਂਦੇ ਸੀ। ਔਰ ਕਈ ਤਾਂ ਜਾਨਲੇਵਾ ਹਮਲੇ ਹੁੰਦੇ ਸੀ, ਕਈ ਮਾਰੇ ਜਾਂਦੇ ਸੀ, ਕਈ ਜੰਗਲਾਂ ਵਿੱਚ ਦੀ 6-6 ਮਹੀਨੇ ਗੁਜ਼ਰ ਜਾਂਦੇ ਸੀ ਉਹਨਾਂ ਨੂੰ। ਔਰ ਮਾਂ ਪਿਓ 40-40 ਲੱਖ ਰੁਪਈਆ ਦੇ ਕੇ ਫਿਰ ਵੀ ਚਿੰਤਾ ਵਿੱਚ ਡੁੱਬੇ ਰਹਿੰਦੇ ਸੀ। ਪਰ ਹੁਣ ਇਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਵੀ ਜੇ ਬੱਚੇ ਆਉਣਾ ਚਾਹੁਣ ਤਾਂ 10 ਲੱਖ ਦਾ ਟੀਚਾ ਮਿੱਥ ਲਿਆ ਉਹਨਾਂ ਨੇ। ਗੱਲ ਇਹ ਹੈ ਕਿ ਇਹ ਤਾਂ ਹੈ ਕਿ ਇੱਕ ਲੀਗਲ ਤਰੀਕੇ ਨਾਲ ਜਾਣਾ। ਜੀ ਜੀ, ਡੌਂਕੀ ਲਾ ਕੇ ਜਾਂਦੇ ਨੇ ਕੁੜੀਆਂ ਵੀ। ਸਹੀ ਗੱਲ, ਠੀਕ ਹੈ। 40-40 60-60 ਲੱਖ 40 ਲੱਖ 60 ਲੱਖ ਤੁਸੀਂ ਖਰਚ ਕੇ ਖੱਜਲ ਹੁੰਦੇ ਪਏ ਹੋ। ਸਹੀ ਗੱਲ, ਪਤਾ ਨਹੀਂ ਪਹੁੰਚਣਾ ਕਿ ਨਹੀਂ ਪਹੁੰਚਣਾ, ਰਾਹ 'ਚ ਹੀ ਮਰ ਜਾਣਾ ਕਿਤੇ। ਇੱਦਾਂ ਦੇ ਪੁੱਠੇ ਕੰਮ ਜ਼ਰੂਰ ਕਰਨੇ ਨੇ। 40 ਲੱਖ 60 ਲੱਖ ਰੁਪਈਆ ਤੁਸੀਂ ਭਾਰਤ ਦੇ ਵਿੱਚ ਖਰਚ ਕਰੋ, ਇੱਥੇ ਕੋਈ ਕੰਮ ਨਹੀਂ ਸ਼ੁਰੂ ਹੋ ਸਕਦਾ। ਤੁਸੀਂ ਬੈਂਕ 'ਚ ਜਮ੍ਹਾਂ ਕਰਾ ਦਿਓ, ਤੁਹਾਨੂੰ ਇੰਟਰਸਟ ਹੀ ਬਹੁਤ ਆ ਜਾਏਗਾ। ਇੰਨਾ ਵੀ ਕੀ ਲਾਲਚ ਹੋ ਗਿਆ ਤੁਹਾਡਾ? ਇੰਨਾ ਵੀ ਲਾਲਚ ਨਾ ਕਰੋ, ਸਿੱਧੇ ਤਰੀਕੇ ਨਾਲ ਜਾਓ, ਜ਼ਰੂਰ ਜਾਓ ਅਮਰੀਕਾ। ਪਰ ਆਹ ਜਿਹੜੇ 10 ਲੱਖ ਵੀਜ਼ੇ ਜਾਰੀ ਕੀਤੇ ਨੇ, ਇਹਦੇ ਵਿੱਚ ਤੁਸੀਂ ਆਪਣਾ ਹੁਨਰ ਇਸਤੇਮਾਲ ਕਰੋ, ਇਹਦੇ ਵਿੱਚ ਆਪਣੇ ਆਪ ਨੂੰ ਕਾਬਿਲ ਸਾਬਿਤ ਕਰੋ, ਨਿਕਲੋ, ਜਾਓ। ਕਿਹਨੇ ਮਨਾ ਕੀਤਾ? ਪਰ ਜਿਹੜੇ ਡੌਂਕੀ ਲਾ ਕੇ ਫਿਰ ਤਾਰਾਂ ਟੱਪਣੀਆਂ, ਕੁਝ ਵੀ ਹੋ ਸਕਦਾ। ਇੰਨਾ ਵੀ ਕੀ ਕਰੇਜ਼ ਹੋ ਗਿਆ? ਮਤਲਬ ਇਹ ਪਾਗਲਪਨ ਹੈ। ਇਸ ਕਰਕੇ ਅਸੀਂ ਆਪਣੇ ਪਲੇਟਫਾਰਮ ਤੋਂ ਇਹ ਕਹਿਣਾ ਚਾਹਾਂਗੇ, ਜਦੋਂ ਗਵਰਨਮੈਂਟ ਤੁਹਾਨੂੰ ਲੀਗਲ ਤਰੀਕੇ ਨਾਲ ਉੱਥੇ ਬੁਲਾ ਰਹੀ ਹੈ, ਗਵਰਨਮੈਂਟ ਜਦੋਂ ਲੀਗਲ ਤਰੀਕੇ ਨਾਲ ਆਉਣ ਵਾਸਤੇ ਇਨਵਾਈਟ ਕਰ ਰਹੀ ਹੈ, ਤੁਸੀਂ ਉਹ ਲੀਗਲ ਤਰੀਕਾ ਅਪਣਾਓ, ਨਾ ਕਿ ਤੁਸੀਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਜਾਓ। ਕਿਉਂਕਿ ਉੱਥੇ ਜਾ ਕੇ ਫਿਰ ਹੋਰ ਝੰਜਟ, ਕਾਨੂੰਨੀ ਪ੍ਰਤੀਕਿਰਿਆ, ਕਾਨੂੰਨੀ ਪ੍ਰਕਿਰਿਆ, ਉਹ ਸਭ ਰਸਤੇ 'ਚ ਤੁਹਾਡੀ ਜਾਨ ਵੀ ਜਾ ਸਕਦੀ ਹੈ। ਔਰ ਪੈਸੇ ਜਿਹੜੇ ਖਰਚੇ ਨੇ ਉਹ ਬੇਕਾਰ, ਪਤਾ ਨਹੀਂ ਉਹ ਕਿੱਥੇ ਜਾਣੇ। ਵੈਸੇ ਮੈਂ ਇਹ 'ਚ ਇਜ਼ਾਫਾ ਕਰਨਾ ਚਾਹੂੰਗਾ ਹੋਰ, ਇਹ ਜਿਹੜਾ ਡੌਂਕੀ ਸਿਸਟਮ ਬਣਾਇਆ ਸੀ ਜਿਹਦੇ ਵਿੱਚ ਬੱਚੇ ਬਾਹਰ ਜਾ ਰਹੇ ਆ ਔਰ ਬੱਚੇ ਉੱਚ ਪੜ੍ਹੇ ਲਿਖੇ ਆ, ਬੱਚੇ ਕੁਝ ਪਿੰਡਾਂ 'ਚੋਂ ਜ਼ਿਆਦਾ ਜਾ ਰਹੇ ਆ ਔਰ ਪੰਜਾਬ ਤੋਂ ਖਾਸ ਕਰਕੇ। ਪੰਜਾਬ ਹਮੇਸ਼ਾ ਵੈਸੇ ਮੋਹਰੀ ਰਹਿੰਦਾ ਹਰ ਗੱਲ ਦੇ ਵਿੱਚ ਹੀ। ਪਰ ਜਦੋਂ ਇਹ ਬੱਚੇ ਉੱਥੇ ਡੌਂਕੀ ਨਾਲ ਉੱਥੋਂ ਦੀ ਛੜੱਪਾ ਮਾਰ ਕੇ ਅੰਦਰ ਕੰਧ ਜਾਂਦੇ ਆ, ਉਦੋਂ ਪਹਿਲਾਂ ਕਈ ਵਾਰੀ ਕੋਈ ਸਮੁੰਦਰ ਵੀ ਕਲੀਅਰ ਪਾਰ ਕਰਨੇ ਪੈਂਦੇ ਆ। ਉਹਦੇ ਵਿੱਚ ਕਈਆਂ ਦੀ ਕਿਸ਼ਤੀਆਂ ਡੁੱਬ ਗਈਆਂ, ਕਈ ਮਰ ਗਏ, ਕਈ ਧਿਆਏ ਮਰ ਗਏ, ਕਈ ਔਰਤਾਂ ਦੇ ਨਾਲ ਬੱਚੇ ਉਹ ਮਰ ਗਏ ਆ। ਕਿਸੇ ਵੀਡੀਓ ਵੇਖੋ, ਔਰ ਵੀਡੀਓ ਓਰੀਜਨਲ ਆ, ਲੋਕਾਂ ਦੀ ਕੋਈ ਫੇਕ ਨਹੀਂ ਗੀ। ਔਰ ਉਹਦੇ ਵਿੱਚ ਕਈ ਲੋਕਾਂ ਨੂੰ ਇੱਦਾਂ ਦੇ ਨੁਕਸਾਨ ਉਠਾਉਣੇ ਪਏ ਆ, ਕਈ ਪਰਿਵਾਰ ਹੀ ਪੂਰੇ ਦੇ ਪੂਰੇ ਜਿਹੜੇ ਬਰਬਾਦ ਹੋ ਗਏ ਆ।
ਪਰ ਇਹਦੇ ਨਾਲ ਤੁਹਾਡੀ ਗੱਲ ਬਿਲਕੁਲ ਸਹੀ ਆ। ਸਾਡੇ ਦਰਸ਼ਕਾਂ ਅੱਗੇ ਸਾਡੀ ਇਹ ਗੁਜ਼ਾਰਿਸ਼ ਹੈਗੀ ਆ ਕਿ ਸਾਰੇ ਦਰਸ਼ਕਾਂ ਨੂੰ ਚਾਹੀਦਾ ਹੈਗਾ ਕਿ ਸਾਰਿਆਂ ਨੂੰ ਇਸ ਤਰ੍ਹਾਂ ਦੀ ਸੂਚਨਾ ਦੇਣ, ਲੋਕਾਂ ਤੱਕ ਸੰਪਰਕ ਕਰਨ ਕਿ ਇਦਾਂ ਦਾ ਕੰਮ ਨਾ ਕਰੋ, ਕਿਉਂਕਿ ਪੈਸਾ ਵੀ ਲਾ ਰਹੇ ਜੇ, ਜਿੱਦਾਂ ਤੁਸੀਂ ਕਿਹਾ ਖੰਨਾ ਜੀ ਕਿ ਪੈਸਾ ਇੱਥੇ ਲਾ ਕੇ ਵੀ ਕੁਛ ਨਾ ਕੁਛ ਕੰਮ ਕਰ ਸਕਦੇ ਆ, ਜਦੋਂ ਕਿ ਪੰਜਾਬ 'ਚ ਆ ਕੇ ਬਾਹਰਲੇ ਸੂਬਿਆਂ 'ਚੋਂ ਮੁੰਡੇ ਕੁੜੀਆਂ ਬੱਚੇ ਲੋਕ ਜਿਹੜੇ ਇੱਥੇ ਆ ਕੇ ਕੰਮ ਕਰਦੇ ਆ, ਕੋਈ ਇਨਵੈਸਟਮੈਂਟ ਨਹੀਂ ਕਰਦੇ। ਉਹਨਾਂ ਲਈ ਤਾਂ ਪੰਜਾਬ ਹੀ ਇੰਗਲੈਂਡ ਆ, ਉਹਨਾਂ ਲਈ ਪੰਜਾਬ ਹੀ ਲੰਡਨ ਆ, ਪਰ ਸਾਡੇ ਬੱਚਿਆਂ ਲਈ ਅਮਰੀਕਾ ਜਾਣ ਦੀ ਹੋੜ ਆ, ਕੈਨੇਡਾ 'ਚ ਜਾ ਕੇ ਵਸਣ ਦੀ ਹੋੜ ਆ। ਅੱਛੀ ਗੱਲ ਆ, ਚਲੋ ਮਾੜੀ ਤਾਂ ਨਹੀਂ ਹੈਗੀ, ਪਰ ਜਾਓ ਲੀਗਲ ਤਰੀਕੇ ਨਾਲ, ਕਾਨੂੰਨੀ ਤੌਰ 'ਤੇ ਜਾਓ। ਕੰਧਾਂ ਟੱਪ ਕੇ ਆਪਣੀ ਉਮਰ ਨੂੰ ਗਵਾਉਣਾ, ਆਪਣੇ ਸਾਰੇ ਪਰਿਵਾਰ ਨੂੰ ਚਿੰਤਾ 'ਚ ਡੁਬੋਣਾ ਬੜੀ ਮਾੜੀ ਗੱਲ ਹੈ, ਕਿਉਂਕਿ ਅਸੀਂ ਬਾਹਰਲੇ ਡਾਲਰਾਂ ਜਾਂ ਪਾਉਂਡਾਂ ਦੇ ਵਿੱਚ ਜਾ ਕੇ ਗ੍ਰਸਤ ਹੋ ਜਾਂਦੇ ਹਾਂ, ਉਹਨਾਂ ਨੂੰ ਅਸੀਂ ਲਾਲਚ ਜਾ ਕੇ ਫਸ ਜਾਂਦੇ ਹਾਂ। ਸਾਨੂੰ ਚਾਹੀਦਾ ਹੈਗਾ ਕਿ ਕੰਮ ਚੰਗੇ ਤਰੀਕੇ ਨਾਲ ਕਰੋ, ਪੈਸਾ ਬਰਬਾਦ ਵੀ ਨਾ ਕਰੋ ਅਤੇ ਨਾ ਆਪਣੇ ਘਰਦਿਆਂ ਨੂੰ ਚਿੰਤਾ ਵਿੱਚ ਪਾਓ, ਕਿਉਂਕਿ ਬੱਚਾ ਜਦੋਂ +2 ਕਰਦਾ ਨਾ ਪੰਜਾਬ ਦਾ, ਇਹਦਾ ਜੀ ਕਰਦਾ ਕਿ ਮੈਂ ਡਾਰੀ ਮਾਰਾਂ ਜਹਾਜ਼ ਦੇ ਨਾਲ ਚੜ੍ਹਾਂ ਅਤੇ ਫਿਰ ਉੱਥੇ ਜਾ ਕੇ ਟੋਰਾਂਟੋ, ਮੈਂ ਨਾ ਬਰਮਿੰਗਮ ਅਤੇ ਮੈਂ ਇੱਧਰ ਅਮਰੀਕਾ ਦੇ ਕੈਲੀਫੋਰਨੀਆ 'ਚ ਜਾ ਕੇ ਉਤਰਾਂ। ਪਰ ਇਹ ਜਿਹੜੀ ਹੋੜ ਹੈ ਇਹ ਵੀ ਮਾੜੀ ਆ, ਕਿਉਂਕਿ ਸਾਡੇ ਉੱਥੇ ਪ੍ਰਵਾਸੀ ਭਾਰਤੀ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਆ, ਉਹਨਾਂ ਨੂੰ ਪਤਾ ਹੈਗਾ ਕੰਮ ਕਰਨਾ ਉੱਥੇ ਕੋਈ ਮਾੜੀ ਗੱਲ ਨਹੀਂ। ਕਰ ਰਹੇ ਲੋਕ ਜਿਹੜੇ ਪੁਰਾਣੇ ਲੋਕ ਗਏ ਆ, ਉਹਨਾਂ ਨੇ ਬਹੁਤ ਵੈਲ ਐਸਟੈਬਲਿਸ਼ਡ ਆ ਲੋਕ, ਬੜੇ ਵੈਲ ਟੂ ਡੂ ਫੈਮਿਲੀ ਉੱਤੇ, ਬੜਾ ਕੁਝ ਪੈਸਾ ਉਹਨਾਂ ਨੇ ਕਮਾਇਆ, ਬਗੀਚੇ ਉਹਨਾਂ ਦੇ ਹੈਗੇ ਆ, ਜਹਾਜ਼ ਉਹਨਾਂ ਦੇ ਹੈਗੇ ਆ, ਜਿਹੜੇ ਮਾਲ ਉਹਨਾਂ ਦੇ ਹੈਗੇ ਆ, ਹਰ ਤਰ੍ਹਾਂ ਦਾ ਕੰਮ ਆ। ਤੁਸੀਂ ਦੇਖੋ ਕੈਨੇਡਾ 'ਚ ਤਾਂ ਜਿਹੜਾ BC ਬ੍ਰਿਟਿਸ਼ ਕੋਲੰਬੀਆ ਟੋਟਲ ਪੰਜਾਬ ਮਿਨੀ ਪੰਜਾਬ ਨੂੰ ਆਉਂਦੇ, ਹਰ ਤਰ੍ਹਾਂ ਦੀ ਸਹੂਲਤ ਉੱਥੇ, ਹਰ ਤਰ੍ਹਾਂ ਦਾ ਕੰਮ। ਤੁਸੀਂ ਗੱਲ ਦੇਖੋ ਕੀ ਕਿਹਾ ਜਾਂਦਾ ਡੋਂਕੀ ਲਾ ਕੇ। ਹੁਣ ਡੋਂਕੀ ਦਾ ਮਤਲਬ ਹੁੰਦਾ ਖੋਤਾ, ਗਧਾ, ਮਤਲਬ ਤੁਸੀਂ ਗਧੇ ਹੋ, ਖੋਤੇ ਹੋ, ਖੋਤਿਆਂ ਵਾਲੇ ਕੰਮ, ਗਧਿਆਂ ਵਾਲੇ ਕੰਮ ਕਰਨੇ, ਜਿਹਦਾ ਨਾਂ ਹੀ ਡੋਂਕੀ ਰੱਖਿਆ ਹੋਇਆ। ਭਾਰ ਚੱਲਦਾ ਨਾ, ਉਹਦਾ ਭਾਰ ਮਤਲਬ ਬਰਡਨ, ਨਾਮ ਵੀ ਬੜਾ ਸੋਹਣਾ ਡੋਂਕੀ, ਮਤਲਬ ਖੋਤੇ ਬਣੋ, ਗਧੇ ਬਣੋ, ਕੰਧਾ ਟੱਪੋ ਤੇ ਉਸ ਤੋਂ ਬਾਅਦ ਫੜੇ ਜਾਓ, ਫਿਰ ਕਾਨੂੰਨੀ ਪ੍ਰਕਿਰਿਆ ਚੱਲੂਗੀ, ਕਿਉਂਕਿ ਤੁਹਾਨੂੰ ਪਤਾ ਹੈ ਉੱਥੇ ਜਾ ਕੇ ਫਿਰ ਤੁਹਾਨੂੰ ਪੋਲੀਟੀਕਲ ਅਸਾਈਲਮ ਲੈਣਾ ਪਏਗਾ, ਬਹੁਤ ਕੁਝ ਇਦਾਂ ਦੀਆਂ ਪ੍ਰਕਿਰਿਆਵਾਂ ਹੁੰਦੀਆਂ ਨੇ। ਔਰ ਇੱਜ਼ਤ ਹੈ ਉਹਦੇ 'ਚ? ਬਿਲਕੁਲ ਨਹੀਂ। ਸੋ ਜਿੱਥੇ ਜਾਓ ਗੈਰਤ ਨਾਲ ਜਾਓ, ਇੱਜ਼ਤ ਨਾਲ ਜਾਓ। ਪੰਜਾਬ ਦਾ, ਦੇਸ਼ ਦਾ, ਭਾਰਤ ਦਾ ਨਾ ਰੋਲੋ, ਨਾ ਖੱਜਲ ਕਰੋ, ਨਾ ਆਪ ਖੱਜਲ ਹੋਵੋ। ਇਹਦੇ ਵਿੱਚ ਇੱਕ ਗੱਲ ਹੈਗੀ, ਜਿਹੜੇ ਸਾਡੇ ਇੱਥੋਂ ਦੇ ਟਰੈਵਲ ਏਜੰਟ ਆ ਉਹ ਵੀ ਇਹ ਕੰਮ ਕਰ ਰਹੇ ਆ, ਗਲਤ ਕੰਮ ਕਰ ਰਹੇ ਆ। ਉਹਦੇ ਵਿੱਚ 700 ਮੁੰਡਾ ਤੁਹਾਨੂੰ ਪਤਾ ਕੈਨੇਡਾ ਤੋਂ ਵਾਪਸ ਕੀਤਾ ਗਿਆ, ਬਿਲਕੁਲ ਡਿਪੋਰਟ ਹੋਇਆ, ਡਾਕੂਮੈਂਟਸ ਫੇਕ ਲਾਏ ਉਹਨਾਂ ਨੇ। ਉਹ ਜਿਹੜੇ ਬੰਦੇ ਨੇ ਉਹਨਾਂ ਨੂੰ ਆਪਣਾ 50-60 ਲੱਖ ਰੁਪਇਆ ਕੈਸ਼ ਬਣਦਾ ਪਿਆ, ਉਹਨਾਂ ਨੇ ਆਪਣਾ ਪੈਸਾ ਦੇਖਣਾ, ਉਹਨਾਂ ਨੇ ਇਹ ਥੋੜਾ ਦੇਖਣਾ ਇਹਨਾਂ ਦੀ ਜ਼ਿੰਦਗੀ ਰੁਲ ਗਈ ਤੇ 50-60 ਲੱਖ ਰੁਪਏ ਕਿੱਥੋਂ ਆਇਆ। ਉਹ ਤਾਂ ਆਪਣੀਆਂ ਜੇਬਾਂ ਗਰਮ ਕਰਨ ਨੂੰ ਬੈਠੇ ਨੇ, ਪਰ ਤੁਹਾਨੂੰ ਤੇ ਅਕਲ ਕਰਨੀ ਚਾਹੀਦੀ ਹੈ ਨਾ, ਤੁਸੀਂ ਕਿਉਂ ਬੇਅਕਲੇ ਬਣੇ ਹੋਏ ਹੋ। 50-60 ਲੱਖ ਰੁਪਏ ਥੋੜਾ ਨਹੀਂ ਹੁੰਦਾ, ਬਹੁਤ ਹੁੰਦਾ। ਕਈਆਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਹੁੰਦੀ, ਨਹੀਂ ਕਮਾਈ ਹੁੰਦੀ। 50-60 ਲੱਖ ਰੁਪਏ ਤੁਸੀਂ ਖਰਚ ਕਰਕੇ ਬਹੁਤ ਕੁਝ ਕਰ ਸਕਦੇ ਹੋ, ਬੜਾ ਕੁਝ ਹੋ ਸਕਦਾ, ਬਹੁਤ ਕੁਝ ਹੋ ਸਕਦਾ। ਇੰਨਾ ਵੀ ਲਾਲਚ ਨਹੀਂ, ਉੱਥੇ ਜਾ ਕੇ ਸਭ ਕੋਲ ਕਾਰਾਂ ਗੱਡੀਆਂ ਤੇ ਬੰਗਲੇ ਨਹੀਂ ਆ ਜਾਣੇ, ਸਭ ਕੋਲ ਸੋਨਾ ਨਹੀਂ ਆ ਜਾਣਾ। ਰੁੱਖਾਂ ਨੂੰ ਡਰ ਨਹੀਂ ਲੱਗੇ ਰਾਤ ਨੂੰ ਤੋੜ ਲੋਗੇ, ਉੱਥੇ ਵੀ ਕੰਮ ਕਰਕੇ ਪੈਸਾ ਆਉਣਾ। ਜੇ 60 ਲੱਖ ਇੱਥੇ ਖਰਚਿਆ, ਫਿਰ ਤੁਹਾਨੂੰ ਉੱਥੇ ਪੈਸਾ ਕਮਾਉਣ ਲਈ ਫਿਰ ਰਾਤ ਦਿਨ ਕਰਨਾ ਪਊਗਾ, ਬਰਫ਼ ਪਾਸੇ ਢੋਣੀ ਪਊਗੀ, ਫਲ ਤੋੜਨੇ ਪੈਣਗੇ, ਪੈਕਿੰਗ ਕਰਨੀ ਪਊਗੀ, ਹੈ ਨਾ, ਠੰਡ ਦੇ ਵਿੱਚ ਟਰੱਕ ਚਲਾਉਣਾ ਪਊਗਾ, ਕਈ ਤਰ੍ਹਾਂ ਦੇ ਉੱਥੇ ਮਿਹਨਤ ਮੁਸ਼ੱਕਤ ਕਰਕੇ ਪੈਸਾ ਇਕੱਠਾ ਹੋਣਾ। ਤੁਹਾਡਾ ਪੰਜਾਬ ਆ, ਤੁਹਾਡਾ ਇੰਡੀਆ ਵਾ, ਤੁਸੀਂ ਇੱਥੇ ਪੈਸਾ ਬੜੇ ਸਹੂਲਤ ਨਾਲ, ਬੜੇ ਘੱਟ ਨੁਕਸਾਨ ਨਾਲ ਪੈਸਾ ਕਮਾ ਸਕਦੇ ਜੇ। ਔਰ ਤੁਹਾਡੇ ਅੰਦਰ ਜਿਹੜੀ ਪੈਸਾ ਕਮਾਉਣ ਦੀ ਹੋੜ ਆ, ਉਹ ਤੁਸੀਂ ਉਹਨੂੰ ਪੂਰਾ ਕਰ ਸਕਦੇ ਪੰਜਾਬ ਵਿੱਚ ਵੀ। ਖੇਤੀਬਾੜੀ ਕਰੋ, ਆਪਣੇ ਸ਼ੌਕ ਦੇ ਕੰਮ ਕਰੋ, ਪੱਠਿਆਂ ਤੇ ਜਿਹੜੀਆਂ ਆਪਣੀਆਂ ਪੱਠੇ ਚਲਾਓ, ਆਪਣੇ ਇੱਟਾਂ ਜਿਹੜੇ ਪੱਤ ਕੇ ਬਣਾ ਕੇ ਪੱਠੇ ਦੇ ਇੱਟ ਵੀ 8-9 ਹਜ਼ਾਰ ਨੂੰ ਹੋ ਗਈ ਹੁਣ, ਫਿਰ ਸੀਮਿੰਟ ਦੀਆਂ ਇੱਟਾਂ ਬਣ ਰਹੀਆਂ, ਉਹ ਕੰਮ ਕਰ ਲਓ। ਖੇਤੀਬਾੜੀ ਕਰੋ, ਸਬਜ਼ੀਆਂ ਲਾਓ, ਤੁਸੀਂ ਝੋਨਾ ਕਣਕ ਤੋਂ ਪਰੇ ਦੂਰ ਚੱਲ ਜਾਓ, ਦਾਲਾਂ ਬੀਜੋ, ਕਈ ਕੁਛ ਹੈਗਾ। ਕਿੰਨੀ ਜ਼ਮੀਨ ਅੱਛੀ ਹੈ, ਕਿੰਨੀ ਫਰਟਾਈਲ, ਕਿੰਨੀ ਉਪਜਾਊ ਜ਼ਮੀਨ ਹੈਗੀ ਪੰਜਾਬ ਦੀ, ਬੋਰੀਆਂ ਦੀ ਬੋਰੀਆਂ ਝਾੜ ਨਿਕਲਦਾ ਹੈਗਾ ਸਾਰਾ ਕੁਝ। ਜੇ ਕਿਸਮਤ ਨਾਲ ਸਾਥ ਦਿੰਦੀ ਆ, ਜੇ ਕੋਈ ਇਸ ਤਰ੍ਹਾਂ ਦਾ ਨੁਕਸਾਨ ਜਾਂ ਕੁਦਰਤ ਨਹੀਂ ਨੁਕਸਾਨ ਕਰਦੀ, ਪਰ ਪੰਜਾਬ ਦੀ ਖੇਤੀਬਾੜੀ ਜਿਹੜੀ ਹੈ ਬੜੀ ਸਿਰਮੌਰ ਖੇਤੀਬਾੜੀ ਹੈ, ਪੂਰੇ ਦੇਸ਼ ਨੂੰ ਅਨਾਜ ਦਿੰਦੀ ਹੈ। ਤੁਹਾਨੂੰ ਕਿਉਂ ਬਾਹਰ ਭੱਜ ਜਾਣਾ? ਜਿਹਦੀ ਜ਼ਮੀਨ ਉਹ ਜ਼ਮੀਨ ਵੇਚੀ ਜਾਂਦਾ, ਜਿਹਦੇ ਕੋਲ ਪਲਾਟ ਵੇਚੀ ਜਾਂਦਾ, ਜਿਹਦੇ ਕੋਲ ਮਕਾਨ ਹੀ ਵੇਚ ਜਾਂਦਾ ਬਾਹਰ ਜਾਣ ਲਈ। ਇਹ ਵੀ ਥੋੜੀ ਲਾਲਚਾ ਘੱਟ ਕਰਨਾ ਚਾਹੀਦਾ। ਬਿਲਕੁਲ ਬੇਵਕੂਫੀ ਹੈ। ਦੱਸੋ ਮਤਲਬ ਇੰਨਾ ਪੈਸਾ ਖਰਚ ਕਰਕੇ ਤੁਸੀਂ ਧੱਕੇ ਖਾਣੇ, ਡੌਂਕੀ ਲਾਉਣੀ ਹੈ, ਤੇ ਇੰਨੇ ਤਾਂ ਇੱਥੇ ਵਧੀਆ ਇੱਕ ਅੱਛੇ ਏਰੀਆ 'ਚ 10-20 ਲੱਖ ਦੀ ਦੁਕਾਨ ਆ ਜਾਏ। ਸਹੀ ਗੱਲ, ਉਹ ਦੁਕਾਨ ਲਾ ਕੇ ਉਹਦੇ 'ਚ ਕੋਈ ਮਟੀਰੀਅਲ ਪਾ ਕੇ ਉੱਥੇ ਬਹਿ ਜਾਓ। ਤੁਹਾਡੀ ਲੀਗਲੀ ਗੱਲ ਠੀਕ ਹੈ ਕਿ ਲੀਗਲੀ ਤੌਰ ਤੇ ਜਾਣਾ, ਜਿਹੜਾ 10 ਲੱਖ ਮੰਗਾਇਆ ਇਹ ਬੰਦਾ ਠੀਕ ਹੈ। ਮੈਂ ਇੰਗਲੈਂਡ ਨੇ ਮੰਗਾਇਆ, ਇੰਗਲੈਂਡ ਦੇ ਜਿਹੜੇ ਯੂਥ ਹੈ ਉਹਨਾਂ ਨੂੰ ਵੀ ਇਨਵਾਈਟ, ਉਹਨਾਂ ਦੀ ਇਕਨੋਮੀ ਬੇਸ ਕਰਦੀ ਹੈ ਇਸ ਚੀਜ਼ ਤੇ, ਕਿਉਂਕਿ ਬਾਹਰੋਂ ਪੈਸਾ ਆਉਂਦਾ, ਉਹਨਾਂ ਨੇ ਅੱਗੋਂ ਹੋਰ ਚੀਜ਼ਾਂ ਕੱਢਣੀਆਂ ਹੀ ਨੇ। ਜਦੋਂ ਅਸੀਂ ਦੇਖਦੇ ਹਾਂ ਕਿ ਕੁਝ ਜੀ ਆਬਜੈਕਸ਼ਨ ਲੱਗਦੇ ਪਏ ਨੇ, ਕੁਝ ਰੁਕਾਵਟਾਂ ਪੈਂਦੀਆਂ ਪਈਆਂ ਨੇ, ਉਹ ਇਸ ਕਰਕੇ ਕਿਉਂਕਿ ਉਹ ਕੀਮਤ ਰਾਈਜ਼ ਕਰਨਾ ਚਾਹੁੰਦੇ ਨੇ।
ਕਿਉਂਕਿ ਸਾਰਾ ਗੇਮ ਉਹਨਾਂ ਦੇ ਹੱਥ ਹੈ ਔਰ ਉਹਨਾਂ ਨੇ ਵੀ ਪਰਸੈਂਟੇਜ ਦੇਖਣੀ ਹੈ ਕਿ ਕਿੰਨੇ ਕੁ ਬੰਦੇ ਇੱਥੇ ਲੈ ਕੇ ਆਉਣੇ ਨੇ ਤਾਂ ਕਿ ਉੱਥੋਂ ਦੇ ਜਿਹੜੇ ਲੋਕਲਸ ਨੇ ਉਹ ਐਜੀਟੇਟ ਨਾ ਕਰਨ, ਉਹ ਕਿਸੇ ਤਰ੍ਹਾਂ ਦੀ ਵਿਰੋਧ ਨਾ ਕਰਨ, ਕਿਉਂਕਿ ਉਹਨਾਂ ਦੀਆਂ ਜੌਬਸ ਜਾਂਦੀਆਂ ਪਈਆਂ ਜਦੋਂ ਇੱਥੋਂ ਦੇ ਲੋਕ ਜੌਬ ਲੈਂਦੇ ਪਏ। ਵੈਸੇ ਅੱਗੇ ਸੁਪਰ ਕੰਟਰੀ ਹੈ, ਦੂਜਾ ਪਤਾ ਕਿ ਅਸੀਂ ਪੈਸਾ ਦੇ ਰਹੇ ਹਾਂ, ਦੀ ਐਮਬੈਸੀ ਨੂੰ ਪੈਸਾ ਜਾ ਰਿਹਾ, ਸਭ ਕੁਝ ਹੈ, ਅਮੀਰ ਬਣਦੇ ਪਏ ਨੇ। ਫਿਰ ਉੱਥੇ ਅਸੀਂ ਜੋ ਖਰੀਦੋ ਫਰੋਖਤ ਕਰਦੇ ਉਹਦਾ ਪੈਸਾ ਜਾ ਰਿਹਾ, ਫਿਰ ਪੜ੍ਹਾਈ ਲਈ ਜਿਹੜਾ ਅਸੀਂ ਆਫਰ ਲੈਟਰ ਉਹਦਾ ਪੈਸਾ ਦੇਵਾਂਗੇ, ਫਿਰ ਅਸੀਂ ਫੀਸਾਂ ਪਹਿਲਾਂ ਐਡਵਾਂਸ ਭਰਾਂਗੇ, ਉਹ ਸਾਰਾ ਪੈਸਾ ਤਾਂ ਇੰਡੀਆ ਦਾ ਜਾ ਰਿਹਾ ਨਾ। ਫਿਰ ਉਸੇ ਕਰਕੇ ਹੈਗਾ ਚਲੋ ਮੁੰਡੇ ਕਮਾਉਂਦੇ ਆ, ਕਈ ਕੁਝ ਕਰਦੇ ਆ, ਬਹੁਤ ਕੁਝ ਖੁਸ਼ਹਾਲ ਤਾਂ ਪੰਜਾਬ ਹੀ ਹੁੰਦਾ। ਜਦੋਂ ਹਰੀ ਕ੍ਰਾਂਤੀ ਆਈ ਹੈ ਤੇ ਇਸੇ ਕਰਕੇ ਕ੍ਰਾਂਤੀ ਹਰੀ ਆਈ ਗਿਆ, ਬਾਹਰਲਾ ਪੈਸਾ ਪੰਜਾਬ 'ਚ ਆ ਗਿਆ, ਪੰਜਾਬ ਦਾ ਜਿਹੜਾ ਸਟੇਟਸ ਸੀ ਪਰ ਕੈਪੀਟਾ ਇਨਕਮ ਸੀ ਉਹ ਉੱਤੇ ਚਲੇ ਗਈ। ਇਹਦੇ ਨਾਲ ਹਰਿਆਣੇ 'ਚ ਕਿਉਂ ਨਹੀਂ ਬਾਅਦ 'ਚ ਸਾਰਾ ਕੁਝ ਹੋਇਆ, ਪਰ ਪੰਜਾਬ ਪਹਿਲਾਂ ਮੋਰੀ ਰਿਹਾ, ਇਸੇ ਕਰਕੇ ਰਿਹਾ ਕਿ ਬਾਹਰ ਰਹਿੰਦੇ ਅਸੀਂ। ਵੈਸੇ ਵੀ ਇੰਡੀਆ ਦੇ ਵਿੱਚ ਪੰਜਾਬ ਤੇ ਹਰਿਆਣਾ ਇਹ ਦੋਵੇਂ ਮੋਰੀ ਨੇ, ਦੋਵੇਂ ਭਰਾ, ਚਾਚੇ ਤਾਏ ਦੇ ਪੁੱਤ ਹੀ ਹੈ। ਹਾਂ, ਚਾਚੇ ਤਾਏ ਦੇ ਵੀ ਨਹੀਂ, ਸਗਾ ਹੀ ਨਹੀਂ, ਸਕੇ ਹੁਣ ਚਾਚੇ ਤਾਏ ਦੇ ਬਣ ਗਏ ਨਾ। ਹਾਂ ਚਲੋ ਅੱਗੇ ਵਧੀਏ। ਸੁਡਾਨ ਦੇ ਵਿੱਚ ਵੀ ਅੰਦਰੂਨੀ ਗੜਬੜ ਹੋ ਰਹੀ ਹੈ, ਉੱਥੇ ਸੈਨਿਕ ਬਲ ਤੇ ਅਰਧ ਸੈਨਿਕ ਬਲ ਆਪਸ 'ਚ ਭਿੜੇ ਹੋਏ ਨੇ, ਉਸ ਕਰਕੇ ਜਿਹੜੇ ਸਾਡੇ ਨਾਗਰਿਕ ਉੱਥੇ ਫਸੇ ਹੋਏ ਨੇ, ਹੋਰ ਵੀ ਵਿਦੇਸ਼ੀ ਨਾਗਰਿਕ ਨੇ, ਉਹਨਾਂ ਨੂੰ ਉੱਥੋਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਔਰ ਪ੍ਰਕਿਰਿਆ ਚੱਲਦੀ ਵੀ ਪਈ ਹੈ ਔਰ ਭਾਰਤ ਦੇ ਰਾਜਦੂਤ, ਭਾਰਤ ਦੀ ਸਰਕਾਰ ਵੀ ਇਸ ਵਿੱਚ ਸਰਗਰਮ ਹੈ ਔਰ ਪੂਰੀ ਤਰ੍ਹਾਂ ਨਾਲ ਸਾਰੀ ਜਾਣਕਾਰੀ PM ਮੋਦੀ ਖੁਦ ਆਪਣੇ ਨਿੱਜੀ ਤੌਰ ਦੇ ਉੱਤੇ ਇਹਦੇ ਉੱਤੇ ਸਕਰੀਏ ਨੇ, ਪੂਰੀ ਤਰ੍ਹਾਂ ਨਾਲ ਉਹ ਕਾਰਵਾਈ ਦੇ ਵਿੱਚ ਇਨਵੋਲਵ ਨੇ। ਇਸ ਵੇਲੇ ਜਿਹੜਾ ਸੁਡਾਨ ਦਾ ਸੰਘਰਸ਼ ਹੈ, ਸੁਡਾਨ ਦੇ ਵਿੱਚ ਜੋ ਪ੍ਰਕਿਰਿਆ ਚੱਲ ਰਹੀ ਹੈ ਲੜਾਈ ਦੀ, ਉਹ ਪੂਰਾ ਅੰਤਰਰਾਸ਼ਟਰੀ ਤੌਰ 'ਤੇ ਮੁੱਦਾ ਬਣ ਗਿਆ, ਕਿਉਂਕਿ ਉਹਦੇ 'ਚ ਬਰਤਾਨੀਆ ਦੇ ਵੀ ਆ ਔਰ ਇੰਗਲੈਂਡ, ਅਮਰੀਕਾ ਦੇ ਲੋਕ ਫਸੇ ਆ ਔਰ ਭਾਰਤ ਦੇ ਤਾਂ ਬਹੁਤ ਜ਼ਿਆਦਾ ਫਸੇ ਆ। ਔਰ ਉਹਨਾਂ ਨੂੰ ਕੱਢਣ ਲਈ ਉਹਨਾਂ ਦੇ ਜਿਹੜੇ ਹੋਮ ਮਿਨਿਸਟਰ, ਉਹਨਾਂ ਨਾਲ ਗੱਲ ਹੋਈ ਆਪਣੇ ਇੰਡੀਆ ਦੇ ਹੋਮ ਮਿਨਿਸਟਰ ਦੀ, ਔਰ ਜਿਹੜੇ ਵਿਦੇਸ਼ ਮੰਤਰੀ ਨੇ ਜੈ ਸ਼ੰਕਰ ਜੀ, ਉਹਨਾਂ ਦੀ ਵੀ ਗੱਲਬਾਤ ਹੋਈ ਆ, ਪਰ ਉਹ ਮੰਨ ਗਿਆ ਕਿ ਅਸੀਂ ਇਹਦੇ ਲਈ ਪੂਰੇ ਤਤਪਰ ਤਿਆਰ ਹਾਂ ਔਰ ਸਾਡੇ ਜਹਾਜ਼ ਵੀ ਰੈਡੀ ਆ, ਜਿਹੜੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਬਿਠਾਵਾਂਗੇ, ਸਿਕਿਉਰਿਟੀ ਨਹੀਂ ਦੇਵਾਂਗੇ। ਸਿਕਿਉਰਿਟੀ ਤਾਂ ਆਪੋ ਵਿੱਚ ਭਿੜ ਗਈ ਹੈ ਨਾ, ਉਹਨਾਂ ਦੇ ਤਾਂ ਆਪੋ ਵਿੱਚ ਲੜਾਈ ਝਗੜਾ ਚੱਲ ਪਿਆ, ਜਹਾਜ਼ ਤਿਆਰ ਉਹਨਾਂ ਦੇ, ਬਾਈ ਏਅਰ ਬਾਈ ਸ਼ਿਪ ਵੀ ਆ ਰਹੇ ਆ ਜਿਨ੍ਹਾਂ ਨੇ ਉੱਧਰੋਂ ਆਉਣਾ। ਔਰ ਉਹਦੇ ਵਿੱਚ ਰਾਜਦੂਤ ਜਿਹੜੇ ਸਾਡੇ ਇੱਥੇ ਬੈਠੇ ਸੀਗੇ, ਐਮਬੈਸੀ ਸੀ, ਸਾਰਾ ਕੁਝ ਸੀਗਾ, ਉਹ ਵੀ ਉਹਨਾਂ ਨੇ ਉੱਥੋਂ ਕੱਢ ਦਿੱਤੀ ਆ, ਉਹ ਵੀ ਉੱਥੋਂ ਆਉਣਗੇ, ਕਿਉਂਕਿ ਸਿਕਿਉਰਿਟੀ ਦੇ ਲਈ ਹੈਗਾ ਕਿ ਬਚ ਜਾਣ। ਉਹਦੇ ਵਿੱਚ ਪੰਜਾਬ ਗੌਰਮੈਂਟ ਨੇ ਵੀ ਉਹਦੇ 'ਚ ਆਪਣਾ ਹਿੱਸਾ ਪਾਇਆ। ਉਹਨਾਂ ਨੇ ਗੱਲ ਕੀਤੀ ਕਿ ਜਿਹੜੇ ਲੋਕ ਪੰਜਾਬ ਦੇ ਬੈਠੇ ਨੇ ਉਹਨਾਂ ਨੂੰ ਫੌਰੀ ਤੌਰ 'ਤੇ ਪੰਜਾਬ ਭੇਜਿਆ ਜਾਵੇ, ਸੁਰੱਖਿਅਤ ਤੌਰ 'ਤੇ ਭੇਜਿਆ ਜਾਵੇ। ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਗੱਲ ਜਿਹੜੀ ਹੈਗੀ ਆ ਕਿ ਲੋਕਾਂ ਨੂੰ ਜਾਨ ਮਾਲ ਦੀ ਰਾਖੀ ਜਿਹੜੀ ਕਰਨ ਲਈ ਸਰਕਾਰ ਦਾ ਮੂਲ ਮੁੱਦਾ ਹੁੰਦਾ, ਸਰਕਾਰ ਨੇ ਸਾਰਾ ਕੁਝ ਕਰਨਾ। ਔਰ ਕੇਵਲ ਇੰਡੀਆ ਹੀ ਨਹੀਂ, ਇੰਡੀਆ ਤੋਂ ਇਲਾਵਾ ਬਾਕੀ ਦੇਸ਼ਾਂ ਦੇ ਲੋਕ ਵੀ ਉੱਥੇ ਫਸੇ ਪਏ ਆ, ਕਿਉਂਕਿ ਲੋਕਾਂ ਨੂੰ ਹੁਣ ਉੱਥੇ ਆਪਣੀ ਜਾਨ ਬਚਾਉਣ ਦੀ ਪੈ ਗਈ। ਜਿਸ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਨੇ ਹਮਲਾ ਕੀਤਾ, ਲੜਾਈ ਕੀਤੀ ਸੀ, ਬੜਾ ਕੁਝ ਹੋਇਆ। ਫਿਰ ਆ ਗਈ ਸੈਕੰਡ ਗੱਲ, ਤਾਲਿਬਾਨ ਨੇ ਜਦੋਂ ਉੱਥੇ ਸੰਘਰਸ਼ ਕੀਤਾ ਆਪਣਾ ਰਾਜਗੱਦੀ ਸੰਭਾਲਣ ਲਈ, ਉਦੋਂ ਰਾਸ਼ਟਰਪਤੀ ਤੇ ਦੌੜ ਗਿਆ। ਉਦੋਂ ਬਾਅਦ ਤੇ ਲੋਕ, ਬੱਚੇ, ਬੁੜੇ ਵਿਚਾਰੇ ਬੜੇ ਤਰਾਸਦੇ ਰਹੇ ਔਰ ਜਹਾਜ਼ਾਂ 'ਤੇ ਚੜ੍ਹਦੇ ਰਹੇ। ਇੰਡੀਆ ਨੇ ਬਾਂਹ ਫੜੀ, ਇੰਡੀਆ ਨੇ ਉੱਥੋਂ ਦੇ ਬੁਲਾ ਲਏ, ਕੁਛ ਉੱਥੋਂ ਦੇ ਪਸ਼ਾਵਰ ਤੋਂ ਤਾਂ ਦੂਜੇ ਏਰੀਆ ਤੋਂ ਲੋਕ ਭੱਜੇ ਵੀ ਆ, ਸਿੱਖ ਫੈਮਿਲੀ ਸੀਗੀਆਂ ਜਿਹੜੀ ਦਿੱਲੀ ਆ ਕੇ ਸ਼ਰਨਾਰਥੀ ਤੌਰ 'ਤੇ ਆ ਗਏ ਔਰ ਉਹਨਾਂ ਦੀ ਬੜੀ ਵੈਲਕਮ ਕੀਤਾ ਇੰਡੀਅਨ ਸਰਕਾਰ ਨੇ। ਇਹ ਜਿਹੜਾ ਕੰਮ ਆ, ਇਹ ਇਸ਼ੂ ਜਿਹੜੇ ਹੈਗੇ ਖਾਸ ਤੌਰ 'ਤੇ ਅੰਤਰਰਾਸ਼ਟਰੀ ਤੌਰ 'ਤੇ ਹੁੰਦੇ ਰਹਿੰਦੇ ਆ। ਬੰਗਲਾਦੇਸ਼ ਦੇ ਸ਼ਰਨਾਰਥੀ ਕਿੰਨੇ ਆ ਗਏ ਸੀ, ਜਿਹਦੇ ਵਿੱਚ ਭਾਰਤ 'ਤੇ ਜਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀਗੀ ਦੇਸ਼ ਦੀ। ਇਹ ਹੁਣ ਸੁਡਾਨ ਵਾਲਾ ਮਸਲਾ ਇਸ ਵੇਲੇ ਬੜਾ ਭਖਿਆ ਔਰ ਇਹਦੇ ਵਿੱਚ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਲਈ ਸਾਰੀਆਂ ਸਰਕਾਰਾਂ ਇਕਜੁੱਟ ਹੋ ਗਈਆਂ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਬਚਾ ਲਈਏ, ਬਾਕੀ ਹਮਲੇ ਤੇ ਇਹਨਾਂ ਦੀ ਅੰਦਰੂਨੀ ਲੜਾਈ ਹੈ, ਇਹ ਆਪੇ ਸਮਝਣ, ਕਰਨ ਨਾ ਕਰਨ, UN ਨੂੰ ਇਨਵਾਲਵ ਹੁੰਦੀ ਜਾਂ ਨਹੀਂ ਹੁੰਦੀ, ਪਰ ਆਪ ਪਹਿਲਾਂ ਆਪਣੇ ਲੋਕਾਂ ਨੂੰ ਬਚਾਓ। ਉੱਥੇ ਕੁਛ ਬੱਚੇ ਵੀ ਗਏ ਆ ਕੰਮ ਕਰਨ ਲਈ, ਬਿਲਕੁਲ ਹੈ, ਉਹਨਾਂ ਨੂੰ ਸਾਰਿਆਂ ਨੂੰ ਬੁਲਾਵਾ ਆ ਗਿਆ ਕਿ ਆ ਜਾਓ। ਹੁਣ ਨੈਚੁਰਲੀ ਹੁਣ ਪਹਿਲਾਂ ਯੂਕਰੇਨ ਵਿੱਚ ਵੀ ਇਦਾਂ ਹੀ ਹੋਇਆ ਸੀ, ਸਟੂਡੈਂਟ ਸਾਡੇ ਗਏ ਹੋਏ ਨੇ, ਉਹ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ ਜਦੋਂ ਕਿਤੇ ਜਾ ਕੇ ਸਾਡਾ ਕੋਈ ਇੱਥੋਂ ਦਾ ਨਾਗਰਿਕ ਫਸ ਜਾਂਦਾ, ਇਦਾਂ ਦੀ ਮੁਸੀਬਤ ਆ ਜਾਂਦੀ ਹੈ। ਤਾਂ ਗਵਰਨਮੈਂਟ ਵਾਸਤੇ ਵੀ ਮੁਸੀਬਤ ਹੁੰਦੀ, ਕਿਉਂਕਿ ਲੜਾਈ ਆਪਣੇ ਅੰਦਾਜ਼ ਨਾਲ ਚੱਲ ਰਹੀ, ਸੰਘਰਸ਼ ਆਪਣੇ ਅੰਦਾਜ਼ ਨਾਲ ਚੱਲ ਰਹੇ ਨੇ। ਉਹਨਾਂ ਨੇ ਨਹੀਂ ਪਰਵਾਹ ਕਰਨੀ ਕੋਈ ਮਰਦਾ ਤੇ ਕੋਈ ਜਿਉਂਦਾ, ਉਹਨਾਂ ਨੇ ਤਾਂ ਆਪਣੀ ਜਿਹੜੀ ਆਪਸ ਦੇ ਵਿੱਚ ਝਗੜਾ ਹੈ ਉਹ ਉਹਨਾਂ ਨੇ ਪੂਰਾ ਕਰਨਾ, ਨਿਪਟਾਉਣਾ ਉਹਨਾਂ ਨੇ। ਤੇ ਚਾਹੇ ਜੰਗ ਹੋਵੇ ਚਾਹੇ ਵੈਸੇ ਸੰਘਰਸ਼ ਹੋਵੇ, ਮੁਸੀਬਤ ਹੁੰਦੀ ਹੈ ਗਵਰਨਮੈਂਟਸ ਵਾਸਤੇ ਕਿ ਆਪਣੇ ਨਾਗਰਿਕਾਂ ਨੂੰ ਸਹੀ ਸਲਾਮਤ ਕਿਵੇਂ ਕੱਢਣਾ, ਕਿਉਂਕਿ ਇੱਧਰੋਂ ਵੀ ਪੋਲੀਟੀਕਲ ਪ੍ਰੈਸ਼ਰਸ ਨੇ, ਇੱਧਰੋਂ ਸਮਾਜਿਕ ਪ੍ਰੈਸ਼ਰਸ ਵੀ ਹੁੰਦੇ ਨੇ, ਕਿਉਂਕਿ ਉਹਨਾਂ ਬੱਚਿਆਂ ਦੇ ਮਾਂ-ਬਾਪ, ਉਹਨਾਂ ਪਰਿਵਾਰਾਂ ਦੇ ਸਦੱਸ ਜਿਹੜੇ ਇੱਥੋਂ ਦੇ ਮੈਂਬਰਸ ਨੇ ਉਹ ਪ੍ਰੈਸ਼ਰਾਈਜ਼ ਕਰਦੇ ਨੇ। ਆਫ ਕੋਰਸ ਉਹਨਾਂ ਨੇ ਕਰਨਾ ਹੀ ਕਰਨਾ। ਸੋ ਗੱਲ ਇਹ ਹੁੰਦੀ ਹੈ ਕਿ ਇਹ ਸੰਘਰਸ਼ ਕਈ ਵਾਰ ਮਹਿੰਗੇ ਵੀ ਪੈਂਦੇ ਨੇ, ਕੂਟਨੀਤਿਕ ਤੌਰ ਦੇ ਉੱਤੇ ਵੀ ਕਈ ਵਾਰ ਇੱਕ ਦੇਸ਼ ਨੂੰ ਦੂਜੇ ਦੇਸ਼ ਦੇ ਖਿਲਾਫ ਵੀ ਕੋਈ ਕਦਮ ਚੁੱਕਣਾ ਪੈ ਜਾਂਦਾ ਹੈ, ਕਈ ਵਾਰ ਕੁਝ ਬੋਲਣਾ ਵੀ ਪੈ ਜਾਂਦਾ ਹੈ। ਸੋ ਕਿਤੇ ਨਾ ਕਿਤੇ ਕੂਟਨੀਤਿਕ ਸੰਬੰਧ ਵੀ ਸਾਡੀ ਫੋਰਨ ਪਾਲਿਸੀ ਦੇ ਮੁਤਾਬਿਕ ਵੀ ਸਾਨੂੰ ਦੇਖਣੇ ਪੈਂਦੇ ਨੇ, ਤੇ ਨਾਲ ਆਪਣੇ ਬੱਚਿਆਂ ਨੂੰ, ਨਾਲ ਆਪਣੇ ਲੋਕਾਂ ਨੂੰ ਸੇਫਲੀ ਉੱਥੋਂ ਕੱਢਣਾ ਵੀ ਪੈਂਦਾ। ਔਰ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਵੀ ਨਾਗਰਿਕ ਦੀ ਜਾਨ ਨਾ ਜਾਵੇ। ਸੋ ਇਹ ਕਾਫੀ ਜਿਹੜੀ ਹੈ ਨਾ ਟੇਡੀਅਸ, ਜਿਹਨੂੰ ਆਪਾਂ ਕਹਿੰਦੇ ਹਾਂ, ਕਾਫੀ ਟੇਢੀ ਖੀਰ ਹੋ ਜਾਂਦੀ ਹੈ, ਗੁੰਝਲਦਾਰ ਮਸਲਾ ਬਣ ਜਾਂਦਾ ਨਾ। ਬਿਲਕੁਲ। ਸੋ ਅੱਗੇ ਵਧਦੇ ਹਾਂ ਆਪਾਂ, ਹੁਣ ਰਾਹੁਲ ਗਾਂਧੀ ਵੱਲ ਆਈਏ। ਜ਼ਰੂਰ।
ਕਹਿੰਦੇ ਨੇ ਸੱਚ ਬੋਲਣ ਦੀ ਕੀਮਤ ਤਾਰਦਾ ਪਿਆ ਤੇ ਅੱਗੇ ਵੀ ਮੈਂ ਮਿਹਨਤ ਕਰਦਾ ਰਵਾਂਗਾ, ਸੱਚ ਬੋਲਦਾ ਰਵਾਂਗਾ, ਭਾਵੇਂ ਕੋਈ ਵੀ ਕੀਮਤ ਤਾਰਨੀ ਪਵੇ। ਹੁਣ ਉਹਨਾਂ ਨੂੰ ਆਪਣਾ ਉਹ ਬੰਗਲਾ ਖਾਲੀ ਕਰਨਾ ਪੈ ਗਿਆ ਕਿਉਂਕਿ ਉਹਨਾਂ ਕੋਲ ਸਟੇਟਸ ਨਹੀਂ ਰਹਿ ਗਿਆ MP ਦਾ, ਕਿਉਂਕਿ ਉਹ ਸਾਨੂੰ ਪਤਾ ਹੀ ਹੈ ਜੋ ਕੇਸ ਹੋਇਆ ਹੈ ਉਹਨਾਂ ਦੇ ਖਿਲਾਫ, ਜੋ ਕਾਨੂੰਨੀ ਕਾਰਵਾਈ ਚੱਲਦੀ ਪਈ ਹੈ, ਤਾਂ ਉਸ ਤੋਂ ਬਾਅਦ ਉਹਨਾਂ ਨੇ ਉਹ ਖਾਲੀ ਕਰ ਦਿੱਤਾ ਬੰਗਲਾ ਔਰ ਚਾਬੀਆਂ ਸੌਂਪ ਦਿੱਤੀਆਂ ਨੇ, ਚਾਬੀਆਂ ਦੇ ਦਿੱਤੀਆਂ ਨੇ ਨਾ। ਹੁਣ ਆਪਣੇ ਮਾਤਾ ਜੀ ਕੋਲ ਰਹਿਣ ਵਾਸਤੇ ਚਲੇ ਗਏ ਨੇ। ਔਰ ਕੱਲ ਮੈਂ ਉਹਨਾਂ ਦੀ ਵੀਡੀਓਜ਼ ਦੇਖ ਰਿਹਾ ਸੀ, ਕਾਫੀ ਇਮੋਸ਼ਨਲ ਸੀਗੇ, ਜਿਸ ਤਰ੍ਹਾਂ ਸਾਰੇ ਸਟਾਫ ਨੂੰ ਮਿਲ ਰਹੇ ਨੇ, ਜੋ ਉੱਥੇ ਉਹਨਾਂ ਦਾ ਖਾਣਾ ਬਣਾਉਣ ਵਾਲੇ, ਮਾਲੀ ਵਗੈਰਾ, ਜੋ ਸਾਰੇ ਸਰਵਿਸ ਸੀ ਉਹਨਾਂ ਦੇ ਨਾਲ, ਉਹਨਾਂ ਸਭ ਨੂੰ ਇਮੋਸ਼ਨਲੀ ਮਿਲਦੇ ਪਏ ਨੇ ਔਰ ਚਾਬੀਆਂ ਫੜਾਉਂਦੇ ਪਏ ਨੇ ਔਰ ਸ਼ੇਕ ਹੈਂਡ ਕਰਦੇ ਪਏ ਨੇ। ਉਹ ਚਿਹਰਾ ਦੇਖਣ ਵਾਲਾ ਸੀ, ਅੱਖਾਂ ਦੇਖਣ ਵਾਲੀਆਂ ਸੀ। ਇਮੋਸ਼ਨਲ ਬੰਦਾ ਹੋ ਹੀ ਜਾਂਦਾ ਜਦੋਂ ਕਾਫੀ ਦੇਰ ਇੱਕ ਥਾਂ ਤੇ ਰਿਹਾ ਹੋਵੇ। ਇਹ ਮਸਲਾ ਵੈਸੇ ਬੜਾ ਟੇਢਾ ਮਸਲਾ ਵੀ, ਇਹਦੇ ਵਿੱਚ ਇਹ ਸੂਰਤ ਜੇਲ੍ਹ ਹੈ ਗੁਜਰਾਤ ਦੀ, ਜਿਹੜੀ ਸੈਸ਼ਨ ਕੋਰਟ ਹੈ, ਸੈਸ਼ਨ ਕੋਰਟ, ਉਹਦੇ 'ਚ ਇਹ ਮਸਲਾ ਚੱਲ ਰਿਹਾ ਸੀ ਉਹਨਾਂ ਦਾ। ਪਰ ਉਹਦੇ ਵਿੱਚ ਉਹਨੂੰ ਉਹਨਾਂ ਨੇ ਜ਼ਮਾਨਤ ਜਿਹੜੀ ਸੀ ਜਾਂ ਉਹਦਾ ਇਹਨਾਂ ਦਾ ਮਸਲਾ ਸੀਗਾ, ਜੱਜ ਕਾ ਉਹਨੂੰ ਰੱਦ ਕਰ ਦਿੱਤਾ। ਉਹਦੇ ਵਿੱਚ 2 ਸਾਲ ਦੀ ਤਾਂ ਇਹਨਾਂ ਨੂੰ ਸਜ਼ਾ ਹੋਈ ਸੀ ਔਰ ਇਹਨਾਂ ਦੇ ਵਿੱਚ ਜਿਹੜੀ MP ਦੇ ਤੌਰ ਤੇ ਇਹਨਾਂ ਦੀ ਬਰਖਾਸਤ ਕਰਤੀ ਪਦਵੀ, ਔਰ ਇਹਦਾ ਜਿਹੜਾ ਇਹਨਾਂ ਦੀ ਰਿਹਾਇਸ਼ ਸੀ ਉਹਦੀਆਂ ਵੀ ਚਾਬੀਆਂ ਇਹਨਾਂ ਕੋਲ ਲਈਆਂ ਗਈਆਂ। ਚਾਬੀਆਂ ਇਹਨਾਂ ਨੇ ਸੌਂਪਤੀਆਂ ਕੱਲ੍ਹ। ਚਾਬੀਆਂ ਸੌਂਪਣ ਤੋਂ ਬਾਅਦ ਇਹਨਾਂ ਨੇ ਬੜੇ, ਤੁਹਾਡੀ ਗੱਲ ਭਾਵਕ ਹੋਏ ਔਰ ਇਹਨਾਂ ਨੇ ਕਿਹਾ ਕਿ ਸੱਚ ਬੋਲਣ ਦਾ ਇਹੀ ਸਿੱਟਾ ਹੁੰਦਾ। ਜੇ ਮੈਂ ਪਾਰਲੀਮੈਂਟ 'ਚ ਜਾ ਕੇ ਸੱਚ ਬੋਲਿਆ ਕਿ ਲੋਕਤੰਤਰ ਹੈ ਜਾਂ ਸੰਵਿਧਾਨ ਆ, ਉਹਦੀ ਜਿਹੜੀ ਭੂਮਿਕਾ ਉਹਨੂੰ ਨਹੀਂ ਨਿਭਾਇਆ ਜਾ ਰਿਹਾ। ਜਿਸ ਤਰ੍ਹਾਂ ਹਰ ਨਾਗਰਿਕ ਨੂੰ ਇਹ ਅਧਿਕਾਰ ਆ ਕੋ ਆਪਣਾ ਜਿਹੜਾ ਭਾਵ ਆ, ਆਪਣੀ ਜਿਹੜੀ ਉਹ ਗੱਲ ਆ, ਉਹ ਸਾਹਮਣੇ ਲੋਕਾਂ ਦੇ ਰੱਖੇ, ਬੋਲਣ ਦੀ ਆਜ਼ਾਦੀ ਉਹਨੂੰ, ਉਹ ਬੋਲ ਸਕਦਾ ਔਰ ਸ਼ਰੇਆਮ ਜੋ ਕੁਝ ਕਹਿਣਾ ਚਾਹੁੰਦਾ ਕਰ ਸਕਦਾ। ਇਹ ਸੰਵਿਧਾਨ ਦਾ ਇੱਕ ਧਾਰਾ ਹੈਗੀ ਆ। ਜਿੱਥੇ ਫਰਜ਼ ਤੇ ਅਧਿਕਾਰਾਂ ਦੀ ਲੰਘਣਾ ਹੁੰਦੀ ਆ, ਉੱਥੇ ਕਹਿੰਦੇ ਕਿ ਮੈਨੂੰ ਬੋਲਣਾ ਪਿਆ ਔਰ ਉਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਜੋ ਮੈਂ ਮਸਲਾ ਰੱਖਿਆ ਸੀਗਾ ਉਹਦੇ 'ਤੇ ਕੋਈ ਤਵੱਜੋ ਨਹੀਂ ਦਿੱਤੀ। ਦੂਜੀ ਗੱਲ ਉਹਨਾਂ ਨੇ ਕਿਹਾ ਕਿ ਜੇ ਮੇਰੇ ਕੋਲ ਲਿਆ ਵਾ, ਜਿਹੜੀ ਮੇਰੀ ਰਿਹਾਇਸ਼ ਆ ਉਹ ਲੋਕਾਂ ਦੀ ਰਿਹਾਇਸ਼ ਹੈ, ਲੋਕਾਂ ਨੇ ਦਿੱਤੀ ਹੈ, ਜਿਹੜਾ ਮੇਰਾ ਆਪਣਾ ਘਰ ਹੈਗਾ। ਜੇ ਇਹ ਵੀ ਖੋਲਣਗੇ ਤਾਂ ਫਿਰ ਮੈਂ ਆਪਣੀ ਮਾਂ ਦੇ ਘਰ ਚੱਲ ਜਾਊਂਗਾ, ਜਿੱਥੇ ਮੈਂ ਜੰਮਿਆ ਪਲਿਆ ਹੈਗਾ, ਜਨਪਥ ਰੋਡ 'ਤੇ ਹੈਗਾ, ਜਿੱਥੇ ਸੋਨੀਆ ਗਾਂਧੀ ਰਹਿ ਰਹੀ ਹੈ, ਮੈਂ ਉਹ ਦੇ ਸਕਦਾ। ਪਰ ਉਹਦੇ ਵਿੱਚ ਕੁਝ ਪਾਰਟੀਆਂ ਦੇ ਲੋਕਾਂ ਨੇ ਵੀ ਭਾਗਵਤਾ ਦਿਖਾਈ ਆ, ਉਹ ਵੀ ਭਾਵੁਕ ਹੋ ਗਏ। ਉਹਨਾਂ ਨੇ ਕੁਝ ਜਿਹੜੀ ਆਪਣੀ ਪ੍ਰਾਪਰਟੀ ਸੀ ਉਹ ਇਹਦੇ ਨਾਂ 'ਤੇ ਕਰ ਦਿੱਤੀ, ਜਿੱਥੇ ਜਿੱਥੇ ਰਿਹਾਇਸ਼ ਸੀ ਉਹਨਾਂ ਦੇ ਬੰਗਲੇ ਸੀਗੇ, ਉਹਦੇ ਨਾਂ 'ਤੇ ਸੌਂਪ ਕੇ ਉਹਨਾਂ ਲਿਖਤਾ ਇਹਦੇ ਜਿਹੜੇ ਪ੍ਰਾਪਰਟੀ ਦੇ ਮਾਲਕ ਨੇ ਉਹ ਰਾਹੁਲ ਗਾਂਧੀ ਜੀ ਹੈ। ਇਹਨਾਂ ਦੇ ਵਿੱਚ ਕਿ ਬੜੀ ਮੁਹਿੰਮ ਜਾਰੀ ਹੋ ਗਈ ਹੈ ਔਰ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਮੈਂ ਤਾਂ ਸਿਰਫ ਇਹ ਕਿਹਾ ਸੀਗਾ ਹਿਡਨਬਰਗ ਰਿਪੋਰਟ ਜਿਹੜੀ ਹੈਗੀ ਆ ਉਹਨੂੰ ਥੋੜ੍ਹਾ ਸਾਹਮਣੇ ਲਿਆਂਦਾ ਜਾਵੇ, ਲੋਕਾਂ ਨੂੰ ਪਤਾ ਲੱਗੇ, ਉਹ ਡਿਸਕਸ ਕਰੀਏ ਪਾਰਲੀਮੈਂਟ ਦੇ ਵਿੱਚ। ਕਹਿੰਦੇ ਜਿਹਦੇ ਵਿੱਚ ਉਹਨੂੰ ਤਾਂ ਉਹਨਾਂ ਨੇ ਇੱਕ ਪਟਾਰੀ 'ਚ ਪਾ ਲਿਆ, ਉੱਤੇ ਢੱਕਣ ਦੇ ਦਿੱਤਾ, ਉਹਨੂੰ ਤਾਂ ਨਹੀਂ ਉੱਪਰ ਦਿੱਤਾ ਵੀ ਇਹਦੀ ਭਾਫ ਨਾ ਨਿਕਲੇ, ਜਿਹੜਾ ਭੇਦ ਦਾ ਨਾ ਖੁੱਲ੍ਹੇ। ਜਦੋਂ ਮੈਂ ਇਹਦਾ ਮਸਲਾ ਲਿਆ ਤੇ ਕਹਿੰਦਾ ਮੈਨੂੰ ਬਟੇਨ ਵਾਲਾ ਗੱਲ ਯਾਦ ਕਰਾਤੀ ਕਿ ਤੁਸੀਂ ਲੋਕਤੰਤਰ ਦੇ ਉਲਟ ਬੋਲੇ ਜੇ। ਕਹਿੰਦਾ ਮੈਂ ਇਹਨਾਂ ਨੇ ਕਿਹਾ ਪਰਸਨਲ ਤੌਰ 'ਤੇ ਮੈਂ ਉਲਟ ਨਹੀਂ ਬੋਲਿਆ ਉੱਤੇ, ਮੈਂ ਤਾਂ ਤਾਕੀਦ ਕੀਤੀ ਹੈ ਕਿ ਜੇ ਅਸੀਂ ਪਾਰਲੀਮੈਂਟ ਦੇ ਵਿੱਚ ਬੈਠਦੇ ਹਾਂ ਜਾਂ ਹਿੰਦੁਸਤਾਨ ਦੇ ਜਿਹੜੀ ਆਜ਼ਾਦ ਦੇਸ਼ ਦੀ ਭੂਮਿਕਾ ਨਿਭਾ ਰਹੇ ਤਾਂ ਸਾਨੂੰ ਚੱਜ ਨਾਲ ਬੋਲਣਾ ਚਾਹੀਦਾ ਵਾ, ਅਤੇ ਜੋ ਅਸੀਂ ਕਹਿਣਾ ਚਾਹੁੰਦੇ ਪਾਰਲੀਮੈਂਟ 'ਚ ਬੋਲਣਾ ਚਾਹੀਦਾ। ਕਹਿੰਦਾ ਉੱਥੇ ਗੁੱਥਮ ਗੁੱਥਾ ਨਹੀਂ ਹੋਣਾ ਚਾਹੀਦਾ। ਔਰ ਇਹ ਸਾਰਾ ਕੁਛ ਇਹ ਕਹਿੰਦੇ ਇੱਕ ਇਹਦੇ ਆਲੋਚਨਾ ਜਿਹੜੀ ਕੀਤੀ ਉਹਨਾਂ ਨੇ, ਇਹਨਾਂ ਦੇ ਖੜਕੇ ਸਾਹਿਬ ਜਿਹੜੇ ਪ੍ਰਧਾਨ ਨੇ, ਉਹਨਾਂ ਨੇ ਕਹਿਤਾ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਅਸੀਂ ਦੱਸਾਂਗੇ ਕਿ ਕੀ ਪਾਰਟੀ ਆ ਔਰ ਕੀ ਰੂਲਿੰਗ ਪਾਰਟੀ ਕਰਦੀ ਆ, ਔਰ ਲੋਕਾਂ ਦੇ ਜ਼ਰੀਏ ਦੱਸਾਂਗੇ ਲੋਕਤੰਤਰ ਦਾ ਜਿਹੜੀ ਮਾਧਿਅਮ ਆ ਉਹ ਕੀ ਹੈਗਾ, ਉਹ ਮਾਧਿਅਮ ਦੇ ਰਾਹੀਂ ਅਸੀਂ ਦੱਸਾਂਗੇ ਕਿ ਆਹ ਹੈ ਲੋਕਤੰਤਰ, ਇਹ ਲੋਕ ਚਾਹੁੰਦੇ ਨੇ। ਅਤੇ ਜੋ ਅਸੀਂ ਚਾਹੁੰਦੇ ਸੀਗੇ, ਜੋ ਸਾਡੀ ਭਾਰਤ ਜੋੜੋ ਯਾਤਰਾ ਦੇ ਵਿੱਚ ਅਸੀਂ ਕੀਤਾ, ਉਹਨੂੰ ਜਿਹੜੀ ਚੰਗੇ ਤਰੀਕੇ ਨਾਲ ਪ੍ਰਤੀਕਿਰਿਆ ਮਿਲ ਗਈ ਆ, ਲੋਕਾਂ ਵੱਲੋਂ ਰਿਐਕਸ਼ਨ ਅੱਛਾ ਮਿਲ ਗਿਆ। ਇਹ ਕਹਿੰਦੇ ਵੋਟਾਂ ਦੱਸਣਗੇ, ਅਸੀਂ ਕਿਸੇ ਨਾਲ ਲੜਾਂਗੇ ਨਹੀਂ, ਕਿਉਂਕਿ ਵੀ ਸਿਆਣੇ ਲੋਕ ਬੰਦੇ ਹੈਗੇ ਆ ਪ੍ਰਧਾਨ ਨੇ। ਔਰ ਇਹ ਮਸਲਾ ਦਿਨੋਂ ਦਿਨ ਉਲਝਦਾ ਜਾ ਰਿਹਾ, ਉਲਝਦੇ ਜਾਣ ਕਰਕੇ, ਕਿਉਂਕਿ ਉਹਨਾਂ ਨੇ ਹੁਣ ਹਾਈ ਕੋਰਟ 'ਚ ਜਾਣ ਦੀ ਤਜਵੀਜ਼ ਬਣਾ ਲਈ ਹੈ। ਇਹਨਾਂ ਦੇ ਵਕੀਲਾਂ ਨੇ ਕਹਿਤਾ ਕਿ ਅਗਲਾ ਫੈਸਲਾ ਹਾਈ ਕੋਰਟ ਕਰੂਗੀ, ਹਾਈ ਕੋਰਟ ਨਹੀਂ ਕਰੂਗੇ ਫਿਰ ਕਹਿੰਦੇ ਸਿਖਰਲੀ ਅਦਾਲਤ ਜਾਵਾਂਗੇ, ਸੁਪਰੀਮ ਕੋਰਟ ਜਿਹੜੀ ਸਾਡੀ ਇੱਥੋਂ ਦੀ ਕੋਰਟ ਆ ਉਹਦੇ ਵਿੱਚ ਜਾਵਾਂਗੇ। ਇਹ ਮਸਲਾ ਦਿਨੋਂ ਦਿਨ ਜਿਹੜਾ ਇਹ ਲੱਸੀ ਨਹੀਂ ਰਿੜਕ ਰਿਹਾ, ਇਹ ਪਾਣੀ ਰਿੜਕ ਰਿਹਾ, ਉਹਦੇ ਵਿੱਚੋਂ ਪਾਣੀ 'ਚੋਂ ਕੀ ਨਿਕਲਣਾ, ਪਾਣੀ 'ਚ ਮਧਾਣੀ ਪਾਈ ਹੋਈ ਹੈ। ਔਰ ਇਹਦੇ ਨਾਲ ਜੁੜਦਾ ਆਪਾਂ ਦੂਸਰਾ ਮਸਲਾ ਵੀ ਦੇਖੀਏ ਨਾ, ਉਹ ਸਤਿਆਪਾਲ ਮਲਿਕ ਜੀ ਦਾ, ਜੋ ਜੰਮੂ ਐਂਡ ਕਸ਼ਮੀਰ ਦੇ ਆਖਰੀ ਗਵਰਨਰ, ਕੁਝ ਦਿਨ ਪਹਿਲਾਂ ਉਹਨਾਂ ਦੀ ਇੰਟਰਵਿਊ ਕਾਫੀ ਵਾਇਰਲ ਹੋਈ ਹੈ। ਉਹਦੇ ਵਿੱਚ ਵੀ ਉਹਨਾਂ ਨੇ ਜਦੋਂ ਗਵਰਨਰ ਸੀਗੇ ਤੇ ਕੁਝ ਗੱਲਾਂ ਬੋਲੀਆਂ ਨੇ, ਤੇ ਹੁਣ ਉਹਨਾਂ ਦੇ ਉੱਤੇ ਵੀ ਜੋ ਸਾਰਾ ਮਾਹੌਲ ਬਣਿਆ ਹੋਇਆ, ਜਿੱਦਾਂ ਪੋਲੀਟੀਕਲ ਪੰਡਿਤ ਕਹਿ ਰਹੇ ਨੇ, ਜੋ ਪੋਲੀਟੀਕਲ ਐਕਸਪਰਟਸ ਨੇ, ਕਿ ਉਹਨਾਂ ਉੱਤੇ ਵੀ ਪ੍ਰੈਸ਼ਰ ਹੈ। ਹੁਣ ਉਹ ਵੀ ਪ੍ਰੈਸ਼ਰ ਦੇ ਅੰਡਰ ਨੇ ਔਰ ਕਈ ਲੋਕ ਉਹਨਾਂ ਦੀ ਮਤਲਬ ਇੱਕ ਸਪੋਰਟ ਵਿੱਚ ਵੀ ਆਏ ਨੇ। ਹੁਣ ਉਹ ਵੀ ਇੱਕ ਮਸਲਾ ਹੈ। 28 ਤਰੀਕ ਨੂੰ ਸ਼ਾਇਦ ਉਹਨਾਂ ਨੂੰ ਬੁਲਾਇਆ ਗਿਆ ਹੈ CBI ਵੱਲੋਂ ਕਿਸੇ ਕੇਸ ਦੇ ਵਿੱਚ ਪੁੱਛਗਿੱਛ ਕਰਨ ਵਾਸਤੇ। ਬਿਲਕੁਲ ਸਹੀ ਗੱਲ, ਉਹਦੇ ਤੇ ਉਹਨਾਂ ਦੇ ਵੀ ਇਹੀ ਚੱਲਣੀ ਹੈ ਭਾਰਤ, ਜੋ ਰਾਹੁਲ ਗਾਂਧੀ ਤੇ ਜਾਂ ਉੱਤੇ ਹੈਗਾ, ਉੱਤੇ ਕੋਈ ਦੋਸ਼ ਮੜਿਆ ਜਾਊਗਾ, ਦੋਸ਼ ਮੜਨ ਤੋਂ ਬਾਅਦ ਉਹਨਾਂ ਦੀ ਜਿਹੜੀ ਪਦਵੀ ਦਾ ਵੀ ਖਾਰਜ ਕੀਤੀ ਜਾਊਗੀ, ਉਦੋਂ ਬਾਅਦ ਉਹਨਾਂ ਨੂੰ ਸਜ਼ਾ ਵੀ ਕੀਤੀ ਜਾਊਗੀ। ਸਿਰਫ ਪੈਟਰਨ ਹੀ ਹੋਊਗਾ,
ਜਿਹੜਾ ਰੂਲਿੰਗ ਪਾਰਟੀ ਦੇ ਅਗੇਂਸਟ ਬੋਲੂਗਾ, ਵਿਰੋਧਤਾ ਕਰੂਗਾ, ਉਹਨਾਂ 'ਤੇ ਜੋ ਕੁਛ ਮਸਲਾ ਹੱਲ ਹੋਣ ਦਾ ਨਜ਼ਰੀਆ ਆ ਰਿਹਾ ਇਹੀ ਕੁਛ ਹੋਣਾ। ਔਰ ਇਹਦੇ ਨਾਲ ਜੇ ਕੋਈ ਲੀਡਰ ਬੋਲਦਾ ਨਾ, ਭਾਵੇਂ ਪਾਰਟੀ ਦਾ ਲੀਡਰ ਹੈਗਾ ਜਾਂ ਆਪੋਜੀਸ਼ਨ ਦਾ ਲੀਡਰ ਹੈ, ਪਾਵਰਫੁਲ ਕੌਣ ਹੈਗੀ ਆ? ਰੂਲਿੰਗ ਪਾਰਟੀ। ਉਹ ਰੂਲਿੰਗ ਪਾਰਟੀ ਨੇ ਆਪਣਾ ਸਾਰਾ ਕੁਝ ਕੰਮ ਕਰਨਾ ਤੇ ਖਮਿਆਜਾ ਕਿਹਨੂੰ ਭੁਗਤਣਾ ਪੈਣਾ ਵਾ? ਜਿਹੜਾ ਬੋਲਿਆ ਬੰਦਾ। ਹੁਣ ਤੱਕ ਇੱਕ ਨਹੀਂ ਗਾ, ਕਈ ਲੀਡਰ ਇਸੇ ਤਰ੍ਹਾਂ ਹੀ ਨੁਕਸਾਨ ਉਠਾਉਂਦੇ ਰਹੇ, ਮੈਂਟਲੀ ਟਾਰਚਰ ਹੁੰਦੇ ਰਹੇ ਆ, ਪਰ ਇਹ ਬਾਹਰਲੀ ਸਿਆਸਤ ਵਿੱਚ ਨਹੀਂ ਹੈਗਾ। ਜੇ ਅਸੀਂ ਅਮਰੀਕਾ ਦੀ ਗੱਲ ਕਰੀਏ, ਜੇ ਅਸੀਂ ਇੰਗਲੈਂਡ ਦੀ ਗੱਲ ਕਰੀਏ, ਜਾਂ ਅਸੀਂ ਹੁਣ ਜਿਹੜੇ ਆਸਟ੍ਰੇਲੀਆ ਦੀ ਗੱਲ ਕਰੀਏ, ਉੱਥੇ ਕੋਈ ਇੱਦਾਂ ਦਾ ਮਸਲਾ ਨਹੀਂ ਹੈਗਾ। ਜੋ ਕਰਦੇ ਆ ਉਹ ਲੋਕਾਂ ਦੀ ਪੈਰਵਾਈ ਨਾਲ ਕਰਦੇ ਆ, ਪਬਲਿਕ ਦੇ ਬਿਹਤਰੀ ਲਈ ਕਰਦੇ ਆ। ਅਸੀਂ ਇੰਡੀਵਿਜੂਅਲ ਕਰਦੇ ਇੱਥੇ, ਸਾਡੇ 'ਚ ਪਾਰਟੀ ਨਿਕਲ ਜਾਂਦੀ ਆ, ਵਿਅਕਤੀਗਤ ਤੌਰ 'ਤੇ ਵਿਰੋਧਤਾ ਜਿਹੜੀ ਆ ਮੁੱਲ ਲਈ ਜਾਂਦੀ ਹੈ। ਇੱਥੇ ਸਾਡੀ ਇਸ ਤਰ੍ਹਾਂ ਦੀ ਜਿਹੜੀ ਆ ਨੀਤੀ ਆ, ਇਸੇ ਤਰ੍ਹਾਂ ਦੀ ਨੀਤੀ ਅੱਜ ਤੋਂ ਨਹੀਂ, ਬੜੇ ਮੁੱਦਤਾਂ ਤੋਂ ਚੱਲ ਰਹੀ ਹੈ। ਜਿਹੜੀ ਪਾਰਟੀ ਤਖਤ 'ਤੇ ਬੈਠੀ ਆ, ਉਹਨੇ ਸਾਰਿਆਂ ਨੂੰ ਵਰੂੰਦਰਣਾ, ਝਾੜਨਾ, ਝੰਬਣਾ, ਬੜਾ ਕੁਛ ਹੁੰਦਾ। ਔਰ ਬਾਕੀ ਪਾਰਟੀ ਜਿਹੜੀ ਆ ਉਹ ਇਹਦਾ ਨੁਕਸਾਨ ਉਠਾਉਂਦੀ ਹੈ। ਪਰ ਜਦੋਂ ਉਹ ਚਲੇ ਜਾਂਦੀ ਹੈ, ਇਹ ਤਾਂ ਇੱਕ ਮੁੱਕੀ ਚੁੱਕ ਲੈ ਦੂਜੀ ਨੂੰ ਤਿਆਰ, ਜਦੋਂ ਉਹ ਚਲ ਜਾਂਦੀ ਹੈ ਫਿਰ ਉਹ ਇੱਦਾਂ ਕਰਦੀ ਆ, ਵਿਕਾਸ ਜ਼ੀਰੋ ਹੋ ਜਾਂਦਾ, ਕੰਮ ਖਤਮ ਹੋ ਜਾਂਦਾ, ਲੜਾਈ ਝਗੜਾ ਉੱਤੇ ਨੂੰ ਆ ਜਾਂਦਾ। ਔਰ ਸਾਡਾ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਕਿ ਅਸੀਂ ਡੈਮੋਕ੍ਰੈਟਿਕ ਕੰਟਰੀ ਹਾਂ, ਅਸੀਂ ਲੋਕਤਾਂਤਰਿਕ ਦੇਸ਼ ਹਾਂ ਤੇ ਅਸੀਂ ਆਪਣੇ ਮਨ ਦੀ ਗੱਲ, ਅਸੀਂ ਆਪਣੇ ਦਿਲ ਦੀ ਗੱਲ, ਅਸੀਂ ਆਪਣੇ ਅੰਦਰ ਦੀ ਗੱਲ ਕਰ ਸਕਦੇ, ਪਰ ਕਰਨ ਦਾ ਇੱਕ ਤਰੀਕਾ ਹੈ। ਉਸ ਤਰੀਕੇ ਦੇ ਵਿੱਚ ਜੋ ਸਾਨੂੰ ਸੰਵਿਧਾਨ ਨੇ ਸਮਝਾਇਆ, ਉਸ ਤਰੀਕੇ ਦੇ ਅਨੁਸਾਰ ਅਸੀਂ ਆਪਣੀ ਅੰਦਰ ਦੀ ਗੱਲ ਕਹਿ ਸਕਦੇ ਹਾਂ। ਹੁਣ ਇਹ ਹੈ ਡੈਮੋਕ੍ਰੇਸੀ। ਹੁਣ ਜੋ ਇਹ ਸਾਰਾ ਮਾਹੌਲ ਬਣਿਆ ਹੋਇਆ ਹੈ, ਔਰ ਜੋ ਮਾਹਿਰ ਮੰਨਦੇ ਨੇ ਕਿ ਕਿਤੇ ਨਾ ਕਿਤੇ ਇਹ ਡੈਮੋਕ੍ਰੇਸੀ ਨੂੰ ਸੂਟ ਨਹੀਂ ਕਰਦਾ, ਇਹ ਮਾਹੌਲ ਡੈਮੋਕ੍ਰੇਸੀ ਨੂੰ ਸੂਟ ਨਹੀਂ ਕਰਦਾ, ਇਹ ਐਕਸਪਰਟਸ ਮੰਨਦੇ ਨੇ। ਸੋ ਆਪਾਂ ਅੱਗੇ ਚੱਲੀਏ, ਡੈਮੋਕ੍ਰੇਸੀ ਦੀ ਅੱਗੇ ਗੱਲ ਹੁੰਦੀ, ਕਿਉਂਕਿ ਸਾਡੇ ਸਭ ਤੋਂ ਵਧੀਆ ਗੱਲ ਹੈ ਕਿ ਇੱਥੇ ਚੋਣਾਂ ਹੁੰਦੀਆਂ ਨੇ। ਚੋਣਾਂ ਦੇ ਵਿੱਚ ਲੋਕ ਆਪਣੀ ਵੋਟ ਦਿੰਦੇ ਨੇ ਤੇ ਆਪਣੇ ਮਨਪਸੰਦ ਉਮੀਦਵਾਰ ਨੂੰ ਚੁਣਦੇ ਨੇ। ਤੇ ਜਲੰਧਰ ਦੀਆਂ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ, 10 ਮਈ ਨੂੰ ਹੋਣੀਆਂ ਨੇ, 13 ਮਈ ਨੂੰ ਉਹਦਾ ਰਿਜ਼ਲਟ ਆਉਣਾ ਹੈ। ਤੇ ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਦੋਨੋਂ ਗੁੱਥਮ ਗੁੱਥਾ ਹੋ ਗਏ ਨੇ। ਸ਼ਬਦੀ ਜੰਗ, ਮਿਹਣੇ ਇੱਕ ਦੂਜੇ ਨੂੰ ਦੇਣੇ। ਉਹ ਜਿੱਦਾਂ ਹੁੰਦਾ ਨਾ ਕਿ ਗਲੀਆਂ ਦੇ ਵਿੱਚ ਆਪਾਂ ਲੜਦੇ ਦੇਖਦੇ ਹਾਂ ਲੋਕ, ਇੱਕ ਦੂਜੇ ਨੂੰ ਮਿਹਣਾ ਦੇਣਾ, ਤੂੰ ਇੱਦਾਂ ਕੀਤਾ, ਤੂੰ ਉੱਦਾਂ ਕੀਤਾ, ਉਹ ਕੰਮ ਸ਼ੁਰੂ ਹੋ ਗਿਆ। ਹੁਣ ਇਹ ਜੰਗ ਹੋ ਗਈ ਸ਼ਬਦਾਂ ਦੀ ਸ਼ੁਰੂ। ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਐਡੇ ਸਿਆਣੇ ਲੀਡਰ ਹੋ ਕੇ ਇਹ ਕਿੱਦਾਂ ਦੀਆਂ ਗੱਲਾਂ, ਬਚਕਾਨਾ ਗੱਲਾਂ ਲੱਗਦੀਆਂ ਨੇ ਕਈ ਵਾਰ। ਉਹ ਉਹਨੂੰ ਕੁਝ ਕਹਿ ਦਿੰਦਾ, ਉਹ ਉਹਨੂੰ ਕੁਝ ਕਹਿ ਦਿੰਦਾ। ਬਈ ਭਲੇ ਉਹ ਲੋਕੋ, ਗੱਲ ਕੀ ਹੈਗੀ ਹੈ? ਕੀ ਮਾਹੌਲ ਬਣਾਇਆ ਲੋਕਾਂ ਦੇ ਉੱਤੇ? ਤੁਹਾਡਾ ਕੀ ਪ੍ਰਭਾਵ ਪੈਂਦਾ ਪਿਆ? ਲੋਕੀ ਕੀ ਦੇਖਦੇ ਪਏ ਨੇ, ਕੀ ਸਿੱਖਦੇ ਪਏ ਨੇ ਤੁਹਾਡੇ ਕੋਲੋਂ? ਔਰ ਤੁਸੀਂ ਆਗੂ, ਲੀਡਰ ਨੂੰ ਇਹ ਕੰਮ, ਇਹੋ ਜਿਹੀਆਂ ਗੱਲਾਂ ਸ਼ੋਭਾ ਦਿੰਦੀਆਂ ਨੇ ਜਿਹੋ ਜਿਹੀਆਂ ਗੱਲਾਂ ਬੋਲਦੇ ਨੇ। ਦੱਸੋ ਬਲਕਾਰ ਜੀ। ਇਹ ਜ਼ਿਮਨੀ ਚੋਣਾਂ ਬੜੀਆਂ ਹੁਣ ਆ ਗਈਆਂ, ਸਿਰ 'ਤੇ ਹੀ ਆ, ਔਰ ਇਹਦੇ 'ਤੇ ਕੰਪੇਨ ਸ਼ੁਰੂ ਹੋ ਗਈ ਆ। ਲੋਕਾਂ ਦਾ ਨਾਲ ਮਿਲਣਾ ਜੁਲਣਾ, ਲੋਕਾਂ ਨੂੰ ਪ੍ਰੇਰਨਾ, ਹਰ ਪਾਰਟੀ ਦਾ ਅਧਿਕਾਰ ਹੈ, ਔਰ ਪਾਰਟੀਆਂ ਆਪਣੇ ਆਪਣੇ ਏਰੀਆ 'ਚ ਜਾ ਰਹੀਆਂ। ਇਹਦੇ 9 ਹਲਕੇ ਆ, ਜਿਹੜੇ ਪਾਰਲੀਮੈਂਟ ਦਾ ਹਲਕਾ ਹੈ ਵੱਡਾ ਹੁੰਦਾ, ਇਹਦੇ ਵਿਧਾਨ ਸਭਾ ਦੇ ਜਿਹੜੇ 9 ਹਲਕੇ ਆ ਉਹਨਾਂ ਦੀਆਂ ਵੋਟ ਆ। ਔਰ ਇਹ ਵੋਟਰ ਵੀ ਕਾਫੀ ਤਾਦਾਦ 'ਚ ਹੈਗੇ ਆ। ਉਹਨਾਂ ਵੋਟਰਾਂ ਦੇ ਵਿੱਚ ਜਿਹੜੇ ਵੀ ਪੰਚਾਇਤਾਂ ਦੇ ਮੈਂਬਰ ਨੇ, ਸਰਪੰਚ ਨੇ, ਜਿਹੜੇ ਪਾਰਟੀ ਨੂੰ ਬਿਲੋਂਗ ਕਰਦੇ ਕਿਸੇ ਨੂੰ, ਜਾਂ ਕਿਸ ਚੀਜ਼ ਪਾਰਟੀ ਦੇ ਨੁਮਾਇੰਦੇ ਆ, ਇਹ ਖਾਸ ਤੌਰ 'ਤੇ ਉਹਨਾਂ ਕੋਲ ਜਾਂਦੇ ਆ। ਔਰ ਉਹ ਨੇਤਾ ਉਹਨਾਂ ਨੂੰ ਸਮਝਾਉਂਦੇ ਵੀ ਸਾਡੀ ਪਾਰਟੀ ਦਾ ਆਹ ਮੂਲ ਮੁੱਦਾ ਵਾ, ਆਹ ਸਾਡਾ ਮੈਨੀਫੈਸਟੋ ਆ, ਅਸੀਂ ਆਹ ਕੰਮ ਕਰਾਂਗੇ ਤੇ ਸਾਨੂੰ ਵੋਟ ਦਿਓ, ਔਰ ਵੋਟ ਦੇਣਾ ਤੁਹਾਡਾ ਅਧਿਕਾਰ ਹੈਗਾ। ਉਹ ਲੋਕਾਂ ਤੱਕ ਹੁਣ ਮੈਨ ਟੂ ਮੈਨ, ਡੋਰ ਟੂ ਡੋਰ ਪਹੁੰਚ ਰਹੇ ਆ। ਉਹ ਤਾਂ ਪ੍ਰਕਿਰਿਆ ਹੈ, ਪ੍ਰਕਿਰਿਆ ਉਹ ਤਾਂ ਕਰਨੀ ਪੈਣੀ ਹੈ। ਜਿਹੜੀ ਇਹ ਗੱਲ ਹੈਗੀ ਹੈ ਕਿ ਸ਼ਬਦੀ ਜੰਗ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਹ ਹੈਗੀ ਆ ਕਿ ਇਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਨੇਤਾ ਨੇ, ਔਰ ਜਿਸ 'ਚ ਨਵਜੋਤ ਸਿੱਧੂ, ਔਰ ਦੂਜੇ ਪਾਸੇ ਹਰਪਾਲ ਚੀਮਾ ਜਿਹੜੇ ਵਿੱਤ ਮੰਤਰੀ ਆ, ਤੇ ਦੂਸਰੇ ਆਪਣੇ ਵੜਿੰਗ ਜੀ, ਉਹ ਬਾਕੀ ਜਿਹੜੇ ਨੇਤਾ ਨੇ ਉਹ ਸਾਰੇ ਇਕੱਠੇ ਹੋ ਕੇ ਇੱਕ ਦੂਜੇ 'ਤੇ ਵਾਰ ਕਰਦੇ ਆ ਸ਼ਬਦਾਂ ਦਾ। ਉਹ ਨਵਜੋਤ ਸਿੱਧੂ ਨੇ ਕਿਹਾ ਕਿ ਜਿਹੜੀ ਆਪ ਸਰਕਾਰ ਹੈ ਇਹਨੇ ਕੁਝ ਨਹੀਂ ਕਰਨ ਜੋਗੀ, ਇਹਨੇ ਕੁਝ ਨਹੀਂ ਕੀਤਾ, ਵਿਕਾਸ ਦਾ ਜ਼ੀਰੋ ਕੰਮ ਨਹੀਂ ਕੀਤਾ। ਇਹਦੇ ਵਿੱਚ ਜਿਹੜੇ ਰੋਡ ਮੈਪ ਸੀਗੇ ਉਹ ਧਰੇ ਧਰਾਏ ਰਹਿ ਗਏ, ਔਰ ਉਹਦੇ ਵਿੱਚ ਇਹਨਾਂ ਨੇ ਆਪਣੀ ਐਡਵਰਟਾਈਜ਼ਮੈਂਟ ਜ਼ਿਆਦਾ ਲਾਤੀਆਂ, ਕੰਮ ਹੋਇਆ ਕੁਝ ਨਹੀਂਗਾ। ਔਰ ਉਹ ਕਹਿ ਰਹੇ ਆ ਕਿ ਜਿਹੜੀ ਪੁਰਾਣੀਆਂ ਸਰਕਾਰਾਂ ਦੇ ਪੈਂਡਿੰਗ ਕੰਮ ਸੀਗੇ, ਆਪ ਵਾਲੇ ਕਹਿ ਰਹੇ ਆ ਕਿ ਪੈਂਡਿੰਗ ਕੰਮ ਸੀਗੇ, ਅਸੀਂ ਕੰਮ ਕੀਤੇ ਆ ਔਰ ਕੰਮ ਕਰਾਂਗੇ ਵੀ, ਪਰ ਅਸੀਂ ਅਜੇ ਗੋੜੇ 'ਚੋਂ 2 ਪੂਣੀਆਂ ਹੀ ਕੱਤੀਆਂ, ਅਜੇ ਪੂਰੇ ਦਾ ਪੂਰਾ ਸ਼ਿਕੂ ਭਰਿਆ, ਅਸੀਂ ਕਰਾਂਗੇ ਇਹਨੂੰ, ਅਸੀਂ ਅਜੇ ਲੰਬੇ ਲੰਬੇ ਤੰਦ ਪਾਵਾਂਗੇ ਤੇ ਚਰਖਾ ਚੱਲੂਗਾ, ਔਰ ਤੁਸੀਂ ਉਹਨੂੰ ਦੇਖੋ ਸਹੀ ਕੀ ਕੁਛ ਹੁੰਦਾ। ਹਰਪਾਲ ਚੀਮਾ ਦਾ ਬਿਆਨ ਸੀਗਾ, ਉਹਨਾਂ ਨੇ ਕਿਹਾ ਕਿ ਲੋਕ ਸਾਡੇ ਨਾਲ ਹੈ, ਅਜੇ ਵੀ ਸਾਡੇ ਨਾਲ ਉਹਨਾਂ ਦੀ ਪ੍ਰਤੀਕਿਰਿਆ ਚੱਲਦੀ ਆ। ਲੋਕਾਂ ਨੂੰ ਅਸੀਂ ਖੁਸ਼ੀ ਕਰਨਾ ਕੰਮ ਦੇ ਨਾਲ, ਜੋ ਅਸੀਂ ਕਰਾਂਗੇ। ਪਹਿਲਾ ਕੰਮ ਉਹਨਾਂ ਦੇਖ ਲਿਆ ਵਾ, ਹੁਣ ਅਸੀਂ 92 ਦੇ 92 ਸਾਡੇ ਜਿਹੜੇ ਕੈਂਡੀਡੇਟ ਨੇ, ਜਿਹੜੇ ਵੀ MLA ਆ, ਉਹ ਇਸ ਕੰਮ 'ਚ ਜੁਟ ਗਏ ਆ, ਔਰ ਉਹਦੇ ਵਿੱਚ ਉਹ ਲੋਕਾਂ ਤੱਕ ਪਹੁੰਚ ਬਣਾ ਚੁੱਕੇ ਆ। ਔਰ ਉਹਨਾਂ ਨੇ ਇਹਨਾਂ ਦਾ ਇਤਿਹਾਸ ਬੋਲਿਆ, ਅਕਾਲੀ ਦਲ ਦਾ ਔਰ ਕਾਂਗਰਸ ਦਾ,
ਔਰ ਬੀਜੇਪੀ ਦਾ। ਉਹਨਾਂ ਨੇ ਕਿਹਾ ਕਿ ਤੁਸੀਂ ਦੱਸੋ ਤੁਸੀਂ ਵੱਡਾ ਕੰਮ ਕਿਹੜਾ ਕਰ ਦਿੱਤਾ। 15-18 ਸਾਲ ਤੇ ਅਕਾਲੀ ਦਲ ਰਿਹਾ, ਉਹਨਾਂ ਨੇ ਪੰਜਾਬ ਦੇ ਵਿੱਚ ਕੀ ਕੁਝ ਕਰਕੇ ਦਿਖਾਤਾ ਲੋਕਾਂ ਨੂੰ। ਕਹਿੰਦੇ ਇੰਡੀਵਿਜੂਅਲ ਲੋਕਾਂ ਦੇ ਵਿਚਾਰ ਲਓ, ਫੇਸਬੁੱਕ ਤੇ ਲਓ ਜਾਂ ਕਿਸੇ ਮੀਡੀਆ ਤੇ ਲਓ, ਔਰ ਟੀਵੀ ਤੇ ਇਹਨਾਂ ਨੂੰ ਟਾਈਮ ਮਿਲਣਾ ਜਿੱਥੇ ਜਿੱਥੇ ਇਹਨਾਂ ਨੇ ਆਪਣਾ ਪ੍ਰਚਾਰ ਕਰਨਾ, ਉਹਦੇ ਲਈ ਵੀ ਇਹਨਾਂ ਕਹਿੰਦਾ ਉੱਥੇ ਤੁਸੀਂ ਖੁੱਲ੍ਹ ਕੇ ਬੋਲੋ, ਅਸੀਂ ਵੀ ਬੋਲਦੇ ਹਾਂ। ਤੇ ਲੋਕ ਕੀ ਚਾਹੁੰਦੇ ਆ, ਪ੍ਰਚਾਰ ਕਰਨਾ ਤਾਂ ਹਰ ਇੱਕ ਦਾ ਹੈਗਾ ਕੰਮ ਆ। ਮੁਹਿੰਮ ਚੱਲ ਪਈ ਆ, ਇਲੈਕਸ਼ਨ ਕੰਪੇਨ ਸ਼ੁਰੂ ਹੋ ਗਈ, ਪਰ ਇਹਦੇ ਵਿੱਚ ਜਿਹੜਾ ਇੱਕ ਉੱਤੇ ਵਿਅਕਤੀਗਤ ਤੌਰ ਤੇ ਵਾਰ ਕਰਨਾ, ਹਮਲਾ ਕਰਨਾ, ਲੋਕਾਂ ਤੱਕ ਉਹ ਚਿੱਕੜ ਸੁੱਟਣਾ ਜਿਹਨੂੰ ਪੰਜਾਬੀ 'ਚ ਕਹਿੰਦੇ ਆ, ਉਹ ਗੱਲ ਗਲਤ ਹੈਗੀ ਆ। ਇੱਕ ਦੂਜੇ ਨੂੰ ਕਹਿਣਾ ਤਾਂ ਬਣਦਾ ਹੀ ਹੈਗਾ, ਬਾਹਰਲੇ ਦੇਸ਼ਾਂ 'ਚ ਵੀ ਕਰਦੇ ਲੋਕ, ਪਰ ਜਿਹੜੀ ਹੋਲਡਿੰਗ ਲਾਉਂਦੇ ਆ ਸੜਕਾਂ ਤੇ, ਆਪਣੇ ਨਾਮ ਨਿਸ਼ਾਨ ਲਾਉਂਦੇ ਆ, ਉਹ ਲੋਕਾਂ ਦਾ ਧਿਆਨ ਖਿੱਚ ਕੇ ਜ਼ਿਆਦਾ ਐਕਸੀਡੈਂਟ ਵੀ ਹੁੰਦੇ, ਹਾਦਸੇ ਵੀ ਹੁੰਦੇ ਆ। ਉਹਦੇ 'ਚ ਵੀ ਬਹੁਤ ਪਾਰਟੀਆਂ ਨੇ ਕਿਹਾ ਕਿ ਉਹਦੇ ਵਿੱਚ ਨਹੀਂ ਹੋਣਾ ਚਾਹੀਦਾ। ਜਦੋਂ ਕਿ ਬਾਹਰਲੇ ਦੇਸ਼ਾਂ 'ਚ ਲਾਉਂਦੇ ਆ, ਕੈਂਡੀਡੇਟ ਆਪ ਲਾਉਂਦਾ, ਆਪ ਹੀ ਉਦੋਂ ਬਾਅਦ ਜਦੋਂ ਟਾਈਮ ਸਮਾਪਤ ਹੁੰਦਾ ਆਪ ਹੀ ਖਿੱਚ ਕੇ ਉੱਥੋਂ ਪੁੱਟ ਕੇ ਲੈ ਜਾਂਦਾ। ਸਾਡੇ ਲੱਗੇ ਰਹਿੰਦੇ ਆ, ਮੁੜ ਕੇ ਲੋਕ ਪਾੜਦੇ, ਬੱਚੇ ਪਾੜਦੇ, ਉਹਨਾਂ ਨੂੰ ਕਈ ਕੁਝ ਕਰਦੇ ਆ, ਉਹਦੀਆਂ ਗੁੱਡੀਆਂ ਕਾਗਜ਼ ਬਣਾਉਂਦੇ, ਕਈ ਕੁਝ ਕਰਦੇ ਆ। ਪਰ ਇਹ ਜਿਹੜੀਆਂ ਚੀਜ਼ਾਂ ਨੇ, ਅਸੀਂ ਲਾਪਰਵਾਹੀ ਵਾਲੇ ਪਾਸੇ ਜ਼ਿਆਦਾ ਵੱਧ ਜਾਂਦੇ ਹਾਂ, ਬੋਲਣ ਵਾਲੇ ਪਾਸੇ ਜ਼ਿਆਦਾ ਵੱਧ ਜਾਂਦੇ ਹਾਂ। ਵਿਵਹਾਰਕ ਤੌਰ ਤੇ, ਪ੍ਰੈਕਟੀਕਲ ਤੌਰ ਤੇ ਅਸੀਂ ਜ਼ੀਰੋ ਹੋ ਜਾਂਦੇ ਹਾਂ, ਕਿਉਂਕਿ ਜੇ ਅਸੀਂ ਇਲੈਕਸ਼ਨ ਦੇ ਵਿੱਚ ਹੀ ਇਹ ਕੰਮ ਦਿਖਾਤਾ ਤੇ ਜਦੋਂ ਸਾਡਾ ਗੱਦੀ ਤੇ ਬਹਿ ਗਏ, ਸਾਡਾ MP ਬਣ ਗਿਆ, ਉਹਨੇ ਮੁੜ ਕੇ ਬਾਅਦ 'ਚ ਕੀ ਕੰਮ ਕਰਨਾ ਹੈਗਾ। ਔਰ ਇਸ ਵੇਲੇ ਸਾਰੀਆਂ ਆਪ ਵੀ ਬਹੁਤ ਅੱਗੇ ਵਧੀ ਪਈ ਆ, ਕਾਂਗਰਸ ਦਾ ਵੀ ਕਾਫੀ ਮੁਹਿੰਮ ਚੱਲ ਰਹੀ ਆ, ਔਰ ਇਹਦੇ ਨਾਲ BJP ਦੇ ਨਾਲ ਜਿਹੜਾ ਕੈਂਡੀਡੇਟ ਉਹਨਾਂ ਦਾ ਵੀ ਆ, ਔਰ ਅਕਾਲੀ ਦਲ ਦਾ ਵੀ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਸੁਖਵਿੰਦਰ ਕੁਮਾਰ, ਉਹਦੇ ਬਾਰੇ ਵੀ। ਪਰ ਇਹਦੇ ਵਿੱਚ ਜਿਹੜੇ ਸ਼ਬਦੀ ਵਾਰ ਆ, ਇਹ ਲੋਕਾਂ ਨੂੰ ਨਹੀਂ ਪਚਿਆ। ਲੋਕਾਂ ਨੇ ਕਹਿਤਾ ਕਿ ਗਲਤ ਗੱਲ ਹੈਗੀ, ਰੌਲਾ ਮੁਹਿੰਮ ਹੁੰਦੀ ਆ ਪਰ ਕਿਸੇ ਹੱਦ ਤੱਕ ਬੋਲਣ ਦੀ ਗੱਲ ਹੁੰਦੀ ਆ, ਫਰੀडम ਹੁੰਦੀ ਆ ਕਿਸੇ ਹੱਦ ਤੱਕ, ਹੈ ਨਾ, ਚੁਗਲੀ ਹੁੰਦੀ ਕਿਸੇ ਹੱਦ ਤੱਕ। ਜੇ ਹੱਦ ਤੋਂ ਪਾਰ ਨਿਕਲ ਜਾਓ ਤੇ ਫਿਰ ਉਹਦਾ ਨੁਕਸਾਨ ਉਠਾਉਣਾ ਪੈਂਦਾ ਹੈ। ਬੋਲਣਾ, ਕਈ ਵਾਰ ਦੇਖਦਾ ਭਾਸ਼ਾ ਇਹਨਾਂ ਦੀ ਤੂੰ ਤੜਾਕ ਵਾਲੀ ਹੋ ਜਾਂਦੀ ਹੈ। ਹਾਂ, ਉਹੀ ਗੱਲ ਹੈ। ਤੂੰ ਇੱਧਰ ਆ, ਤੈਨੂੰ ਕੀ ਪਤਾ ਆਪੇ ਅਸੀਂ ਕੀ ਆ, ਅਸੀਂ ਤਾਂ ਕਈ ਬੰਦੇ ਨੁਕਰੇ ਲਾਤੇ ਆ, ਗੁੱਠੇ ਲਾਤੇ ਆ। ਕਈ ਸ਼ਬਦ ਕਿਸੇ ਨੂੰ ਕੋਈ ਨਲਾਇਕ ਬੋਲੇਗਾ, ਅਨਪੜ੍ਹ ਬੋਲਦੇ ਆ, ਇਦਾਂ ਦੀਆਂ ਭਾਸ਼ਾ, ਅਨਪੜ੍ਹਾਂ ਦੀ ਭਾਸ਼ਾ ਰਿਲੇਟਡ ਲੋਕ ਆ, ਭਾਸ਼ਾ ਉਹਨਾਂ ਦੀ ਚੰਗੀ ਆ, ਕਿਉਂਕਿ ਉਹਨਾਂ ਨੇ ਸਿੱਖੀ ਭਾਸ਼ਾ ਜਿਹੜੀ ਹੈ ਲੋਕਾਂ ਦੀ ਸੱਥਾਂ 'ਚ, ਪਿੰਡਾਂ 'ਚ ਬਹਿ ਕੇ ਸਾਰਾ ਕੁਝ ਉਹ ਸੋਹਣਾ ਬੋਲਦੇ, ਚੰਗਾ ਬੋਲਦੇ ਆ, ਮੁਖਾਤਮ ਹੁੰਦੇ ਆ। ਜਿਹੜੇ ਸਾਡੇ ਲੀਡਰ ਆ, ਇਹ ਹੋਰ ਤਰ੍ਹਾਂ ਦੀ ਭਾਸ਼ਾ ਇਹਨਾਂ ਦੀ। ਮੈਂ ਉਹੀ ਕਹਿ ਰਿਹਾ, ਇਹ ਨਹੀਂ ਭਾਸ਼ਾ ਜਿਹੜੀ ਹੈ ਚੁਭਵੀਂ ਭਾਸ਼ਾ, ਜਿਹੜੀ ਦੂਸਰੇ ਨੂੰ ਨਲਾਇਕ ਬੋਲਣਾ, ਦੂਸਰੇ ਨੂੰ ਨਖਿੱਧ ਬੋਲਣਾ, ਇਹ ਕੋਈ ਸ਼ਬਦ ਨੇ? ਨਹੀਂ, ਇਹ ਸ਼ਬਦਾਵਲੀ ਹੈ ਜਿਹੜੀ ਲੀਡਰ ਨੂੰ ਸ਼ੋਭਾ ਦਿੰਦੀ ਨਹੀਂ, ਕਦੀ ਵੀ ਨਹੀਂ ਦਿੰਦੀ। ਬਸ ਮਤਲਬ ਆਗੂ, ਲੀਡਰ, ਕਈ ਵਾਰ ਬੰਦਾ ਇਦਾਂ ਦੀ ਭਾਸ਼ਾ ਸੁਣ ਕੇ ਸੋਚਦਾ ਇਹ ਵਾਕਈ ਲੀਡਰ ਨੇ, ਵਾਕਈ ਆਗੂ ਨੇ, ਡੂ ਦੇ ਡਿਜ਼ਰਵ, ਇਸ ਦੇ ਲਾਇਕ ਹੈਗੇ ਨੇ ਕਿ ਇਹਨਾਂ ਨੂੰ ਆਗੂ ਕਿਹਾ ਜਾਵੇ, ਇਹਨਾਂ ਨੂੰ ਲੀਡਰ ਕਿਹਾ ਜਾਵੇ, ਇਸ ਦੇ ਲਾਇਕ ਹੈਗੇ ਨੇ। ਕਈ ਵਾਰ ਬੰਦਾ ਇਹ ਸੋਚਣ ਲੱਗ ਪੈਂਦਾ ਉਹਨਾਂ ਦੀ ਭਾਸ਼ਾ ਸੁਣ ਕੇ ਕਿ ਜੋ ਇਦਾਂ ਦੀ ਭਾਸ਼ਾ ਬੋਲਦਾ ਹੈ ਉਹਦੇ ਅੰਦਰ ਕਿੱਦਾਂ ਦੀ ਸੋਚ ਹੋਏਗੀ, ਉਹ ਕੀ ਕਰ ਸਕਦਾ ਪੰਜਾਬ ਦੇ ਲਈ। ਪਬਲਿਕ ਨੂੰ ਪ੍ਰਤੀਨਿਧ ਕਰ ਰਿਹਾ, ਰਿਪਰੈਜ਼ੈਂਟੇਟਿਵ ਕਰ ਰਿਹਾ ਲੋਕਾਂ ਨੂੰ। ਉਹਨੇ ਲੋਕਾਂ ਦੀ ਜਿਹੜੀ ਬੋਲੀ ਉੱਥੇ ਬੋਲਣੀ ਆ, ਪਾਰਲੀਮੈਂਟ 'ਚ ਜਾ ਕੇ। ਤੇ ਜੇ ਇੱਥੇ ਹੀ ਬੋਲਣ ਲੱਗ ਪਿਆ ਬੁਰਾ ਭਲਾ ਲੋਕਾਂ ਨੂੰ, ਜਾਂ ਲੋਕਾਂ ਦੇ ਜਿਹੜੇ ਗਲਤ ਸ਼ਬਦ ਬੋਲਣ ਲੱਗ ਪਿਆ, ਫਿਰ ਉਹ ਕੀ ਪੈਗਾਮ, ਕੀ ਮੈਸੇਜ ਲੈ ਕੇ ਜਾਏਗਾ ਦਿੱਲੀ ਪਾਰਲੀਮੈਂਟ 'ਚ? ਤੁਹਾਡੀ ਭਾਸ਼ਾ ਹੀ ਸਹੀ ਨਹੀਂ ਹੈਗੀ। ਹਾਂ, ਮਤਲਬ ਬੰਦਾ, ਤੁਸੀਂ ਲਿਟਰੇਚਰ ਪੜ੍ਹੋ ਜੀ, ਚੰਗੀਆਂ ਕਿਤਾਬਾਂ ਪੜ੍ਹੋ ਤਾਂ ਕਿ ਭਾਸ਼ਾ ਦੇ ਉੱਤੇ ਤੁਹਾਡਾ ਕੰਮ ਹੋਵੇ ਤੇ ਚੰਗੀ ਭਾਸ਼ਾ ਬੋਲੋ। ਔਰ ਇਦਾਂ ਦੀ ਭਾਸ਼ਾ, ਔਰ ਜੋ ਇਦਾਂ ਦੀ ਭਾਸ਼ਾ ਬੋਲਦਾ ਉਹਦੀ ਸੋਚ ਕਿੱਦਾਂ ਦੀ ਹੋਏਗੀ, ਔਰ ਉਹ ਸੋਚ ਕਿੰਨੀ ਹਾਂ ਪੱਖੀ ਹੈ ਸੂਬੇ ਦੇ ਲੋਕਾਂ ਲਈ ਔਰ ਸੂਬੇ ਲਈ, ਕਿਉਂਕਿ ਉਹ ਸੋਚ ਹੀ ਤੁਹਾਡੀ ਦਰਸਾਉਂਦੀ ਪਈ। ਤੁਹਾਡਾ ਬਿਹੇਵੀਅਰ ਹੈ, ਤੁਹਾਡਾ ਵਤੀਰਾ ਹੈ, ਤੁਹਾਡਾ ਵਿਵਹਾਰ ਹੈ, ਉਹੀ ਤੁਹਾਡੀ ਪਰਸਨੈਲਿਟੀ ਹੈ, ਉਹੀ ਤੁਸੀਂ ਹੋ। ਤੁਸੀਂ ਗੱਲਾਂ ਵਧੀਆ ਕਰੋ ਪਰ ਵਿਵਹਾਰ ਤੁਹਾਡਾ ਮਾੜਾ ਹੋਵੇ ਤੇ ਫਿਰ ਉਹ ਤੇ ਗੱਲ ਹੀ ਨਾ ਬਣਦੀ। ਇੱਥੇ ਤੇ ਗੱਲਾਂ ਵੀ ਮਾੜੀਆਂ ਕਰਦੇ ਪਏ ਹੋ, ਸੋ ਇਹ ਚੰਗਾ ਨਹੀਂ ਲੱਗਦਾ, ਸ਼ੋਭਾ ਨਹੀਂ ਦਿੰਦਾ। ਔਰ ਵਿਦੇਸ਼ਾਂ ਦੇ ਵਿੱਚ ਜੋ ਸਾਡੀ ਸਾਖ, ਸਾਡੀ ਇਮੇਜ ਬਣਦੀ ਹੈ ਕਿ ਆਹ ਉੱਥੋਂ ਦੇ ਲੀਡਰ ਨੇ, ਆਹ ਇਦਾਂ ਦੀ ਭਾਸ਼ਾ ਬੋਲਣ ਵਾਲੇ ਲੀਡਰ ਨੇ, ਵਿਦੇਸ਼ਾਂ 'ਚ ਕੀ ਸੋਚਣਗੇ ਸਾਡੇ ਬਾਰੇ? ਮਿੱਟੀ 'ਚ ਮਿਲਾਉਂਦੇ ਆ। ਸਾਈਕੋਲੋਜਿਸਟ ਕਹਿੰਦੇ ਆ, ਜਿਹੜੇ ਮਨੋਵਿਗਿਆਨੀ ਕਹਿੰਦੇ ਆ, ਕਹਿੰਦੇ ਜੋ ਤੁਹਾਡੇ ਅੰਦਰ ਹੈਗਾ ਨਾ, ਜੋ ਕੁਛ ਹੈਗਾ ਉਹ ਤੁਹਾਡੇ ਚਿਹਰੇ ਤੇ ਆ ਜਾਂਦਾ। ਇੱਕ ਇੰਟੀਰੀਅਰ ਹੁੰਦਾ, ਇੱਕ ਐਕਸਟੀਰੀਅਰ ਹੁੰਦਾ, ਬਾਹਰੀ ਵਿਖਾਵਾ ਤੇ ਅੰਦਰਲਾ, ਉਹ ਸਾਰਾ ਕੁਝ ਹੁੰਦਾ। ਜਿਹੜੀ ਤੁਹਾਡੀ ਜੇ ਸੋਚ ਭੱਦੀ ਹੈ ਤੁਹਾਡੇ ਚਿਹਰੇ ਤੇ ਵੀ ਉਹੀ ਸਾਰਾ ਕੁਝ ਆ ਜਾਣਾ। ਜੇ ਤੁਹਾਡੇ ਅੱਧੀਆਂ ਅੱਖਾਂ 'ਚ ਆ ਜਾਊਗਾ, ਚਿਹਰੇ ਤੇ ਆ ਜਾਊਗਾ, ਕਿ ਤੁਸੀਂ ਗਲਤ ਸੋਚ ਰਹੇ ਜੇ ਪੋਜ਼ਿਟਿਵਿਟੀ ਹੈ ਤੁਹਾਡੇ ਅੰਦਰ, ਜੇ ਤੁਸੀਂ ਸਕਾਰਾਤਮਕ ਤੌਰ ਤੇ ਸੋਚ ਰਹੇ ਜੇ, ਤੇ ਤੁਹਾਡਾ ਚਿਹਰਾ ਖਿੜਿਆ ਹੋਊਗਾ, ਹੈ ਨਾ, ਗੁਲਾਲੀ 'ਚ ਹੋਏਗਾ, ਲਾਲ ਹੋਏਗਾ, ਖੁਸ਼ਹਾਲੀ 'ਚ ਹੋਏਗਾ। ਤੇ ਜੇ ਤੁਹਾਡਾ ਅੰਦਰ 'ਚ ਸੋਚ ਭੈੜੀ ਆ ਤੇ ਚਿਹਰਾ ਭੱਦਾ, ਹੈ ਨਾ, ਫਿਰ ਸੁਖਮਤਾ ਜੀ ਚਿਹਰੇ ਤੇ, ਉਦਾਸੀ ਜੀ, ਹੈ ਨਾ, ਕਈ ਤਰ੍ਹਾਂ ਦੀਆਂ ਚੀਜ਼ਾਂ ਝਲਕਦੀਆਂ, ਇਹ ਤਾਂ ਚਿਹਰੇ ਤੇ ਆ ਜਾਂਦਾ। ਇਹ ਤੁਹਾਡੀ ਅੰਦਰੂਨੀ ਨੀਤੀ ਆ ਤੇ ਲੋਕ ਇਹ ਤੋਂ ਕੀ ਤਵੱਕੋਂ ਕਰਨਗੇ, ਲੋਕ ਕੀ ਤਵੱਕੋਂ, ਕੀ ਉਮੀਦ ਕਰਨਗੇ, ਵੈਸੇ ਕੀ ਸੋਚਣਗੇ। ਇੱਕ ਟਿਪ ਦੇ ਦਿੰਦੇ ਆ ਕਿ ਜਦੋਂ ਤੁਸੀਂ ਅੰਦਰੋਂ ਖੂਬਸੂਰਤ ਹੋ ਨਾ, ਤੁਹਾਡਾ ਚਿਹਰਾ ਖੂਬਸੂਰਤ ਹੋ ਜਾਂਦਾ ਹੈ, ਤੁਹਾਨੂੰ ਕਿਸੇ ਮੇਕਅਪ ਦੀ ਲੋੜ ਨਹੀਂ, ਤੁਹਾਡੇ ਪੈਸੇ ਬਚ ਸਕਦੇ ਨੇ। ਨੈਚੁਰਲ ਜਿਹੜਾ ਭਾਵ, ਪੈਸੇ ਬਚ ਸਕਦੇ ਨੇ, ਜਿਹੜੇ ਮੇਕਅਪ ਤੇ ਖਰਚ ਹੁੰਦੇ ਨੇ। ਜਿਹੜਾ ਅਸੀਂ ਮੇਕਅਪ ਕਰਾਉਣੇ ਆ ਤਾਂ ਆਰਟੀਫੀਸ਼ੀਅਲ ਦੇ, ਇਹ ਮੋਮੈਂਟਰੀ ਕੰਮ ਹੈਗੇ।
ਜਿਹੜੀ ਸਦਾਚਾਰਕ ਆ, ਜਿਹੜੀ ਸਦਾ ਲਈ ਹੈ, ਚਿਰਜੀਵ ਆ, ਉਹ ਚਿਹਰਾ ਤੁਹਾਡਾ ਅੰਦਰੂਨੀ ਭਾਵ ਉਹ ਬਾਹਰ ਆਉਂਦਾ। ਕਈ ਵਾਰ ਦੇਖੋ ਨਾ ਜਿਹੜੇ ਰੱਬ ਦੇ ਰਾਹ ਤੇ ਤੁਰਦੇ ਨੇ ਉਹਨਾਂ ਦੇ ਚਿਹਰੇ ਲਾਲ ਲਾਲ ਹੁੰਦੇ ਨੇ। ਕੀ ਬਾਤ। ਉਹਨਾਂ ਨੂੰ ਪੁੱਛੋ ਕਿਉਂ, ਉਹਨਾਂ ਨੂੰ ਪੁੱਛਦੇ ਤੇ ਤੁਸੀਂ ਕੀ ਖਾਂਦੇ ਹੋ, ਕਹਿੰਦੇ ਖਾਂਦੇ ਤਾਂ ਅਸੀਂ ਉਹੀ ਹਾਂ ਜੋ ਤੁਸੀਂ ਖਾਂਦੇ ਹੋ, ਦਾਲ ਰੋਟੀ, ਪਰ ਉਹ ਅੰਦਰੋਂ ਰੱਬ ਨਾਲ ਜੁੜੇ ਹੋਏ ਨੇ, ਉਹ ਲਾਲੀ ਉਹ ਚੜੀ ਹੋਈ ਹੈ। ਤੁਸੀਂ ਘਰ ਬੈਠੇ ਜੇ, ਤੁਹਾਡਾ ਧਿਆਨ ਗੁਆਂਢੀ ਵੱਲ ਹੈ, ਯਾਰ ਇਹਨੇ ਵੱਡੀ ਗੱਡੀ ਲੈ ਲਈ ਹੈ ਨਾ, ਮਰਸੀਡੀਜ਼ ਗੱਡੀ ਲੈ ਲਈ ਹੈ, ਇਹ ਕੋਈ 10 ਕਿੱਲੇ ਹੋਰ ਲੈ ਲਿਆ, ਤੁਹਾਡਾ ਧਿਆਨ ਉਧਰ, ਤੁਸੀਂ ਸੋਚਾਂ 'ਚ ਡੁੱਬ ਗਏ। ਔਰ ਬੰਦੇ ਨੂੰ ਬੁੜਾ ਕੌਣ ਕਰਦੀ ਹੈ, ਧੌਲੇ ਕਿਉਂ ਆਉਂਦੇ ਆ, ਸੋਚ, ਘਟੀਆ ਸੋਚ ਨਾ ਆਉਂਦੇ ਆ। ਜੇ ਤੁਸੀਂ ਕਹੋ ਕਿ ਰੱਬ ਦਾ ਦਿੱਤਾ ਬਹੁਤ ਆ, ਉਹਦਾ ਅਸੀਂ ਸ਼ੁਕਰ ਕਰਦੇ ਹਾਂ, ਸਾਡੇ ਬੱਚੇ ਜਿਹੜੇ ਆ ਉਹ ਖੁਸ਼ਹਾਲ ਹੋਣ, ਹੈ ਨਾ, ਸਿਹਤਮੰਦ ਹੋਣ, ਔਰ ਲੋਕਾਂ ਦੇ ਸਰਬੱਤ ਦਾ ਭਲਾ ਹੋਵੇ, ਤੇ ਤੁਹਾਡਾ ਚਿਹਰਾ ਆਪੇ ਖਿੜ ਜੂਗਾ। ਸਹੀ ਗੱਲ ਹੈ। ਹਾਂ, ਜੋ ਤੁਹਾਡੇ ਕੋਲ ਹੈਗਾ ਹੈ ਉਹਦੇ ਵੱਲ ਤੇ ਧਿਆਨ ਦਿਓ, ਉਹਨੂੰ ਸੰਭਾਲ ਲਓ। ਕਈ ਲੋਕਾਂ ਦਾ ਉਹ ਸੁਪਨਾ ਹੈ ਕਿ ਜੋ ਤੁਹਾਡੇ ਕੋਲ ਹੋਵੇ, ਸ਼ਾਇਦ ਸਾਡੇ ਕੋਲ ਵੀ ਹੋਵੇ। ਤੁਸੀਂ ਜਿਸ ਕੁਰਸੀ ਤੇ ਬੈਠੇ ਹੋ ਉੱਤੇ ਅਸੀਂ ਵੀ ਬੈਠੇ ਹੋਈਏ। ਕਈ ਲੋਕਾਂ ਦਾ ਸੁਪਨਾ ਹੈ ਉਹ ਜਿੱਥੇ ਤੁਸੀਂ ਬੈਠੇ ਹੋ, ਜੋ ਤੁਸੀਂ ਰੱਖਦੇ ਹੋ ਆਪਣੀ ਜੇਬ ਵਿੱਚ, ਜੋ ਤੁਹਾਡੇ ਕੋਲ ਪੈਸਾ ਹੈ ਜਾਂ ਜੋ ਵੀ ਤੁਹਾਡੇ ਕੋਲ ਰੁਤਬਾ ਹੈ, ਕਈ ਲੋਕਾਂ ਦਾ ਸੁਪਨਾ ਹੈ। ਔਰ ਤੁਸੀਂ ਸ਼ੁਕਰਗੁਜ਼ਾਰ ਹੋਵੋ, ਤੁਹਾਨੂੰ ਰੱਬ ਨੇ ਇੰਨਾ ਵੀ ਦਿੱਤਾ ਹੋਇਆ ਹੈ। ਇੰਨੀ ਆਬਾਦੀ 'ਚ ਜਦੋਂ ਅਸੀਂ ਆਬਾਦੀ ਦੇ ਵਿਸਫੋਟਕ ਢੇਰ ਤੇ ਬੈਠੇ ਹਾਂ, ਏਡੀ ਵੱਡੀ ਆਬਾਦੀ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਜੀ ਰਹੇ ਜੇ, ਵਧੀਆ ਖਾ ਰਹੇ ਜੇ, ਸੋਹਣਾ ਪਹਿਨ ਰਹੇ ਜੇ, ਤੇ ਤੁਸੀਂ ਚੰਗੀ ਸੋਚ ਨਾਲ ਚੱਲ ਰਹੇ ਜੇ। ਔਰ ਇਹ ਤੋਂ ਬਾਅਦ ਕਿਉਂਕਿ ਮੂਵਮੈਂਟ ਜਿਹੜਾ ਚੱਲਣ ਦਾ ਯੋਗ ਜਾਂ ਜੋ ਕੁਛ ਅਸੀਂ ਨਿਭਾ ਰਹੇ ਹਾਂ, ਉਮਰ ਦੀ ਗਿਣਤੀ ਆ। ਜਦੋਂ ਅਸੀਂ ਜਨਮ ਦਿਨ ਮਨਾਉਂਦੇ ਹਾਂ ਤਾਂ ਮਤਲਬ ਅਸੀਂ ਪਿਛਲੇ ਕਿੰਨੇ ਸਾਲ ਗੁਜ਼ਾਰ ਚੁੱਕੇ ਹਾਂ। ਆਉਣ ਵਾਲੇ ਸਾਲਾਂ 'ਚ ਅਸੀਂ ਕੀ ਕਰਨਾ। ਟਾਈਮ ਤਾਂ ਐਵਰੇਜ ਏਜ ਕਿੰਨੀ ਹੈ ਇੰਡੀਆ ਦੀ, 60-65 ਤੱਕ ਹੀ ਹੈਗੀ ਆ। ਤੁਸੀਂ ਜੇ 55 ਤੱਕ ਜਾਂ 60 ਤੱਕ ਵੀ ਗਲਤ ਸੋਚੀ ਜਾਓਗੇ ਤਾਂ ਗਲਤ ਗੱਲ ਹੈ। ਉਹ ਸੋਚਣ ਦੀ ਜਿਹੜੀ ਤੁਹਾਡੀ ਸ਼ਕਤੀ ਆ ਉਹ ਮਾਤ ਪੈ ਜਾਊ, ਫਿੱਕੀ ਪੈ। ਔਰ ਸਾਡੇ ਬਜ਼ੁਰਗ ਸਮਝਾਉਂਦੇ ਨੇ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ 10 ਚੀਜ਼ਾਂ ਦਿੱਤੀਆਂ ਨੇ ਰੱਬ ਨੇ, 10 ਚ ਤੈਨੂੰ 9 ਦੇ ਦਿੱਤੀਆਂ, ਇੱਕ ਹਜੇ ਨਹੀਂ ਦਿੱਤੀ, ਤੂੰ ਰੋਜ਼ ਉਲੰਭੇ ਦਿੰਦਾ, ਉਹ ਨਹੀਂ ਦਿੱਤੀ, ਉਹ ਨਹੀਂ ਦਿੱਤੀ, ਆਹ ਨਹੀਂ ਦਿੱਤੀ। ਜਿਹੜੀਆਂ ਬਾਕੀ 9 ਦਿੱਤੀਆਂ ਨੇ ਉਹਦੇ ਵੱਲ ਤੇਰਾ ਧਿਆਨ ਹੀ ਨਹੀਂ। ਜੇ ਉਹ 9 ਦੀਆਂ 9 ਖੋਹ ਲਵੇ ਰੱਬ, ਤੇ ਕੀ ਵਿਗਾੜ ਲੇਗਾ ਉਹਦਾ ਤੂੰ ਕੁਝ ਨਹੀਂ ਵਿਗਾੜ ਸਕਦਾ। ਸ਼ੁਕਰ ਕਰ ਤੈਨੂੰ ਦਿੱਤੀਆਂ ਹੋਈਆਂ ਨੇ। ਜਿਹੜਾ ਵੰਡਦਾ ਨਾ ਪਰਮਾਤਮਾ ਵੰਡਦਾ, ਇਹ ਇੱਕ ਮੈਂ ਨਹੀਂ ਕਹਿ ਰਿਹਾ, ਇੱਕ ਪ੍ਰਿੰਸੀਪਲ ਆਫ ਗਾਡ ਆ। ਜੇ ਦਿੰਦਾ ਤੇ ਪਰਮਾਤਮਾ ਸਾਰਿਆਂ ਦੀ ਝੋਲੀਆਂ ਭਰਦਾ, ਪਰ ਮੌਕਾ, ਉਹ ਮੌਕੇ ਨੂੰ ਸੰਭਾਲ ਲੇ। ਹਰ ਮੌਕੇ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨੂੰ ਕਿਸੇ ਵੇਲੇ, ਕਿਸੇ ਨੂੰ ਕਿਸੇ ਵੇਲੇ, ਕੋਈ ਮਕਾਨ ਬਣਾ ਰਿਹਾ, ਕੋਈ ਕਾਰ ਖਰੀਦਿਆ, ਕੋਈ ਬੱਚਿਆਂ ਨੂੰ ਪੜ੍ਹਾ ਰਿਹਾ, ਬਾਬਾ ਝੋਲੀਆਂ ਭਰਦਾ ਵਾ। ਇਹ ਨਹੀਂ ਕਿ ਜ਼ਰੂਰੀ ਕਿ ਮੈਂ ਉਹਨਾਂ ਦਾ ਨਾਂ ਨਹੀਂ ਜਪਦਾ ਤੇ ਮੈਨੂੰ ਨਹੀਂ ਦੇ ਰਿਹਾ। ਬਾਬਾ ਸਾਰਿਆਂ ਲਈ ਨਿਸ਼ਾਵਰ ਕਰ ਰਿਹਾ, ਪਰਵਰਦਗਾਰ ਸਾਰਿਆਂ ਲਈ ਝੋਲੀਆਂ ਭਰ ਰਿਹਾ। ਉਹਨਾਂ ਲਈ ਸਾਰੇ ਇਕੁਅਲ ਆ, ਉਹਨਾਂ ਦੇ ਆਪਣੇ ਬੱਚੇ ਆ, ਉਹਨਾਂ ਦੇ ਬਾਲਕ ਹੈਗੇ ਆ, ਉਹਨਾਂ ਨੂੰ ਸਾਰਿਆਂ ਨੂੰ ਦੇ ਰਿਹਾ। ਉਹ ਉਹਨਾਂ ਦਾ ਪਿਤਾ ਵਾ। ਔਰ ਉਹ ਜੇ ਅਸੀਂ ਸੋਚੀਏ ਯਾਰ ਉਹਦੀਆਂ ਝੋਲੀਆਂ ਭਰ ਗਈਆਂ, ਮੈਨੂੰ ਨਹੀਂ ਮਿਲਿਆ, ਉਹਨੂੰ ਵੀ ਮਿਲਣਾ, ਪਰ ਮੌਕੇ ਨਾਲ। ਜੇ ਮੌਕਾ ਉਹਦੇ ਕੋਲ ਖੁੰਝ ਗਿਆ ਤੇ ਸਾਰਾ ਕੁਝ ਜ਼ੀਰੋ। ਹੁਣ ਇਹ ਗੱਲ ਇੱਥੇ ਵੀ ਲਾਗੂ ਹੋਏਗੀ ਜੀ। ਪੰਚਾਇਤ ਦੇ ਫੰਡਾਂ ਦੀ ਦੁਰਵਰਤੋਂ ਹੁਣ ਆਡਿਟ ਹੋਣੀ ਹੈ। ਹੁਣ ਇਹ ਭਾਜਣਾ ਪਈਆਂ ਨੇ ਜਿਨ੍ਹਾਂ ਨੇ ਦੁਰਵਰਤੋਂ ਕੀਤੀ, ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈ, ਪੰਚਾਇਤਾਂ ਦਾ ਪੈਸਾ ਆਪ ਖਾ ਗਏ ਨੇ। ਗਲਤੀ ਕਿਹਦੀ ਹੈ? ਗਲਤੀ ਉਹਨਾਂ ਦੀ ਆਪਣੀ। ਗਲਤ ਬਿੱਲ, ਫਰਜ਼ੀ ਬਿੱਲ ਪਾ ਕੇ ਆਪ ਪੈਸੇ ਖਾ ਜਾਓ। ਸ਼ਰਮ ਹੋਣੀ ਚਾਹੀਦੀ ਹੈ। ਵੈਸੇ ਪੰਚਾਇਤਾਂ ਦਾ ਫੰਡ ਪਿੰਡ ਦੇ ਵਾਸਤੇ ਹੁੰਦਾ, ਇਹ ਆਪਣੀਆਂ ਜੇਬਾਂ ਭਰਨ ਤੇ ਲੱਗੇ ਹੋਏ ਨੇ। ਇਹਨਾਂ ਨੂੰ ਜ਼ਰਾ ਇਹ ਸਿੱਖਿਆ ਦਿੱਤੀ ਜਾ ਸਕਦੀ। ਵੈਸੇ ਇਹ ਸਿੱਖਿਆ ਇਹਨਾਂ 'ਤੇ ਵੀ ਲਾਗੂ ਹੁੰਦੀ ਹੈ। ਇਹਨੂੰ ਬਰੀਫ ਜੇ ਆਪਾਂ ਕਰਦੇ ਹਾਂ ਇਸ ਮੁੱਦੇ ਦੇ ਉੱਤੇ ਦੱਸ ਦਿਓ। ਵੇਖੋ, ਪਤਾ ਕੀ ਨਗਰ ਪਾਲਿਕਾ ਦਾ, ਮਿਊਨਿਸਪਲ ਕਾਰਪੋਰੇਸ਼ਨ ਕਮੇਟੀਆਂ ਜਿਹੜੀਆਂ, ਉਹਨਾਂ ਦਾ ਅੱਗੇ ਆਡਿਟ ਹੁੰਦਾ ਸੀ। ਈਵਨ ਬਚੀ ਸੀ ਕਿ ਪੰਚਾਇਤ ਦੇ ਵਿੱਚ ਕੋਈ ਆਡਿਟ ਨਹੀਂ ਸੀ ਹੁੰਦਾ। ਹੁਣ ਇਹਨਾਂ ਨੇ, ਇਹ ਸਰਕਾਰ ਨੇ ਕਹਿਤਾ ਕਿ 100% ਇਹਨਾਂ ਦਾ ਆਡਿਟ ਹੋਊਗਾ। ਜਿਹੜੇ ਫੰਡ ਦਿੱਤੇ ਆ ਉਹਨਾਂ 'ਚੋਂ ਕੱਢਿਆ ਜਾਊਗਾ, ਇਹਨਾਂ ਨੇ ਕਿੱਥੇ ਖਰੀਦੇ ਆ, ਕਿੱਥੇ ਗਲੀਆਂ ਬਣੀਆਂ, ਨਾਲੀਆਂ ਬਣੀਆਂ, ਪੁਲੀਆਂ ਬਣੀਆਂ, ਕਿੱਥੇ ਜਾ ਕੇ ਇਹਨਾਂ ਨੇ ਪੁਲ ਬਣਾਏ ਆ, ਕੀ ਕੁਛ ਕੀਤਾ, ਜਿਹੜੀ ਪਿੰਡਾਂ ਦੇ ਵਿਕਾਸ ਲਈ ਸੀਗਾ। ਉਹਦੇ ਵਿੱਚ ਹੁਣ ਲੋਕਾਂ ਨੂੰ ਪਤਾ ਲੱਗ ਗਿਆ। ਔਰ ਇਹ ਉਹਨਾਂ ਨੇ ਕਹਿਤਾ ਕਿ ਜਿਹੜੇ ਪਿਛਲੇ ਆ, ਪ੍ਰੈਜ਼ੈਂਟ ਵੀ ਜਿਹੜੇ ਸਾਡੇ ਟਾਈਮ ਦੇ ਹੈਗੇ, ਪਿਛਲੀਆਂ ਸਰਕਾਰਾਂ ਦੇ ਟਾਈਮ ਦੀਆਂ, ਕਾਂਗਰਸ ਤੇ ਅਕਾਲੀ ਦਲ ਦੇ ਟਾਈਮ ਦੀਆਂ, ਉਹਦੇ ਵਿੱਚ ਕਈਆਂ ਨੂੰ ਨਕੇਲ ਪੈ ਗਈ ਹੈ, ਕਈਆਂ ਦਾ ਰੌਲਾ ਪੈ ਗਿਆ ਕਿ ਇਹਨਾਂ ਨੇ ਪੈਸਾ ਇੱਧਰ ਲਾਤਾ। ਇੱਟਾਂ ਜਿਹੜੀਆਂ ਲਿਆਂਦੀਆਂ ਉਹ ਇਹਨਾਂ ਨੇ ਇੱਥੇ 2 ਲੱਖ ਲਿਖੀ ਹੈ, ਆਈ ਇੱਥੇ 15,000 ਹੀ ਆ। ਜਿੱਥੇ ਸੀਮੈਂਟ ਦੀਆਂ ਬੋਰੀਆਂ 400 ਲਿਖੀਆਂ ਤੇ 150 ਹੀ ਆਈ ਆ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆਈਆਂ, ਜਿਹਦੇ 'ਚ ਬਲਾਕ ਡਿਵੈਲਪਮੈਂਟ ਆਫੀਸਰ ਵੀ ਇਨਵੋਲਵ ਹੈਗੇ ਆ, ਜਿਹਦੇ 'ਚ ਉਸ ਟਾਈਮ ਦੇ DC ਵੀ ਇਨਵੋਲਵ ਹੈਗੇ ਆ। ਉਹਨਾਂ ਦੇ ਵੀ ਸਾਈਨ ਹੋਏ ਆ, ਸਰਪੰਚ ਦੇ ਵੀ ਸਾਈਨ ਹੋਏ ਆ, ਮਤੇ ਵੀ ਪਾਸ ਹੋਏ ਆ, ਔਰ ਵਿਕਾਸ ਦੀਆਂ ਯੋਜਨਾਵਾਂ ਵੀ ਬਣੀਆਂ। ਇਹ ਸਾਰੀਆਂ ਯੋਜਨਾਵਾਂ 'ਤੇ ਔਰ ਉਹਨਾਂ ਨੂੰ ਕੀ ਕੁਛ ਕੀ ਹੋਇਆ, ਇਹ ਸਾਰਾ ਜਿਹੜਾ ਪੱਖ ਦਾ ਮੁੱਦਾ ਵਾ ਇਸ ਵੇਲੇ ਇਸ ਸਰਕਾਰ ਨੇ ਚੁੱਕਿਆ। ਇਹ ਸਰਕਾਰ ਵੈਸੇ ਕਈਆਂ ਦੇ ਨਕੇਲਾਂ ਪਾਈਆਂ ਇਹਨਾਂ ਨੇ, ਕਈ ਕੁਛ ਕੀਤਾ ਨਾ, ਮੰਤਰੀ ਵੀ ਫੜੇ ਗਏ ਕਈ, ਔਰ ਇਹਦੇ ਵਿੱਚ ਪੰਚਾਇਤਾਂ ਵੀ ਸਾਹਮਣੇ ਆ ਰਹੀਆਂ। ਔਰ ਲੱਗਦਾ ਕਿ ਸਟੈਪ ਤਾਂ ਅੱਛਾ, ਕਿਉਂਕਿ ਅੱਗੇ ਤੋਂ ਇਹ ਥੋੜ੍ਹਾ ਜਿਹਾ ਸਤਰਕ ਹੋ ਜਾਣਗੇ ਸਾਰੇ, ਸਰਪੰਚ ਵੀ, ਮੈਂਬਰ ਵੀ, ਪੰਚਾਇਤਾਂ ਵੀ। ਕਿਉਂਕਿ ਜਿਹੜਾ ਪਿੰਡਾਂ ਦੇ ਵਿਕਾਸ ਲਈ ਪੈਸਾ ਆ ਰਿਹਾ ਉਹ ਤਾਂ ਉੱਥੇ ਲੱਗੇ ਜਿੱਥੋਂ ਦਾ ਵਿਕਾਸ ਹੋਣਾ। ਗਲੀਆਂ ਤਾਂ ਓਪਨ ਕੀਤੀਆਂ, ਉਹਦੇ ਵਿੱਚ ਮੱਛਰ ਆ ਰਿਹਾ, ਮੱਖੀਆਂ ਉੱਡ ਰਹੀਆਂ, ਉਹਨੂੰ ਤਾਂ ਕਵਰ ਹੋਣਾ ਚਾਹੀਦਾ ਨਾ। ਗਲੀ ਬਣਾਤੀ ਜੀ, ਗਲੀ ਬਣਾਤੀ, ਪਾਣੀ ਉਹ ਚਾਰੇ ਇੱਟਾਂ ਲਾ ਕੇ ਵਿੱਚੋਂ ਪਲਸਤਰ ਕਰਤੀ ਤੇ ਪਾਣੀ ਆ ਰਿਹਾ ਬਾਹਰ, ਸੀਵਰੇਜ ਪਾਇਆ ਨਹੀਂ ਕੁਛ ਵੀ, ਪਾਣੀ ਬਾਹਰ ਘੁੰਮ ਰਿਹਾ ਹੈ ਕਿ ਨਹੀਂ। ਉਹਦਾ ਨਾਂ ਆਉਂਦਾ ਜੀ ਅਸੀਂ ਪਾਣੀ ਦਾ ਨਿਕਾਸ ਕਰਤਾ।
ਟੂਟੀਆਂ ਲੱਗੀਆਂ ਨਹੀਂ ਗਈਆਂ, ਟੂਟੀਆਂ ਖਾਲੀ ਲੱਗੀਆਂ, ਪਾਣੀ ਦਾ ਹੈ ਹੀ ਕੁਝ ਨਹੀਂ ਹੈਗਾ, ਮੋਟਰ ਨਹੀਂ ਲੱਗੀ, ਪੈਸਾ ਹੜੱਪ ਹੋ ਰਿਹਾ। ਔਰ ਬਹੁਤ ਸਰਪੰਚ ਪਹਿਲੋਂ ਵੀ ਫੜੇ ਗਏ, ਹੁਣ ਵੀ ਉਹਨਾਂ 'ਤੇ ਨਕੇਲ ਕੱਸੀ ਗਈ ਹੈ ਔਰ ਦੋਸ਼ ਮੜੇ ਗਏ ਆ। ਇਹ ਗਲਤ ਗੱਲ ਹੈਗੀ ਆ। ਕੋਈ ਵੀ ਜਿਹੜੀ ਪੰਚਾਇਤ ਹੋਵੇ, ਮਿਊਨਿਸਪਲ ਕਾਰਪੋਰੇਸ਼ਨ ਹੋਵੇ, ਹੈ ਨਾ, ਉਹਦੇ ਵਿੱਚ ਬਾਕੀ ਜਿਹੜੀਆਂ ਜਥੇਬੰਦੀਆਂ ਹੋਰ ਵੀ ਕੰਮ ਕਰ ਰਹੀਆਂ, NGOs ਵੀ ਹੈਗਾ, ਉਹ ਵੀ ਕਰ ਰਹੀਆਂ। ਲੋਕਾਂ ਦਾ ਤਾਂ ਭਲਾ ਕਰੋ, ਆਪਣਾ ਕਰਨਾ ਥੋੜ੍ਹਾ ਬਹੁਤ ਕਰੋ, ਪਰ ਇਹ ਨਹੀਂ ਹੈਗਾ ਸਾਰੀ ਝੋਲੀ ਆਪਣੇ 'ਚ ਇੱਧਰ ਪਾ ਕੇ ਆਪਣਾ ਬਟੂਆ ਭਰ ਲਓ ਤਾਂ ਉਹਨਾਂ ਨੂੰ 2 ਰੁਪਈਏ ਜਾਣ। ਕਿਉਂਕਿ ਜਿਸ ਤਰ੍ਹਾਂ ਰਾਜੀਵ ਗਾਂਧੀ ਨੇ ਇੱਕ ਵਾਰੀ ਕਿਹਾ ਸੀਗਾ ਉੱਥੋਂ, ਜਾਂ ਜਦੋਂ ਪ੍ਰਧਾਨ ਮੰਤਰੀ ਸੀਗੇ, ਉਹਨਾਂ ਕਿਹਾ ਸੀ ਮੈਂ ਪੰਜਾਬ 'ਚ ਤਾਂ ਪੈਸਾ ਰੁਪਈਆ ਪੂਰਾ ਭੇਜਦਾ, ਅਤੇ ਉੱਥੇ 4 ਆਨੇ ਜਾਂਦੇ ਆ ਰੁਪਈਏ 'ਚੋਂ, ਮਤਲਬ ਹਾਂ 75 ਪੈਸੇ ਜਾਂਦੇ ਆ, ਉਹ 75 ਪੈਸੇ ਲੋਕ ਖਾ ਜਾਂਦੇ ਆ। ਇਹ ਗੱਲ ਵੇਖ ਲਓ, ਇਹ ਗੱਲ ਉਦੋਂ ਤੋਂ ਹੀ ਚੱਲਦੀ ਆ ਰਹੀ, ਹੁਣ ਨਹੀਂ ਚੱਲਦੀ, ਸ਼ੁਰੂ ਤੋਂ ਚੱਲੀ ਆ ਰਹੀ ਹੈ। ਮਤਲਬ ਇੱਕ ਤਾਂ ਕਹਿੰਦੇ ਨੇ ਨਾ ਸਵੇਰੇ ਉੱਠ ਕੇ ਰੱਬ ਨੂੰ ਮੱਥਾ ਟੇਕਦੇ ਨੇ, ਕੁਝ ਲੋਕ ਹੁੰਦੇ ਨੇ ਉਹ ਕਹਿੰਦੇ ਨੇ ਹੇ ਬੇਈਮਾਨੀ ਤੇਰਾ ਹੀ ਆਸਰਾ, ਉਹ ਬੇਈਮਾਨੀ ਨੂੰ ਮੱਥਾ ਟੇਕਦੇ ਨੇ, ਫਿਰ ਕੰਮ ਸ਼ੁਰੂ ਕਰਦੇ ਨੇ ਆਪਣਾ। ਸੋ ਇਹ ਆਪਾਂ ਹੁਣ ਇਹਨਾਂ ਬਾਰੇ ਹੋਰ ਕੁਝ ਖਾਸ ਗੱਲ ਕਰ ਨਹੀਂ ਸਕਦੇ, ਬਹੁਤ ਕੁਝ ਪਤਾ ਲੋਕਾਂ ਨੂੰ, ਸਭ ਕੁਝ ਪਤਾ, ਲੋਕ ਸਿਆਣੇ ਨੇ। ਹਾਂ, ਸੋ ਆਪਾਂ ਅੱਗੇ ਵਧੀਏ ਜੀ। ਆਮ ਆਦਮੀ ਪਾਰਟੀ ਨੂੰ ਸਰਕਾਰ ਨਹੀਂ ਚਲਾਉਣੀ ਆਉਂਦੀ, ਇਹ ਚਰਨਜੀਤ ਸਿੰਘ ਚੰਨੀ ਕਹਿੰਦੇ ਪਏ ਨੇ, ਜੋ ਸਾਬਕਾ ਮੁੱਖ ਮੰਤਰੀ ਨੇ, ਔਰ ਉਹਨਾਂ ਦੇ ਉੱਤੇ ਵੀ ਹੁਣ ਇਨਕੁਆਇਰੀ ਚੱਲਦੀ ਪਈ ਹੈ, ਉਹਨਾਂ ਨੂੰ ਵੀ ਬੁਲਾਇਆ ਜਾਂਦਾ ਬਾਰ-ਬਾਰ। ਉਹੀ ਸਾਰੇ ਨੇ, ਉਹੀ ਸਾਰੇ ਧੰਦੇ। ਇਹ ਹੁਣੇ ਬਿਆਨ ਲੱਗ ਗਿਆ ਉਹਨਾਂ ਨੇ, ਇਹ ਵੈਸੇ ਬਿਆਨ ਲੱਗ ਗਿਆ ਇਸ ਕਰਕੇ ਹੈਗਾ ਕਿ ਇਹ ਬਿਆਨ ਨਹੀਂ, ਇਹ ਬੰਬ ਹੀ ਹੁੰਦੇ ਆ। ਇਹ ਜ਼ਿਮਨੀ ਚੋਣਾਂ ਵੀ ਆ ਰਹੀਆਂ, ਉਹਦੇ ਵਿੱਚ ਵੀ ਆਏ ਜਲੰਧਰੋਂ ਵੀ 2-4 ਵਾਰੀ ਹੋ ਗਏ ਆ, ਔਰ ਇਹ ਕਾਂਗਰਸ ਪੱਖੀ ਤਾਂ ਬੋਲਣਾ ਹੀ ਇਹਨਾਂ ਨੇ, ਵਿਰੋਧੀ ਤੌਰ ਤੇ ਬੋਲ ਰਹੇ ਆ, ਨਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ। ਪਰ ਜੋ ਇਹਨਾਂ ਨੇ ਕਿਹਾ ਵੀ ਉਹਨਾਂ ਨੂੰ ਸਰਕਾਰ ਨਹੀਂ ਚਲਾਉਣੀ ਆਉਂਦੀ, ਔਰ ਇਹਨਾਂ ਨੇ ਤਾਂ 3 ਮਹੀਨੇ ਚਲਾਈ ਹੈ, ਤੇ 3 ਮਹੀਨੇ 'ਚ ਨਹੀਂ ਬੰਦਾ ਬਹੁਤ ਕੁਝ ਸਿੱਖ ਜਾਂਦਾ। ਸਰਕਾਰ ਚਲਾਉਣ ਲਈ ਹੁਣ ਬਾਦਲ ਸਾਹਿਬ ਨੇ ਤਾਂ 18 ਸਾਲ 20 ਸਾਲ 25 ਸਾਲ ਚਲਾਈ ਹੈ ਸਰਕਾਰ, ਔਰ ਉਸ ਸਰਕਾਰ ਚਲਾਉਣ ਵਿੱਚ ਉਹ ਵੀ ਬੜੇ ਮਹਾਰਥੀ ਹੋਏ ਆ, ਔਰ ਲੋਕ ਫਿਰ ਵੀ ਖੁਸ਼ ਨੇ ਉਹਨਾਂ ਤੋਂ। ਕੰਮ ਕੀਤੇ ਉਹਨਾਂ ਨੇ, ਪੰਜਾਬ ਦੇ ਪੁਲ ਬਣਾਏ ਆ, ਨਹਿਰਾਂ ਬਣਾਈਆਂ, ਪੰਜਾਬ ਦੇ ਖਾਲ ਸੂਏ, ਪਾਣੀ ਦੇ ਵਾਟਰ ਰਿਸੋਰਸਿਸ, ਬਹੁਤ ਕੁਝ ਬਣਾ ਕੇ ਦਿੱਤਾ ਪੰਜਾਬ ਨੂੰ। ਪਰ ਪੰਜਾਬ ਨੂੰ ਖੁਸ਼ ਕਰਨਾ ਬੜੀ ਦੂਰ ਦੀ ਗੱਲ ਹੁੰਦੀ ਆ। ਉਹਨਾਂ 'ਤੇ ਵੀ ਕਈ ਬਲੇਮ ਲੱਗੇ ਆ, ਕਈ ਕੁਝ ਹੋਇਆ, ਔਰ ਜਿਹੜੀ ਮੌਕੇ ਦੀ ਹਕੂਮਤ ਆ, ਸਰਕਾਰ ਆ, ਇਹ ਤਾਂ ਜੇ ਕੰਮ ਸ਼ੁਰੂ ਕੀਤਾ, ਇਹਨਾਂ 'ਤੇ ਵੀ ਬਲੇਮ ਲੱਗ ਰਹੇ ਆ। ਔਰ ਬੁਲਾਉਂਦਾ ਕੌਣ ਹੈ? ਜਿਹੜੀਆਂ ਵਿਰੋਧੀ ਧਿਰਾਂ ਨੇ। ਪੰਜਾਬ ਦੇ ਲੋਕਾਂ ਵੱਲੋਂ, ਪਬਲਿਕ ਵੱਲੋਂ ਜਾਂ ਪ੍ਰਵਾਸੀ ਭਾਰਤੀਆਂ ਵੱਲੋਂ ਕੁਝ ਨਹੀਂ ਅਜੇ ਤੱਕ ਆਇਆ ਇਸ ਤਰ੍ਹਾਂ ਦੀ ਗੱਲ। ਜਦੋਂ ਜੇਕਰ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਪ੍ਰਵਾਸੀ ਭਾਰਤੀ ਇਹਨਾਂ ਦੇ ਅਗੇਂਸਟ ਹੋ ਜਾਣਗੇ, ਤੇ ਫਿਰ ਇਹਨਾਂ ਨੂੰ ਭੱਜਣ ਲਈ ਰਾਹ ਨਹੀਂ ਲੱਭਣਾ, ਕਿਉਂਕਿ ਵੋਟ ਸਿਸਟਮ ਉਹਨਾਂ ਕੋਲ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਚੁੱਪ ਕਰਕੇ ਪਾਸੇ ਕਰ ਦੇਣਾ ਇਹਨਾਂ ਨੂੰ, ਜੇ ਉਲਟ ਚੱਲਣਗੇ ਜਾਂ ਕਈਆਂ ਕਥੀਆਂ ਗੱਲਾਂ ਦੇ ਉੱਤੇ ਨਿਰਭਰ ਨਹੀਂ ਹੋਣਗੇ। ਪਰ ਇਹਨਾਂ ਨੇ ਵੀ ਕਿਹਾ, ਕਿਉਂਕਿ ਇਹ ਵੀ ਇੱਕ ਰੁਤਬੇ ਤੇ ਰਿਟਾਇਰ ਆਪਣੇ ਸਾਬਕਾ ਮੁੱਖ ਮੰਤਰੀ ਰਹੇ ਆ, ਇਹਨਾਂ ਨੇ ਕਿਹਾ, ਇਹਨਾਂ ਦਾ ਕਹਿਣਾ ਬਣਦਾ ਵੀ ਹੈਗਾ ਕਿਉਂਕਿ ਵਿਰੋਧੀ ਪਾਰਟੀ ਹੈਗੀ ਆ। ਪਰ ਉਹਦੇ ਵਿੱਚ ਲੋਕਾਂ ਨੇ ਇਹਦੀ ਆਲੋਚਨਾ ਕੀਤੀ ਕਿ ਉਹਨਾਂ ਨੇ 3 ਮਹੀਨੇ 'ਚ ਇੰਨਾ ਕੁਝ ਸਿੱਖ ਲਿਆ ਕਿ ਇਹਨਾਂ ਨੂੰ ਪਤਾ ਵੀ ਇਹੀ ਸਰਕਾਰ ਚਲਾ ਸਕਦੇ, ਹੋਰ ਕਿਸੇ ਨੂੰ ਆਉਂਦਾ ਨਹੀਂ ਹੈਗਾ, ਹੈ ਕਿ ਨਹੀਂ? ਕਿ ਇਹ ਸਾਰਾ ਜਿੱਦਾਂ ਕੋਈ ਇਹਨਾਂ ਨੇ ਹੈਲੀਕਾਪਟਰ ਚਲਾਉਣਾ ਤਾਂ ਹਰ ਬੰਦਾ ਚਲਾ ਨਹੀਂ ਸਕਦਾ, ਹੈ ਕਿ ਨਹੀਂ? ਉਹ ਚਲਾਉਣ ਦੀ ਗੱਲ ਹੈਗੀ ਆ ਵੀ ਇਹ ਗੱਡਾ ਹੀ ਹੈਗਾ ਜਿੱਥੇ ਪਸ਼ੂ ਅੱਗੇ ਜੋਏ ਆ, ਗੱਡਾ ਹੈਕਨੇ ਆ ਤਤਾ ਛਾਵਾ ਕਰਕੇ ਚਲਾਉਣਾ ਪੰਜਾਬ ਦਾ ਜਿਹੜਾ ਹੈਗਾ। ਔਰ ਜਿਸ ਤਰ੍ਹਾਂ ਉਹਨਾਂ ਨੇ ਚਲਾਇਆ ਉਸੇ ਤਰ੍ਹਾਂ ਇਹ ਚਲਾਈ ਜਾ ਰਹੇ ਆ। ਚਲਾਉਣ ਦੇ ਵਿੱਚ ਕਈ ਚੀਜ਼ਾਂ ਖਾਮੀਆਂ ਰਹਿੰਦੀਆਂ, ਉਹਨਾਂ 'ਚ ਵੀ ਹੈਗੀਆਂ, ਇਹਨਾਂ 'ਚ ਵੀ ਰਹਿ ਗਈਆਂ। ਲੋਕਾਂ ਨੂੰ ਖੁਸ਼ ਕਰਨਾ, ਇੱਕ ਪਰਿਵਾਰ ਨੂੰ ਖੁਸ਼ ਕਰਨਾ, ਜਿਹੜਾ ਘਰ ਦਾ ਵੱਡਾ ਚੌਧਰੀ ਜਾਂ ਪਰਿਵਾਰ ਦਾ ਵੱਡਾ ਪੈਰੋਕਾਰ ਆ ਨਿਭਾਉਣ ਵਾਲਾ, ਉਹ ਨਹੀਂ ਖੁਸ਼ ਕਰ ਸਕਦਾ ਪਰਿਵਾਰ ਦੇ ਸਾਰਿਆਂ ਨੂੰ। ਸਾਰਿਆਂ ਦੇ ਬਾਪੂ ਬਟੂਆ ਖੋਲ, ਮੈਂ ਮੋਟਰਸਾਈਕਲ ਲੈਣਾ, ਸਾਰਿਆਂ ਦੇ ਬਾਪੂ ਪੈਸੇ ਕੱਢ, ਮੈਂ ਇੰਗਲੈਂਡ ਜਾਣਾ, ਬਾਪੂ ਨੂੰ ਸਾਰਿਆਂ ਨੂੰ ਸੰਭਾਲਣਾ ਔਖਾ ਜਾਂਦਾ। ਬਿਲਕੁਲ, ਇੱਕ ਅੰਗਰੇਜ਼ੀ 'ਚ ਕਹਾਵਤ ਹੈ, ਹੀ ਲੇਬਰਸ ਇਨ ਵੇਨ ਹੂ ਟਰਾਈਜ਼ ਟੂ ਪਲੀਜ਼ ਆਲ। ਉਹ ਬੰਦਾ ਵਿਅਰਥ 'ਚ ਕੋਸ਼ਿਸ਼ ਕਰਦਾ ਜੋ ਸਭ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ, ਕਿਉਂਕਿ ਤੁਸੀਂ ਸਭ ਨੂੰ ਖੁਸ਼ ਨਹੀਂ ਕਰ ਸਕਦੇ। ਚਲੋ ਆਪਾਂ ਹੁਣ ਅੱਗੇ ਵਧੀਏ ਜੀ। ਜ਼ਿਮਨੀ ਚੋਣਾਂ ਵਿੱਚ ਮੂਸੇਵਾਲੇ ਜੀ ਦਾ ਪਰਿਵਾਰ ਆਏਗਾ ਔਰ ਉਹ ਪ੍ਰਚਾਰ ਕਰੇਗਾ। ਕਾਂਗਰਸ ਵਾਸਤੇ ਪ੍ਰਚਾਰ ਕਰਨਾ, ਕਿਉਂਕਿ ਮੂਸੇਵਾਲਾ ਕਾਂਗਰਸ ਤੋਂ ਹੀ ਸੀਗੇ। ਜਦੋਂ ਇਹ ਸਰਕਾਰ ਬਣੀ ਆ, ਜ਼ਿਮਨੀ ਚੋਣਾਂ ਆ ਰਹੀਆਂ, ਉਹਦੇ ਵਿੱਚ ਜਿਹੜੀ ਸਿੱਧੂ ਮੂਸੇਵਾਲੇ ਦੇ ਫਾਦਰ ਨੇ, ਉਹਨਾਂ ਦਾ ਬਿਆਨ ਆਇਆ ਕਿ ਅਸੀਂ ਜ਼ਿਮਨੀ ਚੋਣਾਂ ਦੇ ਵਿੱਚ ਮੁਖਾਲਫਤ ਕਰਾਂਗੇ ਇਸ ਸਰਕਾਰ ਦੀ, ਜਿਹੜੀ ਮੌਜੂਦਾ ਸਰਕਾਰ ਹੈ, ਕਿ ਉਹਨਾਂ ਨੇ ਸਾਡੇ ਪੁੱਤਰ ਦੇ ਕਤਲ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਤਰੀਕੇ ਨਾਲ ਫੜਿਆ ਨਹੀਂ ਗਾ, ਔਰ ਜਿੱਥੇ ਵੀ ਹੈਗੇ ਜੋ 1-2 ਜੇਲ੍ਹ 'ਚ ਹੈਗੇ ਆ, ਉਹਨਾਂ ਦਾ ਮੁੱਦਾ ਇਹਨਾਂ ਨਾਲ ਬਹੁਤਾ ਨਹੀਂ ਮਿਲਦਾ। ਔਰ ਉਹਨਾਂ ਨੇ ਇਹ ਕਿਹਾ ਹੈਗਾ ਕਿ ਜਦੋਂ ਸਿੱਧੂ ਮੂਸੇਵਾਲਾ ਦੀ ਚੜ੍ਹਤ ਸੀ ਪੂਰੀ, ਔਰ ਉਦੋਂ ਤੋਂ ਇਹਨਾਂ ਦੇ ਜਿਹੜੀ ਵਿਡਰਾ ਕਰ ਲਈ ਸਿਕਿਉਰਿਟੀ ਵਿਡਰਾ ਕਰਕੇ ਫਿਰ ਉਹਨੂੰ ਅਖਬਾਰਾਂ ਵਿੱਚ ਛਾਇਆ ਕਰ ਦਿੱਤਾ। ਔਰ ਜਿਹੜੇ ਵਿਰੋਧੀ ਤਾਕਤਾਂ ਨੇ ਜਿਹੜੇ ਉਹਨਾਂ ਤੋਂ ਖਾਰ ਖਾਂਦੇ ਸੀ, ਉਹਨਾਂ ਨੂੰ ਪਤਾ ਲੱਗ ਗਿਆ। ਉਹਨਾਂ ਨੇ ਕਹਿੰਦੇ ਮੇਰੇ ਪੁੱਤਰ 'ਤੇ ਕਾਤਲਾਨਾ ਹਮਲਾ ਕਰ ਦਿੱਤਾ, ਔਰ ਦਿਨ ਦਿਹਾੜੇ ਜਵਾਰ ਕੇ ਪਿੰਡ ਦੇ ਵਿੱਚ ਆ ਕੇ ਘੇਰ ਕੇ ਉਹਦੀ ਥਾਰ ਗੱਡੀ ਤੋਂ ਲਾ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ। ਔਰ ਉਹ ਖਫਾ ਇਸ ਗੱਲ ਤੋਂ ਆ ਕਿ ਕਿੰਨੇ ਸਾਲ ਤੋਂ ਉੱਪਰ ਹੋ ਗਿਆ,
ਅਜੇ ਤੱਕ ਕੁਝ ਵੀ ਇਹਦੇ ਕੋਈ ਖੁਰਾ ਖੋਜ ਨਹੀਂ ਮਿਲਿਆ। ਉਹ ਕਹਿੰਦੇ ਅਸੀਂ ਸਰਕਾਰ ਦੇ ਉਲਟ ਰਵਾਂਗੇ, ਜਲੰਧਰ ਦੇ ਵਿੱਚ ਅਸੀਂ ਪ੍ਰਚਾਰ ਵੀ ਕਰਾਂਗੇ ਇਸ ਸਰਕਾਰ ਦੇ ਉਲਟ, ਆਪ ਦੇ ਮੌਜੂਦਾ ਸਰਕਾਰ ਦੇ, ਕਿ ਕਿਉਂਕਿ ਹੁੰਦਾ ਹੀ ਹੈ, ਦੁੱਖ ਤਾਂ ਹੈ, ਕਿਉਂਕਿ ਉਹਨਾਂ ਦਾ ਜਵਾਨ ਪੁੱਤ ਦਾ ਜਿਹੜਾ ਕਤਲ ਕਰ ਦਿੱਤਾ ਗਿਆ, ਜਿਹਦੀ ਚੜ੍ਹਤ ਇੰਨੀ ਜ਼ਿਆਦਾ ਸੀਗੀ, ਵਿਸ਼ਵ ਦੇ ਪੂਰੇ ਅੰਤਰਰਾਸ਼ਟਰੀ ਤੌਰ 'ਤੇ ਵੱਡਾ ਗਾਇਕ ਸੀਗਾ। ਅੱਜ ਵੀ ਉਹਦੇ ਗੀਤ ਜੇ ਕਿਤੇ YouTube ਜਾਂ Facebook 'ਤੇ ਆਉਂਦੇ ਆ ਔਰ ਇੱਕਦਮ ਹੀ ਕਰੋੜਾਂ ਅਰਬਾਂ ਦੇ ਲੋਕਾਂ ਦਾ ਜਿਹੜਾ ਵੀਵਰਸ ਜਿਹੜੇ ਆ ਉਹਨੂੰ ਪਸੰਦ ਕਰਦੇ ਆ। ਉਹਦੀ ਗਾਇਕੀ ਦਾ ਕੋਈ ਹਾਣੀ ਨਹੀਂ ਸੀਗਾ ਔਰ ਗਾਇਕੀ ਉਹਨਾਂ ਦੀ ਬਹੁਤ ਅੱਛੀ ਸੀ, ਆਪਣਾ ਸਟਾਈਲ ਸੀਗਾ। ਪਰ ਉਹਨਾਂ ਦਾ ਮਾਂ ਪਿਓ ਜਿਹੜਾ ਹੁਣ ਉਹ ਵਿਚਾਰੇ ਬਹੁਤ ਵੱਡੀ ਤਰਾਸਦੀ 'ਚੋਂ ਗੁਜ਼ਰ ਰਹੇ ਆ ਔਰ ਉਹਨਾਂ ਨੂੰ ਇਲੈਕਸ਼ਨ ਤਾਂ ਨਹੀਂ ਸੋਚ ਰਹੀ। ਜਿਹੜੀ ਇਲੈਕਸ਼ਨ ਆ ਇਹ ਤਾਂ ਰੁਤਬਾਜ ਨੇ, ਕੈਂਡੀਡੇਟ ਨੇ, ਪਰ ਇਹਨਾਂ ਦੇ ਬੇਟੇ ਨੇ ਵੀ ਕਾਂਗਰਸ ਦੇ ਕੈਂਡੀਡੇਟ ਵਜੋਂ ਇਲੈਕਸ਼ਨ ਲੜੀ ਸੀਗੀ ਔਰ ਕਾਂਗਰਸ ਨਾਲ ਇਹਨਾਂ ਦਾ ਮੇਲ ਜੋਲ ਵੱਧਦਾ ਰਿਹਾ। ਉਦੋਂ ਨਵਜੋਤ ਸਿੱਧੂ ਜੀ ਲੈ ਕੇ ਆਏ ਇਹਨੂੰ, ਸਿੱਧੂ ਮੂਸੇਵਾਲੇ ਨੂੰ ਪਾਰਟੀ ਦੇ ਵਿੱਚ, ਕਿਉਂਕਿ ਇਸ ਵੇਲੇ ਜਿਮਨੀ ਚੋਣਾਂ ਦੀ ਮੁਹਿੰਮ ਨੇ ਰੰਗ ਫੜਿਆ ਹੈਗਾ ਅਤੇ ਉਹਨਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਔਰ ਬਣਦਾ ਵੀ ਹੈਗਾ। ਜਿਨ੍ਹਾਂ ਦਾ ਜਵਾਨ ਪੁੱਤ ਇਸ ਜੱਗ ਤੋਂ ਤੁਰ ਗਿਆ ਹੋਵੇ ਔਰ ਉਸ ਦਾ ਨਾਂ ਵੀ ਇੰਨਾ ਵੱਡਾ ਨਾਂ ਹੋਵੇ, ਉਹਨੂੰ ਭੁਲਾਉਣਾ ਤਾਂ ਬਹੁਤ ਔਖੀ ਗੱਲ ਉਹਨਾਂ ਦੇ ਮਾਂ ਪਿਓ ਲਈ। ਔਰ ਉਹ ਖਫਾ ਨੇ, ਗੁੱਸੇ 'ਚ ਆ, ਉਹਨਾਂ ਦਾ ਗੁੱਸਾ ਜਿਹੜਾ ਹੈ ਬਿਲਕੁਲ ਜਾਇਜ਼ ਹੈ ਬਿਲਕੁਲ। ਸੋ ਅੱਗੇ ਵਧਦੇ ਹਾਂ ਆਪਾਂ, ਕਿਉਂਕਿ ਹਮੇਸ਼ਾ ਅਸੀਂ ਇਹੀ ਗੱਲ ਕਰਦੇ ਹਾਂ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ, ਹਮੇਸ਼ਾ ਇਸ ਗੱਲ ਨੂੰ ਲੈ ਕੇ ਚੱਲਦੇ ਹਾਂ ਕਿ ਕਿੱਦਾਂ ਦਾ ਮਾਹੌਲ ਪੰਜਾਬ ਦੇ ਅੰਦਰ ਬਣਿਆ ਹੋਇਆ ਹੈ, ਉਸ ਨੂੰ ਲੈ ਕੇ ਚੱਲਦੇ ਹਾਂ। ਉਸ ਮਾਹੌਲ ਦਾ ਪੰਜਾਬ ਦੀ ਤਰੱਕੀ ਉੱਤੇ, ਵਿਕਾਸ ਦੇ ਉੱਤੇ ਕੀ ਅਸਰ ਪੈਂਦਾ ਪਿਆ, ਉਹ ਵੀ ਅਸੀਂ ਦੇਖਦੇ ਹਾਂ। ਕਿਉਂਕਿ ਅਸੀਂ ਹਮੇਸ਼ਾ ਆਪਣੇ ਪਲੇਟਫਾਰਮ ਤੋਂ ਇਹ ਗੱਲ ਕਰਦੇ ਹਾਂ ਕਿ ਸਿਆਸਤ ਆਪਣੀ ਜਗ੍ਹਾ, ਸਹੀ ਗੱਲ, ਆਪਸ ਦੇ ਵਿੱਚ ਤੁਹਾਡੀ ਬਣਦੀ ਹੈ ਨਹੀਂ ਬਣਦੀ ਹੈ ਉਹ ਆਪਣੀ ਜਗ੍ਹਾ, ਪਰ ਪੰਜਾਬ ਦੇ ਲੋਕਾਂ ਦਾ ਕੀ ਕਸੂਰ ਹੈ, ਪੰਜਾਬ ਦਾ ਕੀ ਕਸੂਰ ਹੈ ਕਿ ਤੁਸੀਂ ਉਹਦੇ ਵੱਲ ਤਵੱਜੋ ਨਹੀਂ ਦੇ ਰਹੇ, ਆਪਸ 'ਚ ਇੱਕ ਦੂਜੇ ਨੂੰ ਮਿਹਣੋ ਮਿਹਣੀ ਹੋਈ ਜਾ ਰਹੇ ਹੋ। ਤੈਨੂੰ ਸਰਕਾਰ ਨਹੀਂ ਚਲਾਉਣੀ ਹੁੰਦੀ, ਉਹ ਕਹਿੰਦਾ ਤੈਨੂੰ ਸਰਕਾਰ ਨਹੀਂ ਚਲਾਉਣੀ ਹੁੰਦੀ। ਮਤਲਬ ਇਹ ਕੀ ਚੱਲਦਾ ਪਿਆ? ਸਰਕਾਰ ਹੈ ਕਿ ਗੱਡੀ ਹੈ? ਮਤਲਬ ਇਹ ਹੈ ਕਿ ਤੁਸੀਂ ਸੂਬੇ ਨੂੰ ਕਰਨਾ ਕੀ ਚਾਹੁੰਦੇ ਹੋ? ਤੁਹਾਡੀਆਂ ਆਪਣੀਆਂ ਕੁਸ਼ਤੀਆਂ ਦੇਖਣ ਵਾਸਤੇ ਤੇ ਲੋਕ ਨਹੀਂ ਨਾ ਬੈਠੇ ਕਿ ਤੁਸੀਂ ਫ੍ਰੀ ਸਟਾਈਲ ਰੈਸਲਿੰਗ ਕਰਦੇ ਪਏ, ਲੋਕੀ ਦੇਖਣ ਬੈ ਕੇ। ਲੋਕਾਂ ਨੂੰ ਰੋਜ਼ਗਾਰ ਚਾਹੀਦਾ ਹੈ, ਲੋਕਾਂ ਨੂੰ ਰੋਟੀ ਚਾਹੀਦੀ ਹੈ, ਲੋਕਾਂ ਨੂੰ ਇੱਜ਼ਤ ਚਾਹੀਦੀ ਹੈ, ਲੋਕਾਂ ਨੂੰ ਇੱਕ ਸੁਖਾਵਾਂ ਜੀਵਨ ਚਾਹੀਦਾ ਹੈ। ਉਹਦਾ ਤੁਸੀਂ ਪ੍ਰੋਮਿਸ ਕਰਦੇ ਹੋ ਜਦੋਂ ਤੁਸੀਂ ਇਲੈਕਸ਼ਨਸ ਲੜਨੀਆਂ ਹੁੰਦੀਆਂ ਨੇ, ਔਰ ਜਦੋਂ ਤੁਸੀਂ ਗੱਦੀ ਤੇ ਬਹਿ ਜਾਂਦੇ ਹੋ ਤੁਸੀਂ ਭੁੱਲ ਭੁਲਾ ਜਾਂਦੇ ਹੋ। ਗੱਲਾਂ ਨਾਲ ਜ਼ਰੂਰ ਤੁਸੀਂ ਸਾਰੀਆਂ ਗੱਲਾਂ ਕਰੀ ਜਾਂਦੇ ਹੋ ਔਰ ਛੋਟੀ ਜਿਹੀ ਗੱਲ ਕਰਦੇ ਹੋ ਔਰ ਐਡੇ ਐਡੇ ਵੱਡੇ ਹਸਤਿਆਰ ਦੇ ਦਿੰਦੇ ਹੋ, ਐਡੀਆਂ ਵੱਡੀਆਂ ਐਡਵਰਟੀਜ਼ਮੈਂਟਸ ਦੇ ਦਿੰਦੇ ਹੋ, ਪਤਾ ਨਹੀਂ ਤੁਸੀਂ ਕਿਹੜਾ ਕਮਾਲ ਕਰਕੇ ਰੱਖ ਦਿੱਤਾ। ਔਰ ਜਿਹੜਾ ਉੱਤੇ ਪੈਸਾ ਲੱਗਦਾ ਇਸ਼ਤਿਹਾਰਾਂ ਦੇ ਉੱਤੇ, ਉਹ ਪੈਸਾ ਉਹਨਾਂ ਲੋਕਾਂ ਦੇ 'ਚ ਕੰਮ ਆਵੇ ਜਿਨ੍ਹਾਂ ਲੋਕਾਂ ਨੂੰ ਲੋੜ ਹੈ, ਤਾਂ ਉਹ ਚੰਗਾ ਨਹੀਂ ਹੋਏਗਾ ਕਿ ਲੋਕਾਂ ਦੀ ਭਲਾਈ ਹੋਵੇ। ਇਹ ਇਸ਼ਤਿਹਾਰ ਦੇਣੇ ਜ਼ਰੂਰੀ ਨੇ। ਜਦੋਂ ਤੁਸੀਂ ਕੰਮ ਕੀਤਾ, ਕੰਮ ਆਪੇ ਦਿਖੂਗਾ, ਲੋਕੀ ਆਪੇ ਤੁਹਾਡੀ ਪਬਲਿਸਿਟੀ ਕਰ ਦੇਣਗੇ, ਤੁਹਾਨੂੰ ਵੱਡਾ ਵੱਡਾ ਰੌਲਾ ਪਾਉਣ ਦੀ ਕੀ ਲੋੜ ਪੈ ਗਈ ਹੈ। ਸੋ ਇਹ ਗੱਲਾਂ ਜਿਹੜੀਆਂ ਨੇ ਨਾ, ਇਹ ਬਚਕਾਨੀਆਂ ਲੱਗਦੀਆਂ ਨੇ, ਇਮੈਚਿਓਰ ਗੱਲਾਂ ਲੱਗਦੀਆਂ ਨੇ। ਇਸ ਕਰਕੇ ਇਹਨਾਂ ਗੱਲਾਂ ਤੋਂ ਬਾਹਰ ਆਉਣਾ ਚਾਹੀਦਾ ਹੈ। ਬਾਕੀ ਇਹ ਗੱਲਾਂ ਜਿਹੜੀਆਂ ਨੇ ਇੱਕ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਹੋ ਰਹੀ ਹੈ। ਸੋ ਆਪਾਂ ਅੱਗੇ ਵਧੀਏ। ਅੰਮ੍ਰਿਤਪਾਲ ਸਿੰਘ ਜੀ ਦੀ ਗ੍ਰਿਫਤਾਰੀ, ਉਸ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ 'ਚ ਕਾਫੀ ਚਰਚਾ ਹੋ ਰਹੀ ਹੈ। ਪੰਜਾਬ ਪੁਲਿਸ ਦੀ ਵੀ ਚਰਚਾ ਹੋ ਰਹੀ ਹੈ ਅਤੇ ਗ੍ਰਿਫਤਾਰੀ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ। ਅੰਮ੍ਰਿਤਪਾਲ ਦਾ ਜਿਹੜਾ ਗ੍ਰਿਫਤਾਰੀ ਹੈ, ਇਹ ਪੂਰੇ ਵਿਸ਼ਵ ਵਿੱਚ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਆ। ਪੂਰੀ ਦੁਨੀਆ 'ਚ ਲੋਕਾਂ ਦੀਆਂ ਨਜ਼ਰਾਂ ਸੀਗੀਆਂ ਕਿ ਖਾਸ ਤੌਰ 'ਤੇ ਇਹ ਖਬਰ ਆਉਂਦੀ ਪਈ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ ਔਰ ਕਿੱਥੇ ਆ। ਔਰ ਇਹਦੀ ਵੀਡੀਓ ਜ਼ਾਹਰ ਵੀ ਹੁੰਦੀ ਰਹੀ ਆ, ਵਾਇਰਲ ਹੁੰਦੀ ਰਹੀ ਹੈ ਵੀ ਅੱਜ ਨੇਪਾਲ 'ਚ ਆ, ਹੁਣ ਦਿੱਲੀ ਆ, ਉਹਨਾਂ ਦੀ ਗਲੀਆਂ 'ਚ ਘੁੰਮ ਰਹੇ ਆ ਔਰ ਬੜਾ ਕੁਝ ਹੋਇਆ। ਫੇਕ ਵੀਡੀਓ ਚੱਲਦੀਆਂ ਰਹੀਆਂ ਔਰ ਜਦੋਂ ਹੁਣ ਇਹ ਗ੍ਰਿਫਤਾਰ ਹੋਏ ਆ, ਇਹ ਪੰਜਾਬ ਵਾਰਿਸ ਜਥੇਬੰਦੀ ਆ, ਉਹਦੇ ਆਗੂ ਸੀਗੇ। ਵਾਰਿਸ ਪੰਜਾਬ ਉਹਦੇ ਆਗੂ ਸੀਗੇ ਔਰ ਇਹਦੇ ਵਿੱਚ ਇਹਨਾਂ ਨੇ ਹੁਣ ਰੋਡਾ ਪਿੰਡ ਹੈਗਾ ਮੋਗੇ ਜ਼ਿਲ੍ਹੇ ਦਾ, ਔਰ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਦਾ ਜੱਦੀ ਪਿੰਡ ਆ, ਉਸ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਨੇ ਗ੍ਰਿਫਤਾਰੀ ਦਿੱਤੀ ਹੈ। ਔਰ ਉਹਦੇ 'ਚ IG ਸੁਖਚੈਨ ਸਿੰਘ ਗਿੱਲ ਜੀ ਹੋਰਾਂ ਨੇ ਕਿਹਾ ਕਿ ਉਹਦੇ ਵਿੱਚ ਸਿਵਲ ਕੱਪੜਿਆਂ 'ਚ ਬਾਹਰ ਪੁਲਿਸ ਦੇ ਅਧਿਕਾਰੀ ਖੜ੍ਹੇ ਸੀਗੇ ਔਰ ਇਹ ਉਹਦੇ ਵਿੱਚ ਸੰਬੋਧਨ ਵੀ ਕਰ ਰਹੇ ਸੀ ਲੋਕਾਂ ਨੂੰ, ਜਿਹੜੇ ਲੋਕ ਸੰਗਤ ਬੈਠੀ ਸੀ। ਔਰ ਰਾਤ ਆਏ ਉੱਥੇ, ਜਿਹਦੇ ਵਿੱਚ ਰਾਤ ਆਉਣ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਕੁਝ ਪਤਾ ਲੱਗਾ ਔਰ ਜਸਬੀਰ ਸਿੰਘ ਰੋਡੇ ਉਸੇ ਪਿੰਡ ਦੇ ਆ, ਉਹਨਾਂ ਨੇ ਵੀ ਇਹ ਦੱਸਿਆ ਕਿ ਉਹ ਇਸ ਪਿੰਡ 'ਚ ਆ ਗਏ ਸੀ, ਸਾਨੂੰ ਪਤਾ ਲੱਗਾ। ਔਰ ਉਦੋਂ ਬਾਅਦ ਅਸੀਂ ਕਿਸੇ ਨੂੰ ਕੋਈ ਸੂਚਨਾ ਨਹੀਂ ਦਿੱਤੀ, ਕੁਝ ਨਹੀਂ ਹੈਗਾ, ਪਰ ਪੁਲਿਸ ਨੂੰ ਇੰਟੈਲੀਜੈਂਸ ਨੂੰ ਪਤਾ ਸੀ। ਇੰਟੈਲੀਜੈਂਸ ਪਲੱਸ ਪੰਜਾਬ ਪੁਲਿਸ, ਇਹਨਾਂ ਨੇ ਮਿਲ ਕੇ ਆਪਣੀ ਕੰਪੇਨ ਸ਼ੁਰੂ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਔਰ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਇਹ ਨਹੀਂ ਕੁਝ ਪਤਾ ਲੱਗ ਰਿਹਾ ਕਿ ਉਹ ਗ੍ਰਿਫਤਾਰ ਕੀਤਾ ਜਾਂ ਉਹਨਾਂ ਨੇ ਆਪ ਸਰੈਂਡਰ ਕੀਤਾ ਅੰਮ੍ਰਿਤਪਾਲ ਨੇ। ਚਲੋ ਜੋ ਵੀ ਹੈ ਹੋਇਆ ਤੇ ਗ੍ਰਿਫਤਾਰੀ ਆ। ਪਰ ਉਹ ਤੋਂ ਬਾਅਦ ਫਿਰ ਇਹ ਰਿਪੋਰਟ ਬਠਿੰਡਾ ਲੈ ਗਏ, ਬਠਿੰਡਾ ਤੋਂ ਫਿਰ ਉਹਨਾਂ ਨੇ ਹਵਾਈ ਉਡਾਨ ਰਾਹੀਂ ਡਿਬਰੂਗੜ੍ਹ ਅਸਾਮ 'ਚ ਲੈ ਕੇ ਉੱਥੇ ਉਹਨਾਂ ਨੂੰ ਜੇਲ੍ਹ ਬੰਦ ਕਰ ਦਿੱਤਾ। ਉਹਨਾਂ 'ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ, ਜਿਹਦੇ ਵਿੱਚ ਹੋਰ ਮੁੰਡੇ ਵੀ ਅੱਗੇ ਫੜੇ ਆ। ਇਹਦੇ ਕੋਈ ਸਾਥੀ ਆ, ਉਹ ਵੀ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਪਏ ਆ। ਔਰ ਹੁਣ ਇੱਕ ਲੀਗਲ ਟੀਮ ਆਈ ਹੈ SGPC ਦੀ,
ਉਹ ਉਹਦੇ 'ਚ ਹਰਜਿੰਦਰ ਸਿੰਘ ਧਾਮੀ ਔਰ ਉਹਦੇ ਨਾਲ ਹੋਰ ਵੀ ਕਰਤਾ ਧਰਤਾ ਜਿਹੜੇ ਲੀਗਲ ਕਾਨੂੰਨ ਨੂੰ ਜਾਣਦੇ ਆ, ਉਹਨਾਂ ਦੇ ਪਿੰਡ ਜੱਲੂਪੁਰ ਖੈੜਾ ਰਈਏ ਦੇ ਨਾਲ ਉੱਥੇ ਪਹੁੰਚੇ ਆ। ਉਹਨਾਂ ਦੇ ਮਾਂ ਪਿਓ ਨਾਲ ਮੁਲਾਕਾਤ ਕੀਤੀ ਆ। ਉਹਨਾਂ ਨੇ ਇਹ ਤਜਵੀਜ਼ ਰੱਖੀ ਹੈ ਕਿ ਜਦੋਂ ਜਾਣ ਕੇ ਬਾਈ ਏਅਰ ਇਹਨਾਂ ਦਾ ਮਾਂ ਪਿਓ ਵੀ ਜਾਊਗਾ, ਉਹਨਾਂ ਨਾਲ ਮੁਲਾਕਾਤ ਕਰਾਈ ਜਾਊਗੀ ਕਿ ਉਹ ਉੱਥੇ ਸਥਿਤ ਆ, ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਾ ਵਾ। ਔਰ ਉਹ ਮਾਂ ਪਿਓ ਉਹਦੇ ਮਦਰ ਦਾ ਵੀ ਜਿਹੜਾ ਸੀਗਾ ਐਲਾਨ ਸੀਗਾ, ਉਹਨਾਂ ਕਿਹਾ ਸੀ ਕਿ ਮੇਰਾ ਪੁੱਤਰ ਜੇ ਗਿਆ ਵਾ ਤਾਂ ਉਹ ਰੂਪਰੰਗ ਆਪਣੇ 'ਚ ਗਿਆ ਵਾ, ਸਿੱਖੀ ਬਾਣੇ ਦੇ ਵਿੱਚ ਆਪਣੇ ਆਪ ਨੂੰ ਗ੍ਰਿਫਤਾਰੀ ਦਿੱਤੀ ਉਹਨਾਂ ਨੇ। ਔਰ ਮਾਂ ਦਾ ਆਪਣਾ ਹਿਰਦਾ ਹੁੰਦਾ, ਮਾਂ ਨੇ ਆਪਣੇ ਪੁੱਤਰ ਨੂੰ ਯੋਧਾ ਕਿਹਾ ਔਰ ਬੜਾ ਤਰੀਕੇ ਨਾਲ। ਪਰ ਰਹਿੰਦੀ ਗੱਲ ਜਿਹੜੀ ਹੈਗੀ ਪੰਜਾਬ ਵਿੱਚ ਸ਼ਾਂਤੀ ਬਹਾਲ ਰਹੀ ਆ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ ਇਹਦੇ ਵਿੱਚ ਲੋਕਾਂ ਵੱਲੋਂ ਕਹਿੰਦੇ ਜੋ ਕੁਝ ਸਿਦਕ ਦਿਖਾਇਆ ਗਿਆ ਬਹੁਤ ਅੱਛੀ ਗੱਲ ਆ। ਔਰ ਉਹਦੀ ਤਾਰੀਫ ਜਿਹੜੀ ਆ ਜਿਹੜੇ ਸਾਡੇ ਹੈਗੇ ਨੇ ਅਮਿਤ ਸ਼ਾਹ ਜੀ, ਉਹਨਾਂ ਨੇ ਵੀ ਕਿਹਾ ਕਿ ਜਿਹੜੇ ਉਹਨਾਂ ਨੇ ਕਿਹਾ ਤਾਂ ਕਿ ਸਾਡੇ ਜਿਹੜੇ ਲੋਕ ਨੇ ਪੰਜਾਬ ਦੇ ਔਰ ਪੂਰੇ ਹਿੰਦੁਸਤਾਨ ਦੇ ਲੋਕ ਆ, ਉਹਨਾਂ ਵੱਲੋਂ ਜਿਹੜੀ ਪ੍ਰਤੀਕਿਰਿਆ ਦਿੱਤੀ ਗਈ ਹੈ ਬੜੀ ਸ਼ਾਂਤੀ ਨਾਲ ਦਿੱਤੀ ਗਈ ਹੈ। ਉਹ ਕਹਿੰਦੇ ਮੈਨੂੰ ਇਸ ਗੱਲ ਦੀ ਖੁਸ਼ੀ ਹੈਗੀ ਆ ਕਿ ਪੰਜਾਬ ਦੇ ਲੋਕ ਕਹਿੰਦੇ ਨੇ ਬੜੇ ਲੜਾਕੇ ਆ, ਬੜਾ ਕੁਝ ਕਰ ਸਕਦੇ ਆ, ਪਰ ਪੰਜਾਬ ਦੇ ਲੋਕਾਂ ਨੇ ਸ਼ਾਂਤੀ ਬਹਾਲ ਰੱਖੀ ਹੈ। ਜੋ ਕੁਝ ਕਰਨਾ ਸੀ ਗੌਰਮੈਂਟ ਨੇ ਜਾਂ ਪ੍ਰਸ਼ਾਸਨ ਨੇ ਉਹ ਤਾਂ ਆਪਣਾ ਕਰ ਲਿਆ, ਕਿਉਂਕਿ ਉਹਨਾਂ ਨੇ ਇਹਨਾਂ ਨੂੰ ਜੋ ਇਕਰਾਰ ਦਿੱਤਾ ਕਿ ਅਸੀਂ ਇਹਨੂੰ ਫੜਨਾ ਹੈਗਾ। 19 ਦਿਨਾਂ ਬਾਅਦ ਉਹਨਾਂ ਨੇ ਜਿਹੜਾ ਇਹਨਾਂ ਨੂੰ ਕੈਪਚਰ ਕਰਕੇ ਤੇ ਉਹਨਾਂ ਨੇ ਉਸ ਜੇਲ੍ਹ ਵਿੱਚ ਭੇਜ ਦਿੱਤਾ। ਜੇਲ੍ਹ ਵਿੱਚ ਭੇਜਣ ਤੋਂ ਬਾਅਦ ਹੁਣ ਉੱਤੇ ਕੋਈ ਕੇਸ ਚੱਲਦਾ, ਜੋ ਵੀ ਚੱਲਦਾ ਉਹ ਸਰਕਾਰੀ ਤੌਰ 'ਤੇ ਕੰਮ ਹੋਣਾ। ਪਰ ਪੰਜਾਬ ਦੇ ਵਿੱਚ ਜੋ ਰੌਲਾ ਪੈਣਾ ਸੀਗਾ, ਜੋ ਲੋਕਾਂ ਨੂੰ ਪਤਾ ਸੀ, ਪੁਲਿਸ ਨੂੰ ਪਤਾ ਸੀ, ਇੰਟੈਲੀਜੈਂਸ ਨੂੰ ਪਤਾ ਸੀਗਾ, ਪਰ ਲੋਕਾਂ ਨੇ ਨਾ ਸਿਦਕ ਤੇ ਪਿਆਰ ਦਿਖਾਇਆ। ਬਹੁਤ ਅੱਛੀ ਗੱਲ ਹੈ, ਕਿਉਂਕਿ ਮਸਲਾ ਸਾਡੇ ਦਰਸ਼ਕਾਂ ਨੂੰ ਪਤਾ ਬੜੀ ਦੇਰ ਤੋਂ ਚੱਲ ਰਿਹਾ ਸੀਗਾ। ਸ਼ਾਹਕੋਟ ਤੋਂ ਸ਼ੁਰੂ ਹੋਇਆ ਔਰ ਪੂਰੇ ਹਿੰਦੁਸਤਾਨ 'ਚ ਫੈਲ ਗਿਆ, ਨੇਪਾਲ 'ਚ ਰੌਲਾ ਪੈ ਗਿਆ ਔਰ ਜਿਹਦੇ ਵਿੱਚ ਕਹਿੰਦੇ ਆਸਟ੍ਰੇਲੀਆ 'ਚ, ਕਦੀ ਕਹਿੰਦੇ ਕੈਨੇਡਾ ਦੌੜ ਗਿਆ, ਕਈ ਚੀਜ਼ਾਂ ਗਈਆਂ ਔਰ ਵੀਡੀਓ ਵੀ ਜ਼ਾਹਰ ਹੁੰਦੀ ਰਹੀ। ਔਰ ਇਹ ਅੱਛੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਤਰੀਕੇ ਨਾਲ ਸ਼ਾਂਤੀ ਬਹਾਲ ਰੱਖੀ, ਸਿਦਕ ਰੱਖਿਆ ਔਰ ਗੁਰੂ ਮਹਾਰਾਜ ਦੇ ਕਹੇ ਉਪਦੇਸ਼ ਨੂੰ ਨਿਭਾਇਆ। ਔਰ ਜੋ ਕੁਛ ਹੈਗਾ ਇਹ ਤਾਂ ਕਾਰਵਾਈ ਸਰਕਾਰ ਵੱਲੋਂ ਹੁੰਦੀ ਰਹਿੰਦੀ ਆ ਔਰ ਇਹ ਚਰਚਾ ਵਿਸ਼ਵ ਦੀ ਚਰਚਾ ਬਣ ਗਈ ਆ। ਇਸ ਵੇਲੇ ਮੁੱਦਾ ਬਿਲਕੁਲ ਭਖਿਆ ਪਿਆ ਸੀਗਾ, ਪਰ ਇਹਨੂੰ ਚਲੋ ਲੋਕਾਂ ਦੇ ਹੈਗਾ, ਲੋਕਾਂ ਦੇ ਭਾਵ ਤਾਂ ਦਿਖਾਉਣੇ ਲੋਕਾਂ ਨੇ, ਪਰ ਕੋਈ ਗੁੱਸੇ ਨਾਲ, ਕੋਈ ਗਿਲੇ ਨਾਲ, ਕੋਈ ਦੁੱਖ ਨਾਲ ਕੋਈ ਜ਼ਾਹਰ ਨਹੀਂ ਕੀਤਾ ਕਿਸੇ ਨੇ। ਔਰ ਸਾਡੇ ਦਰਸ਼ਕ ਜਾਣਦੇ ਆ ਕਿ ਇਹ ਬੜੀ ਦੇਰ ਤੋਂ ਪੈਂਡਿੰਗ ਸੀਗਾ ਕੰਮ, ਬੜੀ ਦੇਰ ਤੋਂ ਲਟਕ ਰਿਹਾ ਸੀਗਾ ਮਾਮਲਾ। ਇਹਦੇ ਨਾਲ ਹੋਰ ਸ਼ਾਂਤੀ ਹੋ ਜਾਣੀ ਹੈ ਪੰਜਾਬ ਵਿੱਚ। ਹੁਣ ਲੋਕਾਂ ਨੂੰ ਆਪਣਾ ਕੰਮਾਂ 'ਤੇ ਲੱਗ ਜਾਣਾ ਔਰ ਪ੍ਰਵਾਸੀ ਭਾਰਤੀ ਵੀ ਜਿੱਥੇ ਇੱਥੇ ਬੈਠੇ ਨੇ, ਉਹਨਾਂ ਦੇ ਵੀ ਲੋਕ ਬੈਠੇ ਨੇ, ਆਪਣੇ ਤਰੀਕੇ ਨਾਲ ਕੰਮ ਕਰ ਰਹੇ ਆ। ਕਿਉਂਕਿ ਜਦੋਂ ਅਸੀਂ ਬਾਹਰ ਬੈਠਦੇ ਹਾਂ ਨਾ, ਸਾਡਾ ਦਿਮਾਗ, ਦਿਲ ਪੰਜਾਬ ਨਾਲ ਜੁੜ ਜਾਂਦਾ ਕਿ ਪੰਜਾਬ 'ਚ ਆ ਮਸਲਾ ਹੈਗਾ, ਲੋਕ ਉੱਥੇ ਸੁਖੀ ਨੇ, ਲੋਕਾਂ ਨਾਲ ਕੀ ਹੋ ਰਿਹਾ। ਅੱਜ ਕੱਲ੍ਹ ਤਾਂ ਵੀਡੀਓ ਬਹੁਤ ਜਲਦੀ ਜਾਂਦੀ ਹੈ, ਕਿਉਂਕਿ ਜਿਹੜਾ ਸੋਸ਼ਲ ਮੀਡੀਆ 'ਤੇ ਇਹ ਚੁਟਕੀ 'ਚ ਚੀਜ਼ ਭੇਜ ਦਿੰਦਾ ਜਿੱਥੇ ਜਾਂਦੀ ਹੈ, ਪਰ ਉਦੋਂ ਬਾਅਦ ਉਹਦਾ ਰਿਐਕਸ਼ਨ ਵੀ ਬੜੀ ਜਲਦੀ ਹੁੰਦਾ। ਉਹ ਜ਼ਮਾਨਾ ਸੀ ਜਦੋਂ ਚਿੱਠੀਆਂ ਨਾਲ ਪਤਾ ਲੱਗਦਾ ਸੀਗਾ, ਫੋਨ ਨਾਲ ਪਤਾ ਲੱਗਦਾ ਸੀਗਾ। ਹੁਣ ਤਾਂ ਮਿੰਟੋ ਮਿੰਟੀ ਹਰ ਖਬਰ ਹਰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚ ਜਾਂਦੀ ਹੈ। ਇਹ ਮਸਲਾ ਵੀ ਬੜਾ ਲਟਕ ਰਿਹਾ ਸੀਗਾ ਔਰ ਇਹਦੇ ਨਾਲ ਪੰਜਾਬ ਦੀ ਸ਼ਾਂਤੀ ਇਸੇ ਤਰ੍ਹਾਂ ਬਰਕਰਾਰ ਰਹੇ, ਸਾਰਿਆਂ ਦੀ ਅਰਦਾਸ ਹੈ। ਔਰ ਤੁਸੀਂ ਵੀ ਕੁਝ ਕਹੋਗੇ? ਮੈਂ ਇਹੀ ਕਹਾਂਗਾ ਬਲਕਾਰ ਜੀ ਕਿ ਕਾਫੀ ਦੇਰ ਹੋ ਗਈ ਸੀ ਇਸ ਮਾਮਲੇ ਨੂੰ ਪੈਂਡਿੰਗ ਔਰ 80,000 ਦੀ ਨਫਰੀ ਪੰਜਾਬ ਪੁਲਿਸ ਦੀ ਔਰ ਉਹਨਾਂ ਉੱਤੇ ਵੀ ਕੁਐਸਚਨ ਮਾਰਕ ਲੱਗ ਰਿਹਾ ਸੀਗਾ ਕਿ ਤੁਸੀਂ ਕਿਉਂ ਨਹੀਂ ਇਹ ਦੱਸ ਪਾ ਰਹੇ ਕਿ ਉਹ ਕਿੱਥੇ ਹੈਗੇ ਨੇ ਅੰਮ੍ਰਿਤਪਾਲ ਸਿੰਘ ਇਸ ਵੇਲੇ, ਕਿਉਂਕਿ ਉਹਨਾਂ ਦੇ ਸਾਥੀਆਂ ਬਾਰੇ ਤੁਸੀਂ ਦੱਸਦੇ ਹੋ ਤੇ ਉਹਨਾਂ ਦੀਆਂ ਜਥੇਬੰਦੀ ਦੀ ਸਾਰੀ ਕਾਰਗੁਜ਼ਾਰੀ ਬਾਰੇ ਦੱਸਦੇ ਹੋ, ਉਹ ਕਿੱਥੇ ਨੇ, ਉਹ ਸਾਨੂੰ ਦੱਸੋ। ਸੋ ਇਸ ਵਕਤ ਇਹ ਮਾਮਲਾ ਹੱਲ ਹੋ ਗਿਆ, ਉਹਨਾਂ ਬਾਰੇ ਪਤਾ ਲੱਗ ਗਿਆ। ਹੁਣ ਅੱਗੇ ਅਸੀਂ ਇਹੀ ਅਰਦਾਸ ਕਰਾਂਗੇ ਕਿ ਸਾਰਾ ਮਾਮਲਾ ਵਧੀਆ ਤਰੀਕੇ ਨਾਲ ਨਜਿੱਠਿਆ ਜਾਵੇ, ਸ਼ਾਂਤੀਮਈ ਤਰੀਕੇ ਨਾਲ। ਭਾਰਤ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ ਸ਼ਾਂਤੀ ਬਣੀ ਰਹੇ ਔਰ ਸਾਰੀਆਂ ਕਾਰਗੁਜ਼ਾਰੀਆਂ ਵਧੀਆ ਤਰੀਕੇ ਨਾਲ ਹੋਣ ਔਰ ਸੰਨ 2024 ਦੀਆਂ ਜਿਹੜੀਆਂ ਇਲੈਕਸ਼ਨਸ ਆ ਰਹੀਆਂ ਨੇ ਉਹਦੇ ਵਾਸਤੇ ਵੀ ਸਹੀ ਮਾਹੌਲ ਬਣਿਆ ਰਹੇ ਤਾਂ ਕਿ ਇੱਕ ਵਧੀਆ ਸਰਕਾਰ ਚੁਣਨ ਦੇ ਅਸੀਂ ਕਾਮਯਾਬ ਹੋਈਏ, ਵਧੀਆ ਸਰਕਾਰ ਚੁਣੀਏ ਤੇ ਪੰਜਾਬ ਦੀਆਂ ਜਿਹੜੀਆਂ ਜ਼ਿਮਨੀ ਚੋਣਾਂ ਨੇ ਉਹਨਾਂ ਵਾਸਤੇ ਵੀ ਇੱਕ ਸਹੀ ਚੋਣ ਕੀਤੀ ਜਾਵੇ। ਹਾਂ ਦੇਖੋ, ਇਹ ਸਾਰੇ ਲੋਕਾਂ ਨੂੰ, ਪਬਲਿਕ ਨੂੰ ਪਤਾ ਹੈਗਾ ਕਿ ਇਹ ਰੌਲਾ ਜ਼ਿਆਦਾ ਸੀਗਾ ਔਰ ਇਹਦਾ ਕੋਈ ਨਾ ਕੋਈ ਠੇਡੇ ਪਾਸੇ ਜਾ ਸਕਦਾ ਸੀਗਾ, ਪਰ ਇਹਨੂੰ ਬੜੀ ਸਿਆਣਪ ਨਾਲ ਪੰਜਾਬ ਸਰਕਾਰ ਨੇ, ਪੰਜਾਬ ਪੁਲਿਸ ਨੇ ਔਰ ਇੰਟੈਲੀਜੈਂਸ ਨੇ ਬੜੇ ਤਰੀਕੇ ਨਾਲ ਕੀਤਾ ਤਾਂ ਕਿ ਉਹਨਾਂ ਨੇ ਗੁਰਦੁਆਰੇ 'ਚ ਵੀ ਕੋਈ ਐਂਟਰੀ ਨਹੀਂ ਕੀਤੀ ਔਰ ਚਿੱਟੀ ਵਰਦੀ 'ਚ ਬਾਹਰ, ਚਿੱਟੇ ਕੱਪੜਿਆਂ 'ਚ ਬਾਹਰ ਖੜੇ ਰਹੇ ਆ ਔਰ ਬਹੁਤ ਤਰੀਕੇ ਨਾਲ ਉਹਨਾਂ ਨੇ ਕੀਤਾ, ਕਿਉਂਕਿ ਉਹਨਾਂ ਦੀ ਡਿਊਟੀ ਆ, ਉਹਨਾਂ ਨੇ ਆਪਣੀ ਡਿਊਟੀ ਨਿਭਾਈ ਆ ਔਰ ਉਹਦੇ ਨਾਲ ਉਹਨਾਂ ਨੇ ਉਹਨਾਂ ਨੂੰ ਕੈਪਚਰ ਕਰਕੇ, ਗ੍ਰਿਫਤਾਰ ਕਰਕੇ ਡਿਬਰੂਗੜ੍ਹ ਜੇਲ੍ਹ ਇਹਦੇ ਨਾਲ ਰਿਲੇਟਡ ਹੈਗੀ, ਸੰਬੰਧਿਤ ਹੈਗੀ, ਉੱਥੇ ਭੇਜ ਦਿੱਤਾ। ਹੁਣ ਉਹਨਾਂ ਦਾ ਪਰਿਵਾਰ ਉੱਥੇ ਜਾਏਗਾ ਜਲੂਪੁਰ ਖੈੜਾ ਤੋਂ, ਇਹ ਲੀਗਲ ਟੀਮ ਨੇ ਕਹਿ ਦਿੱਤਾ ਔਰ ਉਹ ਪਰਮਿਸ਼ਨ ਵੀ ਉਹਨਾਂ ਨੇ, ਪੰਜਾਬ ਗੌਰਮੈਂਟ ਦੇਊਗੀ ਉਹਨਾਂ ਨੂੰ। ਔਰ ਮੇਰਾ ਖਿਆਲ ਹੈ ਕਿ ਹੁਣ ਇਹਦੇ ਨਾਲ ਹੀ ਇਹ ਸਾਰੇ ਲੋਕਾਂ 'ਚ ਵੀ ਸ਼ਾਂਤੀ ਬਹਾਲ ਹੋ ਗਈ ਹੈ। ਲੋਕ ਤਰੀਕੇ ਨਾਲ ਰਹਿਣਾ ਸਿੱਖ ਵੀ ਰਹੇ ਨੇ ਔਰ ਸਿੱਖਣਗੇ ਵੀ ਔਰ ਇਸੇ ਤਰ੍ਹਾਂ ਸਾਡੇ ਮਸਲੇ ਚੱਲਦੇ ਰਹਿਣਗੇ ਜੀ। ਤੇ ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰਿਆ ਕਰੋ। ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ। ਬਿਲਕੁਲ ਜੀ, ਜ਼ਰੂਰ। ਸਤਿ ਸ਼੍ਰੀ ਅਕਾਲ ਜੀ।